ਆਪਾਂ ਨੇ ਪ੍ਰੋਸੈਸ ਲੇਆਊਟ ਉਸ ਦਿਨ ਪਰਸੋਂ ਪੜ੍ਹ ਲਿਆ ਸੀਗਾ। ਅੱਜ ਹੈਗਾ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਪ੍ਰੋਸੈਸ ਲੇਆਊਟ। ਜਿਹੜਾ ਕੰਪਨੀ ਦੇ ਵਿੱਚ ਲੇਆਊਟ ਮੇਨ ਲੇਆਊਟ ਅਸੀਂ ਪਹਿਲਾਂ ਹੀ ਦੇਖ ਲਿਆ ਸੀ ਵੀ ਕੰਮ ਦਾ ਸੈਟਅਪ ਕਿਸ ਤਰ੍ਹਾਂ ਉਹਨਾਂ ਨੇ ਕੀਤਾ ਹੁੰਦਾ, ਉਹਨੂੰ ਅਸੀਂ ਲੇਆਊਟ ਕਹਿੰਦੇ ਹੈਗੇ ਆ। ਉਹਦੇ ਫਾਇਦੇ ਕੀ ਹੁੰਦੇ ਨੇ ਤਾਂ ਸਾਨੂੰ ਉਹਦੇ ਨੁਕਸਾਨ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵਾਂਟੇਜ ਦੀ। ਐਡਵਾਂਟੇਜ ਲਿਖਿਆ ਵੀ ਇਨੀਸ਼ੀਅਲ ਇਨਵੈਸਟਮੈਂਟ ਇਜ਼ ਪ੍ਰੋਸੈਸ ਲੇਆਊਟ ਇਜ਼ ਲੋ। ਜਦੋਂ ਅਗਰ ਤੁਸੀਂ ਕੰਪਨੀ ਦੇ ਵਿੱਚ ਪ੍ਰੋਸੈਸ ਲੇਆਊਟ ਪ੍ਰੋਪਰ ਤਰੀਕੇ ਨਾਲ ਕੀਤਾ ਹੋਊਗਾ, ਮੀਨਸ ਪਲੈਨਿੰਗ ਪ੍ਰੋਪਰ ਤਰੀਕੇ ਨਾਲ ਸੈਟਅਪ ਕੀਤੀ ਹੋਊਗੀ, ਕਿਹੜਾ ਡਿਪਾਰਟਮੈਂਟ ਕਿੱਦਾਂ ਸੈੱਟ ਕਰਨਾ ਜਾਂ ਕਿਹੜੀ ਮਸ਼ੀਨ ਨੂੰ ਕਿੰਨੀ ਸਪੇਸਿੰਗ ਦੀ ਲੋੜ ਹੈਗੀ ਹੈ, ਰੂਲਸ ਐਂਡ ਰੈਗੂਲੇਸ਼ਨ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਇੱਕ ਹਾਇਰਾਰਕੀ ਲੈਵਲ ਅਗਰ ਤੁਸੀਂ ਕੰਪਨੀ ਦੇ ਵਿੱਚ ਸੈੱਟ ਕੀਤਾ ਹੋਵੇ, ਜਿਵੇਂ ਟੌਪ ਲੈਵਲ, ਲੋ ਲੈਵਲ, ਮਿਡਲ ਲੈਵਲ, ਲੋ ਲੈਵਲ ਉੱਤੇ ਸੈੱਟ ਕੀਤਾ ਹੋਵੇ, ਤਾਂ ਮੀਨਸ ਕੰਪਨੀ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਲੋ ਰਹਿੰਦੀ ਹੈ ਹਮੇਸ਼ਾ। ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਕਿੱਥੇ ਖਰਚਾ ਹੋਣ ਵਾਲਾ ਹੈਗਾ, ਅਸੀਂ ਉੱਥੇ ਹੀ ਇਨਵੈਸਟਮੈਂਟ ਕਰਾਂਗੇ। ਦੂਸਰਾ, varied degree of machines utilization may be achieved in process layout such as machines are not deductible in single product। ਮਸ਼ੀਨ ਨੂੰ ਵੀ ਕਹਿੰਦਾ ਤੁਸੀਂ ਪ੍ਰੋਪਰ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਕੋਈ ਇੱਕ ਮਸ਼ੀਨ ਸਿੰਗਲ ਪ੍ਰੋਡਕਟ ਦੇ ਉੱਪਰ ਡਿਪੈਂਡ ਨਹੀਂ ਹੋ ਜਾਂਦੀ ਹੈਗੀ ਹੈ। ਮਸ਼ੀਨ ਨੂੰ ਵੈਰਾਈਟੀ ਦੇ ਅਕੋਰਡਿੰਗ ਤੁਸੀਂ ਯੂਜ਼ ਕਰ ਸਕਦੇ ਹੋ। ਮੀਨਸ ਅਲੱਗ-ਅਲੱਗ ਮਸ਼ੀਨ ਦੇ ਉੱਪਰ ਜੋ ਮਸ਼ੀਨ ਫਸਟ ਵਾਲੀ ਕੰਮ ਕਰ ਰਹੀ ਹੈ, ਦੂਸਰੀ ਮਸ਼ੀਨ ਹੋਰ ਕੰਮ ਕਰ ਰਹੀ, ਥਰਡ ਮਸ਼ੀਨ ਹੋਰ ਕੰਮ ਕਰ ਰਹੀ, ਇਦਾਂ ਯੂਜ਼ ਹੋ ਜਾਂਦਾ ਹੈ। ਕਿਉਂਕਿ ਫਸਟ ਵਾਲੀ ਨੇ ਆਪਣਾ ਕੰਮ ਕਰਕੇ ਸੈਕਿੰਡ ਨੂੰ ਦੇ ਦੇਣਾ, ਸੈਕਿੰਡ ਵਾਲੀ ਥਰਡ ਨੂੰ ਦੇਊਗੀ, ਥਰਡ ਵਾਲੀ ਫੋਰਥ ਨੂੰ ਦੇਊਗੀ, ਉਦਾਂ ਕੰਪਲੀਟ ਹੋ ਜਾਂਦਾ ਕੰਮ। ਅਗਰ ਕਹਿੰਦਾ ਸਾਰੀਆਂ ਇੱਕ ਜਗ੍ਹਾ ਤੇ ਇਕੱਠੀਆਂ ਕਰਦੀ ਜਾਂ ਪ੍ਰੋਪਰ ਪ੍ਰੋਸੈਸ ਲੇਆਊਟ ਪ੍ਰੋਪਰ ਤਰੀਕੇ ਸੈਟਿੰਗ ਲਾ ਕਰੀਏ, ਮੇ ਵੀ ਕਨਫਿਊਜ਼ਨ ਆ ਸਕਦੀ, ਟਾਈਮ ਜ਼ਿਆਦਾ ਲੱਗ ਸਕਦਾ ਹੈ, ਲੇਕਿਨ ਪ੍ਰੋਡਕਸ਼ਨ ਵੈਰਾਈਟੀ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹਾਂ। देयर इज ग्रेटर फ्लैक्सीबिलिटी स्कोप ऑफ एक्सपेंशन। ਤੁਹਾਡੇ ਕੋਲ ਕਹਿੰਦਾ ਫਲੈਕਸੀਬਿਲਿਟੀ ਦਾ ਗ੍ਰੇਟਰ ਸਕੋਪ ਨਿਕਲ ਕੇ ਆਉਂਦਾ। ਮੀਨ ਤੁਸੀਂ ਆਪਣਾ ਬਿਜ਼ਨਸ ਵਧਾ ਸਕਦੇ ਹੋ, ਐਕਸਪੈਂਡ ਕਰ ਸਕਦੇ ਹੋ, ਪ੍ਰੋਡਕਸ਼ਨ ਇਨਕਰੀਜ਼ ਹੋ ਸਕਦੀ ਹੈ ਅਗਰ ਪ੍ਰੋਪਰ ਪ੍ਰੋਸੈਸ ਲੇਆਊਟ ਕਰਿਆ ਹੋਗਾ ਤਾਂ। ਹਾਈ ਪ੍ਰੋਡਕਟ ਵੈਰਾਈਟੀ ਕੈਨ ਬੀ ਈਜ਼ੀਲੀ ਹੈਂਡਲਡ। ਅਗਰ ਮੰਨ ਲਓ ਤੁਹਾਡੇ ਕੋਲ ਕਹਿੰਦਾ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ ਜਾਂ ਮੀਨਸ ਅਲੱਗ-ਅਲੱਗ ਟਾਈਪ ਦੇ ਪ੍ਰੋਡਕਟ ਬਣ ਰਹੇ ਹੈ, ਪ੍ਰੋਪਰ ਤਰੀਕੇ ਨਾਲ ਤੁਸੀਂ ਹੈਂਡਲ ਕਰ ਸਕਦੇ ਹੋ। ਅਗਰ ਇੱਕੋ ਹੀ ਜਗ੍ਹਾ ਗਰੁੱਪ ਬਣਾ ਕੇ ਇਕੱਠਾ ਕਿਤੇ ਵੀ ਰੱਖते हैं जो भी चलो कार में काम कंप्लीट हो जाऊगा ਤਾਂ ਕਨਫਿਊਜ਼ਨ ਜ਼ਿਆਦਾ ਹੋਣੀ ਹੈ, ਬਰਡਨ ਜ਼ਿਆਦਾ ਹੋ ਜਾਊਗਾ ਕੰਮ ਦਾ। ਅਗਰ ਪ੍ਰੋਪਰ ਪ੍ਰੋਸੈਸ ਲੇਆਊਟ ਹੈ ਤਾਂ ਇਹ ਫਾਇਦਾ ਤੁਹਾਨੂੰ ਮਿਲ ਜਾਣਾ ਉਹਦਾ। ਓਵਰਹੈਡ ਕੋਸਟ ਇਜ਼ ਲੋ। ਜਿਹੜੀ ਤੁਹਾਡੀ ਓਵਰਹੈਡ ਕੋਸਟ ਲੱਗਦੀ ਹੈ ਉਹ ਵੀ ਹਮੇਸ਼ਾ ਘੱਟ ਹੁੰਦੀ ਹੈਗੀ। ਮੀਨਸ ਜਿਹੜੇ ਤੁਹਾਡੇ ਮੀਨਸ ਅਲੱਗ ਤੋਂ ਖਰਚੇ ਲੱਗਣੇ ਸਮਾਨ ਸੰਭਾਲਣ ਦੇ ਵਿੱਚ, ਵੇਅਰ ਹਾਊਸਸ ਦੇ ਵਿੱਚ ਜਾਂ ਹੋਰ ਜੋ ਬਹੁਤ ਜ਼ਿਆਦਾ ਖਰਚੇ ਇੱਦਾਂ ਜਿਹੜੇ ਅਸੀਂ ਪਲੈਨਿੰਗ ਨਹੀਂ ਕਰੀ ਹੁੰਦੇ ਉਹਨਾਂ ਨੂੰ ਓਵਰਹੈਡ ਹੀ ਕਹਿੰਦੇ ਹੈਗੇ ਨੇ, ਤਾਂ ਉਹ ਖਰਚੇ ਵੀ ਥੋੜੇ ਘੱਟ ਜਾਣਗੇ ਅਗਰ ਤੁਸੀਂ ਪ੍ਰੋਪਰ ਪ੍ਰੋਸੈਸ ਸੈਟਅਪ ਕਰਿਆ ਹੋਊਗਾ ਤਾਂ। ब्रेकडाउन ऑफ वन मशीन डज नॉट रिजल्ट इन टोटल स्टॉपेज। अगर थोड़ी किसी एक मशीन का ब्रेकडाउन आ जाता है तो ये नहीं कह सकते थोड़ी टोटल प्रोडक्शन रुक जाएगी, क्योंकि तुसी प्रॉपर सैटअप कराया होया, ਤੁਹਾਨੂੰ ਪਤਾ ਹੋਊਗਾ ਵੀ ਅਸੀਂ ਕੰਮ ਕਿਹੜਾ ਕਿਤੋਂ ਕਰਵਾ ਸਕਦੇ ਹੈਗੇ। ਸਾਡੇ ਕੋਲ ਹਰ ਇੱਕ ਚੀਜ਼ ਦਾ ਮਸ਼ੀਨ ਦਾ ਪਹਿਲਾਂ ਤੋਂ ਹੀ ਪ੍ਰੋਡਕਟ ਬਣ ਕੇ ਰੈਡੀ ਹੋ ਜਾਂਦਾ ਵੀ ਦੂਜੀ ਮਸ਼ੀਨ ਉਹਦੇ ਕੰਮ ਕਰ ਸਕਦੀ। ਮੀਨ ਸਾਡੇ ਕੋਲ ਪਹਿਲਾਂ ਤੋਂ ਹੀ ਇਦਾਂ ਦਾ ਸੈਟਅਪ ਕਰਿਆ ਹੁੰਦਾ ਹੈ। ਅਗਰ ਤੁਸੀਂ ਕਹਿੰਦਾ ਕੰਬਾਈਨ ਜਿੱਥੇ ਮਰਜ਼ੀ ਕੋਈ ਪ੍ਰੋਪਰ ਸੈਟਅਪ ਨਹੀਂ ਹੈ, ਫਿਰ ਮੇ ਵੀ ਹੋ ਸਕਦਾ ਵੀ ਇੱਕ ਜਗ੍ਹਾ ਕੰਮ ਬੰਦ ਹੋਣ ਨਾਲ ਸਾਰਾ ਕੰਮ ਹੀ ਬੰਦ ਹੋ ਜਾਵੇ। ਈਜ਼ੀ ਇਫੈਕਟਿਵ ਸਪੈਸ਼ਲਾਈਜ਼ਡ ਸੁਪਰਵਿਜ਼ਨ ਆਫ ਈਚ ਫੰਕਸ਼ਨਸ। ਹਰੇਕ ਏਰੀਆ ਦੀ ਪ੍ਰੋਪਰ ਤਰੀਕੇ ਨਾਲ ਤੁਸੀਂ ਕਹਿੰਦਾ ਸੁਪਰਵਿਜ਼ਨ ਕਰ ਸਕਦੇ ਹੋ। ਮੀਨਸ ਕੰਮ ਨੂੰ ਚੈੱਕ ਕਰ ਸਕਦੇ ਹੋ ਪ੍ਰੋਪਰ ਤਰੀਕੇ ਨਾਲ, ਕੰਟਰੋਲਰਸ ਜਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਸੋਲਵ ਕਰ ਸਕਦੇ ਹੋ ਅਗਰ ਪ੍ਰੋਪਰ ਤਰੀਕੇ ਨਾਲ ਲੇਆਊਟ ਸੈਟਅਪ ਕਰਿਆ ਹੋਇਆ ਤਾਂ। देयर इज लो सेटअप मेंटेनेंस कोस्ट कंपेयर टू दी अदर लेआउट। ਸਾਡੇ ਕੋਲ ਕੀ ਹੈ ਕਹਿੰਦਾ ਜਿਹੜੀ ਕੋਸਟ ਲੱਗਦੀ ਹੈ ਮੇਨਟੇਨੈਂਸ ਕੋਸਟ ਹੋਰ ਸੈਟਅਪ ਦੇ ਨਾਲ ਹਮੇਸ਼ਾ ਘੱਟ ਲੱਗਦੀ ਹੈ। ਮੀਨਸ ਕਿ ਜੇ ਹੋਰ ਕੰਪਨੀ ਜਾ ਕੇ ਦੇਖ ਲਓ ਉਹਨਾਂ ਦੇ ਖਰਚੇ ਜ਼ਿਆਦਾ ਹੁੰਦੇ ਨੇ, ਸਾਡੇ ਹਮੇਸ਼ਾ ਘੱਟ ਹੋਣਗੇ ਅਗਰ ਅਸੀਂ ਪ੍ਰੋਸੈਸ ਲੇਆਊਟ ਪ੍ਰੋਪਰ ਤਰੀਕੇ ਨਾਲ ਸੈਟਅਪ ਕਰਿਆ ਹੋਊਗਾ ਤਾਂ। ਜਿੱਥੇ ਕੁਝ ਫਾਇਦੇ ਨੇ ਉੱਥੇ ਕੁਝ ਕਹਿੰਦਾ ਨੁਕਸਾਨ ਵੀ ਨੇ। ਸਭ ਤੋਂ ਪਹਿਲਾਂ देयर इज हाई डिग्री ऑफ मटेरियल हैंडलिंग। ਸਾਡੇ ਕੋਲ ਕਹਿੰਦਾ ਮਟੀਰੀਅਲ ਹੈਂਡਲਿੰਗ ਕਰਨ ਲਈ ਪ੍ਰੋਪਰ ਤਰੀਕੇ ਨਾਲ ਨਿਗਰਾਨੀ ਚਾਹੀਦੀ ਹੈਗੀ ਬਹੁਤ। ਜਦੋਂ ਤੁਹਾਡੇ ਕੋਲ ਪ੍ਰੋਸੈਸ ਲੇਆਊਟ ਹੈ ਹਰੇਕ ਬੰਦੇ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਪੈਂਦਾ ਹੈਗਾ, ਕਿਉਂਕਿ ਇੱਕ ਚੀਜ਼ ਇੱਕ ਜਗ੍ਹਾ ਤੋਂ ਨਿਕਲ ਕੇ ਦੂਸਰੀ ਜਗ੍ਹਾ ਤੱਕ ਪਹੁੰਚਣੀ ਹੈਗੀ ਹੈ, ਸਾਂਭ ਸੰਭਾਲ ਉਹਦੀ ਕਰਨੀ ਜ਼ਰੂਰੀ ਹੈਗੀ ਹੈ। ਅਗਰ ਬੈਸਟ ਪਰਸਨ ਸੁਣੋਗੇ ਤਾਂ ਹੋਊਗਾ, ਨਹੀਂ ਤਾਂ ਹੋ ਸਕਦਾ ਵੀ ਥੋੜੀ ਵੇਸਟੇਜ ਵੀ ਹੋ ਜਾਵੇ। ਲਾਰਜ ਵਰਕ ਇਨ ਪ੍ਰੋਸੈਸ ਇਨਵੈਂਟਰੀ ਇਜ਼ ਕਾਮਨ। ਜਦੋਂ ਕਹਿੰਦਾ ਤੁਹਾਡਾ ਕੰਮ ਜ਼ਿਆਦਾ ਹੋਊਗਾ ਇਨਵੈਂਟਰੀ ਕਾਮਨ ਹੁੰਦੀ ਹੈ, ਸਾਡੀ ਕਾਮਨ ਇਨਵੈਂਟਰੀ ਕੋਸਟ ਵੱਧ ਜਾਂਦੀ ਹੈਗੀ ਕਿਉਂਕਿ ਤੁਹਾਡਾ ਕੰਮ ਜ਼ਿਆਦਾ ਹੁੰਦਾ ਹੈਗਾ। ਸਾਰੀਆਂ ਕੰਪਨੀਆਂ ਹਰ ਮਹੀਨੇ ਇਨਵੈਂਟਰੀ ਜ਼ਰੂਰ ਕਰਵਾਉਂਦੀਆਂ। ਅਗਰ ਤਾਂ ਚੱਲਦੇ ਟਾਈਮ ਦੇ ਵਿੱਚ ਹੋ ਜਾਏ ਇਨਵੈਂਟਰੀ ਤਾਂ ਬੈਸਟ ਹੁੰਦੀ ਹੈ, ਨਹੀਂ ਤਾਂ ਉਹਨਾਂ ਨੂੰ ਕੀ ਹੁੰਦਾ ਅਲੱਗ ਤੋਂ ਓਵਰ ਟਾਈਮ ਵਗੈਰਾ ਪੇ ਕਰਨੇ ਪੈਂਦੇ ਇਨਵੈਂਟਰੀ ਲਈ। ਵਰਕਰਸ ਆਰ ਮੋਰ ਸਕਿਲਡ। ਵਰਕਰ ਵੀ ਸਕਿਲ ਚਾਹੀਦੇ ਹੁੰਦੇ ਨੇ ਕਿਉਂਕਿ ਜਦੋਂ ਪ੍ਰੋਪਰ ਪ੍ਰੋਸੈਸ ਸੈਟਅਪ ਕਰੇ ਹੋਏ ਹਰੇਕ ਬੰਦੇ ਦੀ ਜ਼ਿੰਮੇਵਾਰੀ ਤੇ ਕੰਮ ਵੀ ਉਦਾਂ ਦੇ ਹੋਣਗੇ, ਕਿਉਂਕਿ ਹਰੇਕ ਬੰਦੇ ਨੇ ਰਿਸਪੌਂਸਿਬਿਲਿਟੀ ਨਾਲ ਕੰਮ ਕਰਨਾ ਹੁੰਦਾ। ਪਲੱਸ ਸਾਡੇ ਕੋਲ ਫਿਰ ਜਿਹੜੇ ਪਰਸਨਸ ਆਣਗੇ ਸਕਿਲ ਉਹਨਾਂ ਦੀ ਸੈਲਰੀਜ਼ ਵਗੈਰਾ ਵੀ ਜ਼ਿਆਦਾ ਹੁੰਦੀਆਂ ਨੇ, ਤੇ ਵੀ ਅਸੀਂ ਮੇ ਵੀ ਡਿਸਐਡਵਾਂਟੇਜ ਲੈ ਸਕਦੇ ਹਾਂ। ਟੋਟਲ ਸਾਈਕਲ ਟਾਈਮ ਇਜ਼ ਹਾਈ। ਸਾਈਕਲ ਟਾਈਮ ਦਾ ਮੀਨਸ ਜਿਹੜਾ ਕੰਮ ਹੁੰਦਾ ਕੰਪਲੀਟ ਕਰਨ ਦਾ ਉਹ ਹਾਈ ਹੁੰਦਾ ਹੈ, ਕਿਉਂਕਿ ਅਸੀਂ ਪ੍ਰੋਸੈਸ ਦੇ ਅਕੋਰਡਿੰਗ ਚੱਲਦੇ ਹਾਂ। ਇੱਕ ਜਗ੍ਹਾ ਤੇ ਬਹਿ ਕੇ ਕੰਮ ਕੰਪਲੀਟ ਨਹੀਂ ਕਰਦੇ ਅਸੀਂ, ਤਾਂ ਫਸਟ ਬੰਦੇ ਨੇ ਜਿਹੜਾ ਆਪਣਾ ਕੰਮ ਕੰਪਲੀਟ ਕੀਤਾ ਜਾਂ ਫਸਟ ਮਸ਼ੀਨ ਨੇ ਕੰਮ ਕੰਪਲੀਟ ਕੀਤਾ, ਦੂਸਰੀ ਮਸ਼ੀਨ ਨੇ ਉਹਦਾ ਹੀ ਪ੍ਰੋਡਕਟ ਯੂਜ਼ ਕਰਨਾ ਹੈ, ਤਾਂ ਉਹ ਪ੍ਰੋਡਕਟ ਕੰਪਲੀਟ ਹੋਣ ਦੇ ਵਿੱਚ ਟਾਈਮ ਲੱਗ ਜਾਂਦਾ ਹੈ। ਤਾਂ ਸਾਈਕਲ ਟਾਈਮ ਜੋ ਹੈ ਥੋੜਾ ਟਾਈਮ ਜ਼ਿਆਦਾ ਹੁੰਦਾ ਇਹਦੇ ਵਿੱਚ। ਇਨਸਪੈਕਸ਼ਨ ਇਜ਼ ਮੋਰ ਫ੍ਰੀਕੁਐਂਟ ਵਿਚ ਰਿਜ਼ਲਟਸ ਹਾਇਰ ਸੁਪਰਵਿਜ਼ਨ ਕੋਸਟ। ਇਨਸਪੈਕਸ਼ਨ ਜ਼ਰੂਰੀ ਹੁੰਦੀ ਹੈ, ਕਹਿੰਦਾ ਅਸੀਂ ਇਹ ਕਹਿ ਨਹੀਂ ਸਕਦੇ ਇਨਸਪੈਕਸ਼ਨ ਜ਼ਰੂਰੀ ਨਹੀਂ ਹੈ। ਸਾਡੀ ਜਿਹੜੀ ਮੇਨਟੇਨੈਂਸ ਕੋਸਟ ਹੈ ਫਿਰ ਉਹ ਵੀ ਵੱਧ ਜਾਂਦੀ ਹੈਗੀ, ਇਹਦਾ ਵੀ ਖਰਚਾ ਲੱਗਦਾ ਹੈ। ਇਟ ਇਜ਼ ਡਿਫਿਕਲਟ ਟੂ ਫਿਕਸ ਰਿਸਪੌਂਸਿਬਿਲਿਟੀ। ਕਿਸੇ ਵੀ ਬੰਦੇ ਨੂੰ ਕਹਿੰਦਾ ਸੀ ਕੁਆਲਿਟੀ ਦੇ ਅਕੋਰਡਿੰਗ ਹੋਈ ਹੈ ਜਾਂ ਫਿਰ ਡਿਫੀਟ ਪ੍ਰੋਬਲਮ ਦੇ ਅਕੋਰਡਿੰਗ ਚੱਲੀ ਵੀ। ਸਾਡੇ ਕੋਲ ਪ੍ਰੋਬਲਮ ਨਿਕਲ ਕੇ ਆਉਂਦੀ ਸੀ ਕਈ ਵਾਰ, ਕਹਿੰਦੇ ਬੰਦੇ ਨੂੰ ਕਹਿੰਦਾ
ਰਿਸਪੌਂਸਿਬਿਲਟੀ ਸੈੱਟ ਕਰਦੇ ਹੀ ਦੂਸਰਾ ਬੰਦਾ ਅੱਗੇ ਨਿਕਲਣ ਲਈ ਜਾਂ ਕਿਸੇ ਨੂੰ ਨੀਚੇ ਦਿਖਾਉਣ ਲਈ ਕੁਝ ਨਾ ਕੁਝ ਗੜਬੜ ਕਰਦਾ ਰਹਿੰਦਾ ਹੈਗਾ, ਤਾਂ ਉੱਥੇ ਪ੍ਰੋਬਲਮ ਜਦੋਂ ਕਿਸੇ ਪਰਸਨ ਨੂੰ ਅਥਾਰਟੀ ਦੇਤੀ, ਕੁਝ ਲੋਕ ਗਲਤ ਫਾਇਦਾ ਵੀ ਉਹਦਾ ਚੁੱਕ ਲੈਂਦੇ ਹੈਗੇ। ਐਗਜ਼ਾਮਪਲ ਜਿਵੇਂ ਕੋਈ ਮੰਨ ਲਓ ਸੁਪਰਵਾਈਜ਼ਰ ਹੀ ਹੈ, ਉਹਨੂੰ ਮਸ਼ੀਨ ਦੇ ਬਾਰੇ ਪਤਾ ਹੈ, ਤਾਂ ਉਹ ਸਾਰਿਆਂ ਤੋਂ ਜਿਵੇਂ ਰੋਬੀਜ਼ਮ ਬੰਦਾ ਫਿਰਦਾ ਰਹਿੰਦਾ ਹੈ, ਮੈਨੂੰ ਇਹਦੇ ਬਾਰੇ ਪਤਾ ਕਿ ਦੂਸਰੇ ਪਰਸਨ ਨੌਲੇਜ ਨਹੀਂ, ਮੈਨੂੰ ਸੈਲਰੀ ਵੱਧ ਚਾਹੀਦੀ ਹੈ, ਤਾਂ ਸਾਡੀ ਕੋਸਟ ਵੀ ਜ਼ਿਆਦਾ ਵੱਧ ਜਾਂਦੀ ਹੈ, ਫਿਰ ਪ੍ਰੋਪਰ ਅਸੀਂ ਰਿਸਪੌਂਸਿਬਿਲਟੀ ਵੀ ਸੈੱਟ ਨਹੀਂ ਕਰ ਪਾਉਂਦੇ ਹੈਗੇ। ਪ੍ਰੋਡਕਸ਼ਨ ਪਲੈਨਿੰਗ ਐਂਡ ਕੰਟਰੋਲ ਇਜ਼ ਰਿਲੇਟਿਵ ਡਿਫਿਕਲਟ। ਇਹਦੇ ਵਿੱਚ ਕਹਿੰਦਾ ਪ੍ਰੋਡਕਸ਼ਨ ਦੀ ਪਲੈਨਿੰਗ ਕਰਨੀ ਹੋਵੇ ਜਾਂ ਤੁਸੀਂ ਕੰਟਰੋਲ ਕਰਨਾ ਹੋਵੇ, ਡਿਫਿਕਲਟ ਹੈਗਾ। ਕੋਈ ਇੱਕ ਕੰਮ ਪ੍ਰੋਪਰ ਤਰੀਕੇ ਨਾਲ ਕਰ ਲਓਗੇ, ਫਿਰ ਦੂਜੇ ਨੂੰ ਮੇਨਟੇਨ ਕਰਨ ਲਈ ਤੁਹਾਨੂੰ ਕੋਸਟ ਦੇਣੀ ਪੈਂਦੀ ਹੈਗੀ, ਇਸ ਲਈ ਅਸੀਂ ਕਹਿ ਸਕਦੇ ਹਾਂ ਡਿਫਿਕਲਟ ਹੈ। ਤੇ ਜਿੱਥੇ ਇਹਦੇ ਕੁਝ ਫਾਇਦੇ ਨੇ ਉੱਥੇ ਕੁਝ ਉਹਦੇ ਲੋਸ, ਮੀਨ ਜਿਹੜੇ ਉਹਨਾਂ ਨੇ ਫਾਇਦੇ ਦਿਖਾਏ ਉਹਦੇ ਅੰਦਰ ਹੀ ਲੋਸ ਵੀ ਨਾਲ ਹੀ ਗਿਣਾ ਦਿੱਤਾ ਹੈਗਾ। ਫਿਰ ਤੁਹਾਡੇ ਕੋਲੋਂ ਲਿਖਿਆ ਗਿਆ ਰਿਪੀਟਿਵ ਪ੍ਰੋਡਕਟ ਔਰ ਲਾਈਨ ਲੇਆਊਟ ਔਰ ਇਟ ਇਜ਼ ਡਿਜ਼ਾਈਨ। ਰਿਪੀਟਿਵ ਪ੍ਰੋਡਕਟ, ਪਹਿਲਾਂ ਤਾਂ ਗੱਲ ਸਮਝੀ ਰਿਪੀਟਿਵ ਕੀ ਹੁੰਦਾ ਹੈ। ਇੱਕ ਪ੍ਰੋਡਕਟ ਹੈ, ਉਹਨੂੰ ਤੁਸੀਂ ਦੁਬਾਰਾ ਰਿਪੀਟ ਕਰਨਾ ਹੈ, ਉਹ ਪ੍ਰੋਡਕਟ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ, ਰਿਪੀਟ ਥੋੜੀ ਕਰੋਗੇ ਉਹਨੂੰ। ਰਿਪੀਟ ਕਰਨ ਦਾ ਮਤਲਬ ਕੀ ਹੋਏਗਾ ਵੀ ਉਹਦੇ ਕੋਈ ਪ੍ਰੋਬਲਮ ਆ ਰਹੀ ਉਹਨੂੰ ਠੀਕ ਕਰਨਾ, ਜਿਵੇਂ ਕੋਈ ਸਰਵਿਸ ਦੇਣੀ, ਉਹਦੇ ਲਈ ਡਿਜ਼ਾਈਨ ਸੈਟਅਪ ਕਰਨਾ, ਲੇਆਊਟ ਕਰਨਾ। ਉਹਦੇ ਲੇਆਊਟ ਕੀ ਹੁੰਦਾ ਹੈ, ਮੀਨਸ ਸਾਡੇ ਕੋਲ ਜਿਵੇਂ ਕੁਆਲਿਟੀ ਡਿਪਾਰਟਮੈਂਟ ਵਗੈਰਾ ਰੱਖੇ ਹੁੰਦੇ, ਮੀਨਸ ਅਸੀਂ ਕਿ ਜਿਵੇਂ ਕੰਟੀਨਿਊ ਆਪਰੇਸ਼ਨਸ ਕਹਿ ਲੈਂਦੇ ਜਿਵੇਂ ਕੰਮ ਦੇ ਲਈ। ਐਗਜ਼ਾਮਪਲ ਜਿਵੇਂ ਅੱਜ ਦੇ ਟਾਈਮ 'ਚ ਇਲੈਕਟ੍ਰੀਕਲ ਗੁੱਡਸ ਨੇ ਕੁਝ ਵੀ, ਉਹਦੇ ਤੇ ਸਾਨੂੰ 1 ਸਾਲ ਦੀ ਜਿਵੇਂ ਵਾਰੰਟੀ ਮਿਲਦੀ ਹੈ, ਉਹਦੇ ਲਈ ਕੰਪਨੀ ਅਲੱਗ ਤੋਂ ਡਿਪਾਰਟਮੈਂਟ ਰੱਖਿਆ ਹੁੰਦਾ। ਸਰਵਿਸ ਦੇ ਵਿੱਚ ਬੰਦੇ ਰੱਖੇ ਹੁੰਦੇ ਨੇ, ਕੋਈ ਪ੍ਰੋਬਲਮ ਆਉਂਦੀ ਹੈ ਕਸਟਮਰ ਕੇਅਰ ਡਿਪਾਰਟਮੈਂਟ ਹੁੰਦਾ, ਅਸੀਂ ਕਾਲ ਕਰ ਦਿੰਦੇ ਹਾਂ, ਉੱਥੇ ਸਾਡੀ ਰਿਪੋਰਟ ਕੰਪਲੇਂਟ ਲਿਖੀ ਜਾਂਦੀ ਹੈ, ਫਿਰ ਉਹ ਬੰਦੇ ਆਉਂਦੇ ਨੇ, ਅੱਗੇ ਆ ਕੇ ਸਾਡਾ ਸਹੀ ਕਰਕੇ ਆਪਣੀ ਰਿਪੋਰਟ ਕੰਪਨੀ ਦਿੰਦੇ ਨੇ, ਉਹ ਕੰਮ ਖਤਮ ਹੁੰਦਾ ਹੈ। ਤਾਂ ਉਹਦਾ ਵੀ ਡਿਜ਼ਾਈਨ ਹੋਣਾ ਕਹਿੰਦਾ ਪ੍ਰੋਪਰ ਜ਼ਰੂਰੀ ਹੈ। ਇਹਦੇ ਲਈ ਕਹਿੰਦਾ ਤੁਹਾਡੇ ਕੋਲ ਕਹਿੰਦਾ ਹਰੇਕ ਲਈ ਵਰਕ ਮੈਥਡ ਹੋਣੇ ਚਾਹੀਦੇ ਨੇ। ਵਰਕ ਮੈਥਡ ਜਿਵੇਂ ਪਹਿਲਾਂ ਮੀਨਸ ਅਸੀਂ ਕਿਸ ਬੇਸ ਨਾਲ ਉਹ ਕੰਮ ਕੰਪਲੀਟ ਕਰਨਾ, ਜਿਵੇਂ ਮੈਨੇ ਪਹਿਲੇ ਕਸਟਮਰ ਕੇਅਰ ਸੈਂਟਰ ਸਾਡੀ ਕੋਲ ਹੋਣੀ ਚਾਹੀਦੀ ਹੈ, ਫਿਰ ਉਹ ਕੋਲ ਕਿਹੜੇ ਬੰਦੇ ਨੂੰ ਹੈਂਡਲ ਅੱਗੇ ਕਰਨਗੇ, ਹਰੇਕ ਏਰੀਆ 'ਚ ਤੁਹਾਡੇ ਮੀਨਸ ਉੱਥੇ ਬੰਦੇ ਹੋਣੇ ਚਾਹੀਦੇ ਨੇ। ਇਹ ਲਿਖਿਆ ਸਪੈਸ਼ਲਾਈਜ਼ ਇਕਵਿਪਮੈਂਟ ਐਂਡ ਸਪੈਸ਼ਲਾਈਜ਼ ਤੁਹਾਡੇ ਕੋਲ ਇੰਪਲੋਇਰ ਟ੍ਰੇਨਿੰਗ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਤਾਂ ਤੁਹਾਡੇ ਕੋਲ ਤੁਹਾਡੇ ਆਪਣੇ ਇਕਵਿਪਮੈਂਟ ਹੋਣੇ ਚਾਹੀਦੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਮਾਰਕੀਟ 'ਚੋਂ ਸਮਾਨ ਲੈ ਕੇ ਆਵਾਂਗੇ ਫਿਰ ਠੀਕ ਕਰਕੇ ਜਾਵਾਂਗੇ, ਆਪਣੇ ਇਕਵਿਪਮੈਂਟਸ ਹੋਣਗੇ, ਪਲੱਸ ਤੁਹਾਡੇ ਕੋਲ ਟ੍ਰੇਨਡ ਸਟਾਫ ਹੋਣਾ ਚਾਹੀਦਾ ਜਿਹਨੂੰ ਪ੍ਰੋਪਰ, ਕਿਉਂਕਿ ਹੁਣ ਕੋਈ ਜਿਹੜੀਆਂ ਵੱਡੀਆਂ ਫਰਮਸ ਨੇ ਜਿਵੇਂ MNC ਹੋ ਗਈਆਂ ਜਾਂ ਕੋਈ ਜਿਨ੍ਹਾਂ ਦਾ ਬਿਜ਼ਨਸ, ਜਿਵੇਂ ਐਗਜ਼ਾਮਪਲ ਲੈ ਲਓ ਤੁਸੀਂ ਕੋਈ ਵੀ ਕੰਪਨੀ ਲੈ ਲਓ, ਇਲੈਕਟ੍ਰੀਕਲ ਪਾਰਟਸ ਦੀ ਹੀ ਲੈ ਲਓ ਜਾਂ ਲੈਪਟਾਪ ਦੀ ਲੈ ਲਓ, ਜਿਵੇਂ ਡੈਲ ਲੈਪਟਾਪ ਲੈ ਲਈਏ। ਇਹਦਾ ਸਰਵਿਸ ਸੈਂਟਰ ਮੈਂ ਇਹਦਾ ਨਹੀਂ ਕਹਿ ਸਕਦਾ ਪੂਰੇ ਪੰਜਾਬ 'ਚ ਇੱਕ ਜਗ੍ਹਾ ਹੈ, ਨਹੀਂ, ਹਰੇਕ ਜਿਹੜੇ ਵੱਡੇ ਡਿਸਟ੍ਰਿਕਟ ਨੇ ਜਿੱਥੇ ਉਹਨਾਂ ਸਾਰੀ ਜਗ੍ਹਾ ਤੇ ਉਹਨਾਂ ਦੇ ਬੰਦੇ ਹੈਗੇ ਨੇ, ਉਹ ਆਸ-ਪਾਸ ਸਰਵਿਸ ਦਿੰਦੇ ਨੇ, ਉਹ ਕੰਪਨੀ ਵੱਲੋਂ ਹੀ ਸੈਲਰੀ ਲੈਂਦੇ ਨੇ, ਉਹ ਟ੍ਰੇਨਡ ਹੁੰਦੇ ਨੇ। ਉਹਨਾਂ ਨੂੰ ਕਾਲ ਜਾਂਦੀ, ਜਿਵੇਂ ਮੰਨ ਲਓ ਅਸੀਂ ਲੁਧਿਆਣੇ ਤੋਂ ਕਾਲ ਕੀਤੀ, ਅਸੀਂ ਤਾਂ ਡੈਲ ਦੇ ਹੈੱਡ ਆਫਿਸ ਜਿਵੇਂ ਬੰਬੇ ਹੈ ਜਾਂ ਜਿੱਥੇ ਵੀ ਉੱਥੇ ਕਾਲ ਕਰਾਂਗੇ, ਉਹਨਾਂ ਨੇ ਫਿਰ ਸਾਡੀ ਕਾਲ ਅੱਗੇ ਟ੍ਰਾਂਸਫਰ ਕਰ ਦੇਣੀ ਹੈ, ਜਿਹੜਾ ਬੰਦਾ ਸਾਡਾ ਲੋਕਲ ਏਰੀਆ ਦੇ ਵਿੱਚ ਹੋਊਗਾ, ਤਾਂ ਉਹ ਟ੍ਰੇਨਡ ਇੰਪਲੋਈ ਹੋਊਗਾ, ਤਾਂ ਆ ਕੇ ਤੁਹਾਡੇ ਘਰੇ ਆ ਕੇ ਠੀਕ ਕਰ ਜਾਊਗਾ। ਇਹ ਜ਼ਰੂਰੀ ਹੈ ਕਹਿੰਦਾ ਵੀ ਜਦੋਂ ਤੁਸੀਂ ਕਹਿੰਦਾ ਕੋਈ ਵੀ ਰਿਪੀਟਿਡ ਪ੍ਰੋਡਕਟ ਕਰਨਾ ਹੈ ਤਾਂ ਉਹਦੇ ਲਾਈਨ ਆਊਟ ਜੋ ਤੁਹਾਡੇ ਕੋਲ ਪਰਸਨਸ ਹੋਣੇ ਜ਼ਰੂਰੀ ਨੇ। ਐਗਜ਼ਾਮਪਲ ਲਿਖੀ ਵੀ ਉਹਨਾਂ ਨੇ, ਵਰਕ ਮੈਥਡ, specialized equipment and tools, employee training, speed of product, the product can be increased and cost decreased। ਅਸੀਂ ਵੀ ਦੇਖੀਏ ਸਾਡੇ ਕੋਲ ਸਪੀਡ ਹੋਣੀ ਚਾਹੀਦੀ ਹੈ ਕੰਮ ਕੰਪਲੀਟ ਲਈ, ਸਾਡੀ ਕੋਸਟ ਘੱਟ ਲੱਗੇ, ਪ੍ਰੋਡਕਟ ਜੋ ਇਨਕਰੀਜ਼ ਹੋਣ, ਕਿਉਂਕਿ ਜਦੋਂ ਤੁਸੀਂ ਕਹਿੰਦਾ ਕਿਸੇ ਬੰਦੇ ਨੂੰ ਪ੍ਰੋਪਰ ਸਰਵਿਸ ਦਵੋਗੇ ਤਾਂ ਉਸ ਟਾਈਮ ਤੇ ਉਹ ਬੰਦਾ ਫਿਰ ਤੁਹਾਡੇ ਲਈ ਗੁਣ ਗਾਊਗਾ ਕੰਪਨੀ ਲਈ ਵੀ ਹਾਂ ਸਾਡੇ ਪ੍ਰੋਬਲਮ ਕੋਈ ਪ੍ਰੋਡਕਟਸ ਪ੍ਰੋਬਲਮ ਹੈ ਸੀ, ਟਾਈਮ ਨਾਲ ਸਾਡਾ ਉਹ ਸਹੀ ਹੋ ਗਿਆ। ਅਗਰ ਉਹ ਚੀਜ਼ ਨੂੰ ਸਹੀ ਕਰਨ ਦੇ ਵਿੱਚ ਟਾਈਮ ਲੱਗਦਾ ਰਹੂਗਾ ਤਾਂ ਮੇ ਵੀ ਗੜਬੜ ਹੋ ਜਾਂਦੀ ਹੈ। ਫਿਰ ਅਸੀਂ ਕਹਿੰਦੇ ਐਗਜ਼ਾਮਪਲ ਤੋਂ ਨਹੀਂ, ਹੁਣ ਆਪਾਂ ਐਗਜ਼ਾਮਪਲ ਜਿਵੇਂ ਲਾਈਵ ਐਗਜ਼ਾਮਪਲ ਲਈਏ, ਸਾਡੇ ਏਸੀ ਦੀ ਪ੍ਰੋਬਲਮ ਆਈ, ਅਸੀਂ ਏਸੀ ਦਾ ਲਿਆ ਵੀ ਆਨਲਾਈਨ ਲੈ ਲਿਆ, ਕਿਸੇ ਨੂੰ ਪੜਾ ਜਿਹੜੇ ਲਾਟਰੀ ਉਹਨਾਂ ਤੋਂ ਲੈ ਲਿਆ, ਜਿਵੇਂ ਨਿਕਲਿਆ, ਉਹਦੇ ਵਿੱਚ ਉਹ ਮੇਨਟੇਨੈਂਸ ਵੀ ਅਸੀਂ ਕਿਸੇ ਹੋਰ ਤੋਂ, ਮੀਨ ਜਿਹੜਾ ਬੰਦਾ ਸੈੱਟ ਕਰਕੇ ਗਿਆ, ਇੰਸਟਾਲ ਕਰਕੇ ਗਿਆ, ਕੋਈ ਹੋਰ ਬੰਦਾ ਕਰ ਗਿਆ ਪੇਮੈਂਟ ਦੇ ਕੇ, ਸਾਨੂੰ ਪਤਾ ਨਹੀਂ ਸੀ ਵੀ ਕੰਪਨੀ ਤੋਂ ਕਰਾਂਦੇ ਤਾਂ ਫ੍ਰੀ ਹੋ ਜਾਣਾ ਸੀਗਾ। ਉਹਦੇ ਪ੍ਰੋਬਲਮ ਆਈ, ਉਹ ਆਪਣੇ ਆਪ ਹੀ ਗੈਸ ਨਿਕਲ ਗਈ ਉਹਦੀ। ਉਹ ਕੰਪਨੀ ਸੀਗੀ ਵੀ ਜਿਹੜਾ ਬੰਦਾ ਇੰਸਟਾਲ ਕਰਕੇ ਗਿਆ ਉਹਦੇ ਕਰਕੇ ਸੀਗੀ। ਇੰਸਟਾਲ ਕਰਨ ਦੇ ਬਾਅਦ ਫਿਰ ਅਸੀਂ ਕੰਪਨੀ ਕਾਲ ਕੀਤੀ, ਸਾਨੂੰ ਕਿਸੇ ਬੰਦੇ ਨੇ ਕਹਿੰਦਾ ਇੱਕ ਵਾਰੀ ਕੰਪਨੀ ਨਾਲ ਗੱਲ ਕਰੋ, ਕੰਪਨੀ ਨੇ ਕਾਲ ਕੀਤੀ, ਉਹ ਫ੍ਰੀ ਆਫ ਕੋਸਟ ਸਹੀ ਕਰਕੇ, ਉਹਨਾਂ ਦਾ ਫ੍ਰੀ ਆਫ ਕੋਸਟ ਸਹੀ ਕਰਨ ਦਾ ਮਤਲਬ ਤੁਸੀਂ ਜਿੰਦਾ ਗੈਸ ਪਾਉਣ ਦੇ 4-5 ਹਜ਼ਾਰ ਰੁਪਏ ਖਰਚਾ ਹੈ, ਫਿਰ ਸੈਟਅਪ ਕਰਨਾ, ਪਾਈਪ ਕੱਟ ਕੇ ਦੁਬਾਰਾ ਸਹੀ ਲਾਣਾ, 4-5 ਹਜ਼ਾਰ ਲੱਗਣਾ ਸੀਗਾ, ਉਹ ਫ੍ਰੀ ਚ ਹੋ ਗਿਆ। ਕੰਪਨੀ ਸਹੀ ਕਿਉਂਕਿ 1 ਸਾਲ ਦੀ ਵਾਰੰਟੀ ਦੇ ਵਿੱਚ ਸੀਗਾ ਏਸੀ, ਉਹਦਾ ਫਾਇਦਾ ਮਿਲ ਜਾਂਦਾ ਹੈ। ਤਾਂ ਉਹਦਾ ਫਾਇਦਾ ਇਹ ਹੁੰਦਾ ਵੀ ਅਸੀਂ ਕਿਸੇ ਹੋਰ ਪਰਸਨ ਨੂੰ ਦਵਾਂਗੇ ਤੇ ਇਹ ਕੰਪਨੀ ਦਾ ਏਸੀ ਲਓ, ਤਾਂ ਇਸ ਲਈ ਕਹਿੰਦਾ ਵੀ ਰਿਪੀਟਿਵ ਪ੍ਰੋਡਕਟ ਜਿਹੜੀ ਸਰਵਿਸ ਹੈ ਇਹ ਬੈਸਟ ਹੋਣੀ ਜ਼ਰੂਰੀ ਹੈ। ਇਹਦੇ ਲਈ ਕਹਿੰਦਾ ਤੁਹਾਡੇ ਕੋਲ ਜਦੋਂ ਵੀ ਤੁਸੀਂ ਡਿਫਾਈਨ ਕਰੋਗੇ ਲੇਆਊਟ ਲਈ, ਤੁਹਾਡੇ ਕੋਲ ਪ੍ਰੋਬਲਮਸ ਕੁਝ ਆਉਂਦੀਆਂ ਹੈਗੀਆਂ ਨੇ, ਸਭ ਤੋਂ ਪਹਿਲਾਂ ਆਉਂਦੀ ਹੈ ਇਟ ਸ਼ੁੱਡ ਬੀ ਫੋਕਸ ਔਨ ਅਚੀਵਿੰਗ ਦੀ ਡਿਜ਼ਾਇਰਡ ਲੈਵਲ ਆਫ ਆਊਟਪੁੱਟ ਕੈਪੈਸਿਟੀ। ਸਾਨੂੰ ਹਮੇਸ਼ਾ ਦੇਖਣਾ ਹੁੰਦਾ ਸਾਡੀ ਆਊਟਪੁੱਟ ਕੈਪੈਸਿਟੀ ਵਧੇ, ਇਹਦੇ ਲਈ ਸਾਨੂੰ ਪ੍ਰੋਬਲਮਸ ਨਿਕਲ ਕੇ ਆਉਂਦੀਆਂ, ਕਿਉਂਕਿ ਹਰੇਕ ਬੰਦਾ ਇਹ ਸੋਚ ਕੇ ਚੱਲਦਾ ਹੈ ਵੀ ਮੈਂ ਤਾਂ ਪ੍ਰੋਬਲਮ ਲਿਖਵਾਤੀ ਕਦੋਂ ਸੋਲਵ ਹੋਊਗੀ, ਅਗਰ ਟਾਈਮਲੀ ਸੋਲਵ ਨਹੀਂ ਹੋਗੀ ਨਾ, ਕੋਈ ਬੰਦਾ ਕਿਸੇ ਨੂੰ ਅੱਗੇ ਕਦੇ ਨਹੀਂ ਕਹਿੰਦਾ ਹੈਗਾ। ਤਾਂ ਕੰਪਨੀ ਇਹ ਸੋਚ ਕੇ ਚੱਲਦੀ ਹੈਗੀ ਵੀ ਜਿੰਨੀ ਜਲਦੀ ਹੋ ਸਕੇ ਸਰਵਿਸ ਨੂੰ ਕੰਪਲੀਟ ਕਰੀਏ। ਟਾਸਕ ਅਸਾਈਨ ਟੂ ਦੀ ਸਟੇਸ਼ਨਸ, ਕਿਉਂਕਿ ਸੀਕੁਐਂਸ ਦੇ ਵਿੱਚ ਕੰਮ ਹੁੰਦਾ ਹੈ। ਹੁਣ ਕਿਤੇ ਕੋਈ ਪ੍ਰੋਬਲਮ ਹੋ ਗਈ ਸਟੇਸ਼ਨ ਦੇ ਉੱਪਰ, ਕਹਿੰਦਾ ਤੁਸੀਂ ਇਨਫੋਰਮ ਕਰਨਾ ਜ਼ਰੂਰੀ ਹੈ। ਅੱਗੇ ਕੰਮ ਕਿਹੜੇ ਬੰਦੇ ਨੂੰ ਜ਼ਿੰਮੇਵਾਰ ਦੇਣੀ ਹੈ, ਉਹ ਬੰਦਾ ਕਿੰਨੇ ਕੰਮ ਦੇ ਵਿੱਚ ਚੱਲ ਰਿਹਾ ਹੈ, ਕਿੰਨੀ ਜਲਦੀ ਉਹ ਪ੍ਰੋਬਲਮ ਨੂੰ ਖਤਮ ਕਰੂਗਾ। ਇਹ ਪ੍ਰੋਬਲਮਸ ਹਮੇਸ਼ਾ ਆਉਂਦੀਆਂ ਹੈਗੀਆਂ ਨੇ, ਲੇਕਿਨ ਤੁਹਾਡੇ ਕੋਲ ਕਹਿੰਦਾ ਸਟੇਸ਼ਨਸ ਹੋਣੇ ਜ਼ਰੂਰੀ ਨੇ। ਅਗਰ ਤੁਹਾਡੇ ਕੋਲ ਕੰਪਲੀਟ ਸਟੇਸ਼ਨ ਨਹੀਂ ਹੋਣਗੇ ਕੰਮ ਕਦੀ ਕੰਪਲੀਟ ਨਹੀਂ ਹੋ ਸਕਦਾ। ਆਊਟਪੁੱਟ ਸ਼ੁੱਡ ਬੀ ਅਟੇਨਡ ਐਫੀਸ਼ੀਐਂਟਲੀ ਵਿਦਆਊਟ ਯੂਜ਼ਿੰਗ ਮਿਨੀਮਮ ਇਨਪੁਟ ਰਿਸੋਰਸਿਸ।
ਹਮੇਸ਼ਾ ਕੰਪਨੀ ਦੀ ਕਰਦੀ ਹੈਗੀ ਨੇ ਅਸੀਂ ਆਊਟਪੁੱਟ ਉਨਾ ਯੂਜ਼ ਕਰੀਏ, ਸਾਡੇ ਜਿਹੜੇ ਇਨਪੁੱਟ ਰਿਸੋਰਸਿਸ ਨੇ ਉਹ ਘੱਟ ਲੱਗਣ, ਮੀਨ ਸਾਡੀ ਕੋਸਟ ਘੱਟ ਲੱਗੇ, ਸਾਡਾ ਟਾਈਮ ਘੱਟ ਲੱਗੇ। ਵੀ ਇੱਕ ਬੰਦੇ ਨੂੰ ਜਿਵੇਂ ਐਗਜ਼ਾਮਪਲ ਕੋਈ ਵੀ ਬੰਦਾ ਜਿਹੜੇ ਕੰਪਲੇਂਟ ਸੋਲਵ ਕਰਨ ਆਏ ਹੁੰਦੇ ਨਾ, ਉਹਨਾਂ ਕੋਲ ਇੱਕ ਦਿਨ ਦੇ ਵੀ 4-4 5-5 ਕੰਪਲੇਂਟਾਂ ਹੁੰਦੀਆਂ ਨੇ। ਕੋਈ ਇੱਕ ਪ੍ਰੋਬਲਮ ਲਈ ਨਹੀਂ ਆਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਆਏ ਕੰਪਲੇਂਟ ਹੈ ਕਿ ਚਲੋ ਵੀ ਇੱਕ ਜਗ੍ਹਾ ਸਾਰੀਆਂ ਸੋਲਵ ਕਰਕੇ ਆਓ। ਕੰਪਨੀ ਹਮੇਸ਼ਾ ਇਹੀ ਕੋਸ਼ਿਸ਼ ਦੀ ਚੱਲਦੀ ਹੈ। ਉਹ ਕੰਮ ਨੂੰ ਥੋੜਾ ਜਿਹਾ ਕਈ ਵਾਰ ਪੈਂਡਿੰਗ ਵੀ ਪਾ ਲੈਂਦੇ ਨੇ, ਲੇਕਿਨ ਉਹਨਾਂ ਨੇ ਦੇਖਣਾ ਕਿ ਪ੍ਰੋਬਲਮਸ ਹੁੰਦੀਆਂ, ਸਾਨੂੰ ਇਹ ਪ੍ਰੋਬਲਮਸ ਕਿਵੇਂ ਦੂਰ ਕਰਨੀ ਹੈਗੀ ਨੇ, ਉਹ ਸੈਟਅਪ ਕਿਵੇਂ ਕਰਨਾ। ਐਗਜ਼ਾਮਪਲ ਲਈਏ ਜਿਵੇਂ ਅੱਜ ਦੇ ਟਾਈਮ ਸੁਣਿਆ ਹੋਊਗਾ ਮੋਟਰਸਾਈਕਲ ਦੇ ਨੰਬਰ ਪਲੇਟਸ ਪਰ ਲੱਗ ਰਹੀਆਂ, ਨੰਬਰ ਪਲੇਟ ਲੱਗ ਰਹੀਆਂ ਤਾਂ ਕੀ ਕਰਦੇ ਨੇ ਜਿਹੜੇ ਘਰ ਲਗਵਾ ਰਹੇ ਨੇ ਬੰਦੇ ਘਰੇ ਬੈਠ ਕੇ, ਉਹ ਕੀ ਕਰਦੇ ਨੇ ਇੱਕ ਏਰੀਆ ਦੀਆਂ ਪਹਿਲਾਂ ਇਕੱਠੀਆਂ ਕਰਕੇ ਲੈ ਕੇ ਆਉਂਦੇ ਨੇ। ਟਾਈਮ ਤੋਂ ਪਹਿਲਾਂ ਵੀ ਲੱਗ ਜਾਂਦੀ ਹੈ, ਕਈਆਂ ਦੇ ਟਾਈਮ ਤੋਂ ਬਾਅਦ ਵੀ ਲੱਗ ਰਹੀਆਂ ਨੇ, ਤਾਂ ਉਹਨਾਂ ਨੇ ਆਪਣੀ ਕੋਸਟ ਹੀ ਘਟਾਉਣੀ ਹੁੰਦੀ ਹੈ। ਹੁਣ ਜਿਵੇਂ ਅੱਜ ਮੈਂ ਅਪਲਾਈ ਕਰਤੀ, ਸਾਹਮਣੇ ਵਾਲੇ ਪਹਿਲਾਂ ਮੇਰੀ ਲਾਉਣ, ਫਿਰ ਕਿਸੇ ਦੀ ਜੁਗਾਣੇ ਲਾਉਣ, ਪਹਿਲਾਂ ਜਾ ਕੇ ਲੈ ਕੇ ਆਉਣ, ਲੇਕਿਨ ਉਹ ਇੱਕ ਵਾਰ ਜੀ ਕੰਬਾਈਨ ਕਰਕੇ ਲੈ ਕੇ ਆਉਂਦੇ ਨੇ ਸਮਾਨ। ਤਾਂ ਪ੍ਰੋਬਲਮਸ ਬਹੁਤ ਆਉਂਦੀਆਂ ਨੇ। ਇਹ ਪ੍ਰੋਬਲਮ ਕਹਿੰਦਾ ਸਾਨੂੰ ਖੁਦ ਹੀ ਸੈਟਅਪ ਕਰਨੀ ਪੈਂਦੀ ਹੈ, ਜਿਵੇਂ ਸਾਨੂੰ ਸੈਟਅਪ ਲੱਗਦਾ ਹੈਗਾ। ਇਹਦੇ ਲਈ ਸਾਨੂੰ ਜ਼ਰੂਰਤ ਹੁੰਦਾ ਵੀ ਸਾਡੀ ਕੈਪੈਸਿਟੀ ਕਿੱਦਾਂ ਦੀ ਹੈਗੀ ਹੈ। ਕੈਪੈਸਿਟੀ ਹਮੇਸ਼ਾ ਡੀਲ ਕਰਦੀ ਹੈਗੀ ਵੀ ਅਸੀਂ ਕੰਮ ਨੂੰ ਕਿੱਦਾਂ ਕੰਪਲੀਟ ਕਰ ਸਕਦੇ ਹਾਂ। ਅਗਰ ਸਾਡੇ ਕੋਲ ਕੈਪੇਬਲ ਪਰਸਨਸ, ਸਾਡੇ ਕੋਲ ਇਕਵਿਪਮੈਂਟ ਟੂਲਸ, ਜਾਂ ਫਿਰ ਸਾਡੇ ਕੋਲ ਸਟੇਸ਼ਨ ਸਰਵਿਸ ਸਟੇਸ਼ਨ ਕਿੰਨੇ ਹੈਗੇ ਨੇ, ਉਹਦੇ ਅਕੋਰਡਿੰਗ ਹੀ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੈਗੇ ਆ। ਅਗਰ ਇਹ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਨਹੀਂ ਹੋਣਗੀਆਂ, ਕੋਈ ਵੀ ਪ੍ਰੋਬਲਮ ਸੋਲਵ ਨਹੀਂ ਕਰੀ ਜਾ ਸਕਦੀ। ਜ਼ਰੂਰੀ ਹਰ ਇੱਕ ਕੰਪਨੀ ਲਈ ਕਹਿੰਦਾ ਤੁਹਾਡੇ ਕੋਲ ਉਹਦੇ ਲਈ ਮਿਨੀਮਮ ਟਾਈਮ ਵੀ ਅਵੇਲ ਹਰ ਇੱਕ ਸਰਵਿਸ ਲਈ ਹੋਣਾ ਚਾਹੀਦਾ ਹੈ, ਪਲੱਸ ਕੈਪੈਸਿਟੀ ਤੁਹਾਡੇ ਕੋਲ ਉਨੀ ਹੋਣੀ ਚਾਹੀਦੀ ਤੁਸੀਂ ਕੰਮ ਈਜ਼ੀਲੀ ਬਿਜ਼ਨਸ ਕੰਪਲੀਟ ਕਰ ਸਕੋ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਫਿਰ ਹੈਗਾ ਕਹਿੰਦਾ ਲਾਈਨ ਕੀ ਬਣਦੀ ਹੈ, ਲਾਈਨ ਤੁਹਾਡੇ ਕੋਲ ਕਿਸ ਤਰ੍ਹਾਂ ਬੇਸ ਸੈਟ ਹੁੰਦਾ। ਸਭ ਤੋਂ ਕਹਿੰਦਾ ਤੁਹਾਡੇ ਕੋਲ ਡਿਫਾਈਨ ਟਾਸਕ ਹੋਣਾ ਚਾਹੀਦਾ, ਤੁਹਾਡੇ ਕੋਲ ਕੰਮ ਬਾਰੇ ਨੌਲੇਜ ਹੋਣੀ ਚਾਹੀਦੀ ਵੀ ਕੰਮ ਤੁਹਾਡਾ ਕੀ ਨਿਕਲ ਗਿਆ ਹੈਗਾ, ਤੁਹਾਨੂੰ ਰਿਕੁਆਇਰਮੈਂਟ ਕੀ ਹੈ, ਮੀਨਸ ਉਹ ਕੰਮ ਕਿੱਦਾਂ ਪ੍ਰੋਸੀਜਰ ਨਾਲ ਕੰਪਲੀਟ ਹੋ ਸਕਦਾ, ਉਹ ਪ੍ਰੋਸੀਜਰ ਹੋਣਾ ਚਾਹੀਦਾ ਹੈ। ਥਰਡ, ਤੁਹਾਨੂੰ ਮਿਨੀਮਮ ਨੰਬਰ ਆਫ ਵਰਕ ਸਟੇਸ਼ਨ ਬਾਰੇ ਕੈਲਕੂਲੇਸ਼ਨ ਕਰਨੀ ਹੋਗੀ, ਤੁਹਾਡੇ ਕੋਲ ਕਿ ਕਿੰਨੇ ਮਿਨੀਮਮ ਵਰਕ ਨੰਬਰ ਸਟੇਸ਼ਨਸ ਹੈਗੇ ਨੇ, ਕਿਉਂਕਿ ਹਰੇਕ ਸਟੇਸ਼ਨ ਆਊਟਪੁੱਟ ਦੇਖਣੀ ਪੈਂਦੀ ਹੈਗੀ। ਹੁਣ ਐਗਜ਼ਾਮਪਲ ਮੈਂ ਲੁਧਿਆਣੇ ਜਿਵੇਂ ਨੰਬਰ ਪਲੇਟਸ ਲਈ, ਲੁਧਿਆਣੇ ਪਹਿਲਾਂ ਇੱਕ ਸੀਗਾ, ਉਹਨਾਂ ਨੇ ਵਧਾ ਕੇ ਉਹਨਾਂ 3 ਕਰਤੇ ਸਰਵਿਸ ਸਟੇਸ਼ਨ। ਉਹਨਾਂ ਨੂੰ ਵੀ ਪਤਾ ਸੀ ਸਾਡੀ ਆਊਟਪੁੱਟ 3 ਨਾਲ ਜ਼ਿਆਦਾ ਨਿਕਲ ਸਕਦੀ ਹੈ ਜਿੰਨੀ ਡਿਮਾਂਡ ਹੈ, ਤਾਂ ਉਹ ਚੀਜ਼ ਸਾਨੂੰ ਸੈਟਅਪ ਪਹਿਲਾਂ ਤੋਂ ਹੀ ਕਰਨੀ ਪੈਂਦੀ ਹੈਗੀ ਹੈ। ਅਪਲਾਈ ਐਨ ਅਸਾਈਨਮੈਂਟ ਹਿਊਰਿਸਟਿਕ ਟੂ ਅਸਾਈਨ ਟਾਸਕ ਟੂ ਈਚ ਸਟੇਸ਼ਨ, ਸਾਨੂੰ ਕਹਿੰਦਾ ਇੱਕ ਅਸਾਈਨਮੈਂਟ ਵੀ ਸੈਟ ਕਰਨੀ ਹੋਊਗੀ, ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੇ ਕੰਮ ਜਦੋਂ ਤੁਸੀਂ ਦੇਣਾ ਹੈਗਾ ਉਹ ਕਿਵੇਂ ਕੰਪਲੀਟ ਹੋਊਗਾ। ਕਈ ਵਾਰ ਇਦਾਂ ਹੁੰਦਾ ਸਰਵਿਸ ਬॉय ਜਿਹੜੇ ਆਏ ਮੇਨਟੇਨੈਂਸ ਕਰਨ ਲਈ ਆਉਂਦੇ ਹੈਗੇ ਨੇ, ਜਾਂ ਤੁਸੀਂ ਸਰਵਿਸ ਦੇਣ ਚਲੇ ਗਏ, ਸਾਰਾ ਕੰਮ ਇੱਕ ਵਾਰ ਸਹੀ ਨਹੀਂ ਹੋਇਆ, ਤੁਸੀਂ ਕੋਈ ਪ੍ਰੋਜੈਕਟ ਲੈ ਕੇ ਕੱਢ ਕੇ ਉਹ ਤੁਸੀਂ ਦੂਜੇ ਆਪਣੇ ਸਟੇਸ਼ਨ ਤੇ ਦੇਣਾ, ਉੱਥੇ ਸੈਟਅਪ ਹੋ ਕਿਵੇਂ ਚੇਂਜ ਹੋ ਕੇ ਪ੍ਰੋਡਕਟ ਆਣਾ ਹੈਗਾ ਵਾਪਿਸ, ਉਹ ਸਾਰੀ ਚੀਜ਼ਾਂ ਤੁਹਾਨੂੰ ਈਜ਼ੀਲੀ ਇਸ ਨਾਲ ਸੈਟਅਪ ਕਰਨੀਆਂ ਹੋਣਗੀਆਂ। ਇਵੈਲੂਏਟ ਇਫੈਕਟਿਵਨੈਸ ਐਂਡ ਐਫੀਸ਼ੀਐਂਸੀ, ਹਮੇਸ਼ਾ ਕਹਿੰਦਾ ਕੋਸ਼ਿਸ਼ ਕਰੋ ਕਿ ਸਾਡਾ ਜਿਹੜਾ ਕੰਮ ਹੈ ਪ੍ਰੋਪਰ ਤਰੀਕੇ ਨਾਲ ਸਾਫ਼ ਸੰਤੁਸ਼ਟੀ ਤਰੀਕੇ ਨਾਲ ਹੋਵੇ, ਔਰ ਪਲੱਸ ਪਾਰਦਰਸ਼ਤਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੰਮ ਦੇ ਵਿੱਚ ਕੀ ਚੀਜ਼ ਕਰਕੇ ਸਾਨੂੰ ਦਿੱਤਾ ਹੈਗਾ ਉਹਨਾਂ ਨੇ। ਸੀਕ ਫਰਦਰ ਇੰਪਰੂਵਮੈਂਟ, ਹਮੇਸ਼ਾ ਕੋਸ਼ਿਸ਼ ਕਰੋ ਕਿ ਫਰਦਰ ਇੰਪਰੂਵਮੈਂਟ ਲਈ ਹਮੇਸ਼ਾ ਦੇਖੋ। ਜਿਹੜੀਆਂ ਬੈਸਟ ਕੰਪਨੀਆਂ ਹੋਣਗੀਆਂ ਹਮੇਸ਼ਾ ਉਹ ਕੀ ਕਰਦੇ ਨੇ, ਤੁਹਾਨੂੰ ਜਦੋਂ ਸਰਵਿਸ ਹੋ ਜੂਗੀ ਨਾ, ਅੱਜ ਦੇ ਟਾਈਮ 'ਚ ਉਹਨਾਂ ਪਤਾ ਕੀ ਕਰਤਾ ਵੀ OTP ਸਿਸਟਮ ਰੱਖ ਲਿਆ। ਜਦੋਂ ਕੋਈ ਇੰਪਲੋਈ ਤੁਹਾਡੇ ਕੋਲ ਆਊਗਾ ਸਰਵਿਸ ਕਰਨ ਲਈ, ਜਦੋਂ ਤੁਹਾਡਾ ਕੰਮ ਕੰਪਲੀਟ ਹੋ ਗਿਆ, ਉਹਨਾਂ ਤੁਹਾਨੂੰ ਮੈਸੇਜ ਲਿਖਿਆ ਹੁੰਦਾ ਵੀ ਜਦੋਂ ਤੁਹਾਡਾ ਕੰਮ ਕੰਪਲੀਟ ਹੋ ਗਿਆ, ਅਗਰ ਤੁਸੀਂ ਸੈਟੀਸਫਾਈਡ ਹੋ ਤਾਂ ਉਹਨੂੰ OTP ਦੇ ਦਿਓ। ਇੰਪਲੋਈ ਨੂੰ ਉਹਦਾ ਬੈਨੀਫਿਟ ਮਿਲੂਗਾ ਵੀ ਹਾਂ ਪ੍ਰੋਪਰ ਤਰੀਕੇ ਨਾਲ ਕੰਮ ਕਰਕੇ ਆਇਆ। ਅਗਰ ਤੁਸੀਂ ਉਹਨੂੰ OTP ਨਹੀਂ ਪ੍ਰੋਵਾਈਡ ਕਰ ਰਹੇ, ਉਹ ਸਮਝਣਗੇ ਤੁਹਾਡੀ ਸਰਵਿਸ ਹਾਲੇ ਕੰਪਲੀਟ ਨਹੀਂ ਹੋਏਗੀ, ਮੀਨ ਤੁਸੀਂ ਸੈਟੀਸਫਾਈਡ ਨਹੀਂ ਹੋ। ਤਾਂ ਇਹ ਸੀਕੁਐਂਸ ਹਮੇਸ਼ਾ ਕੰਪਨੀ ਵਿੱਚ ਸੈਟਅਪ ਹੋਣ ਲੱਗੇ, ਮੀਨਸ ਕੰਪਨੀ ਆਪਣੇ ਅਕੋਰਡਿੰਗ ਆਪਣੇ ਕੰਮ ਨੂੰ ਜਿਵੇਂ ਮਰਜ਼ੀ ਸੈਟਅਪ ਕਰਨ ਲਈ ਚੀਜ਼ਾਂ ਦੇਖ ਸਕਦੀ, ਮੀਨਸ ਅਸਾਈਨ ਕਰ ਸਕਦੀ ਕੰਮ ਲਈ। ਕੁਝ ਕੰਪਨੀਆਂ ਕਹਿੰਦਾ ਗ੍ਰਾਫਿਕ ਬੇਸ ਤੇ ਵੀ ਚੱਲਦੀਆਂ ਜਾਂ ਸਕੀਮ ਬੇਸ ਤੇ ਵੀ ਚੱਲਦੀਆਂ, ਲੇਕਿਨ ਮੋਸਟਲੀ ਗ੍ਰਾਫਿਕ ਬੇਸ ਤਾਂ ਛੱਡੋ, ਲੀਵ ਗ੍ਰਾਫਿਕ ਬੇਸ ਸਾਨੂੰ ਲੋੜ ਨਹੀਂ। ਗ੍ਰਾਫਿਕ ਬੇਸ ਕੀ ਗ੍ਰਾਫ ਰੈਡੀ ਕਰ ਦੇਣੇ ਹੁੰਦੇ ਨੇ ਵੀ ਆਪਣਾ ਇੱਕ ਸਰਵਿਸ ਤੋਂ ਸਟੇਸ਼ਨ ਤੇ ਇਦਾਂ ਕੰਮ ਹੋਊਗਾ, ਦੂਜੇ ਸਰਵਿਸ ਸਟੇਸ਼ਨ ਇਦਾਂ ਕੰਮ ਕਰੂਗਾ। ਗ੍ਰਾਫ ਨਾਲ ਮੋਸਟਲੀ ਪ੍ਰੈਕਟੀਕਲ ਕੰਮ ਹੀ ਜ਼ਿਆਦਾ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਤਾਂ ਪ੍ਰੋਸੈਸ ਲੇਆਊਟ, ਲੇਕਿਨ ਉਹਨਾਂ ਨੇ ਅੱਗੇ ਰਿਪੀਟ ਦੇ ਵਿੱਚ ਕਰਤਾ। ਜਿੱਥੇ ਕਹਿੰਦਾ ਅਸੀਂ ਪ੍ਰੋਡਕਟ ਦੇ ਲੇਆਊਟ ਕਰਦੇ ਸਾਨੂੰ ਕੁਝ ਕਹਿੰਦਾ ਲਿਮਿਟੇਸ਼ਨ ਤਾਂ ਹੁੰਦੀ ਨਹੀਂ। ਲਿਮਿਟੇਸ਼ਨ ਕੀ ਹੋਣਗੀਆਂ, ਸਾਡੀ ਕੋਸਟ ਵੱਧਦੀ ਹੈਗੀ ਹੈ, ਮੇਨਟੇਨੈਂਸ ਕੋਸਟ ਹੋ ਜਾਂਦੀ ਜ਼ਿਆਦਾ, ਸਾਡੀ ਇਨਵੈਂਟਰੀ ਕੋਸਟ ਜ਼ਿਆਦਾ ਹੋ ਜਾਂਦੀ, ਕਿਉਂਕਿ ਪ੍ਰੋਡਕਟ ਸਾਡੇ ਇੱਕ ਵਾਰੀ ਪ੍ਰੋਡਕਟ ਬਣ ਗਿਆ, ਉਹਦਾ ਰॉ ਮਟੀਰੀਅਲ ਤਾਂ ਦੁਬਾਰਾ ਬਾਹਰ ਵੀ ਜਾਂਦਾ ਹੈਗਾ ਜਦੋਂ ਰਿਪੀਟ ਹੋਊਗਾ, ਮੀਨਸ ਉਹਨੂੰ ਪ੍ਰੋਡਕਟ ਨੂੰ ਸਹੀ ਕਰਨਾ ਹੈਗਾ। ਇਨਵੈਂਟਰੀ ਕੋਸਟ ਵੱਧਦੀ ਹੈ, ਟਾਈਮ ਜ਼ਿਆਦਾ ਲੱਗਦਾ ਹੈਗਾ, ਸਾਡੇ ਕੋਲ ਸਕਿਲਡ ਲੇਬਰ ਚਾਹੀਦੀ ਹੈ, ਉਹਦੀ ਸਾਨੂੰ ਕੋਸਟ ਲੱਗਦੀ ਹੈਗੀ ਹੈ। ਤਾਂ ਇਹਨਾਂ ਲਿਖਿਆ ਹੈਗਾ ਸਾਡੇ ਕੋਲ ਕਹਿੰਦਾ ਪ੍ਰੋਡਕਟ ਦੀ ਵੈਰਾਈਟੀ ਕਹਿੰਦਾ ਲਿਮਿਟਡ ਹੁੰਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਪ੍ਰੋਡਕਟ ਸਾਡਾ ਵੈਰਾਈਟੀ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਚੇਂਜ ਕਰ ਦੇਵਾਂਗੇ, ਅਸੀਂ ਉਨੀ ਪ੍ਰੋਡਕਸ਼ਨ ਕਰੀ ਹੁੰਦੀ ਜਿੰਨੀ ਸਾਨੂੰ ਲੋੜ ਹੈ। ਬਾਅਦ ਦੇ ਵੀ ਜਿਹੜੀ ਸਾਡੇ ਉੱਪਰ ਬਰਡਨ ਪੈਂਦਾ ਹੈ ਉਹ ਕੋਸਟ ਸਾਡੀ ਵੱਧਦੀ ਹੀ ਹੈਗੀ ਨਾ, ਜਦੋਂ ਅਸੀਂ ਪ੍ਰੋਡਕਟ ਨੂੰ ਵਾਰ-ਵਾਰ ਸਹੀ ਕਰਨਾ ਹੈ। ਅਗਰ ਪਹਿਲਾਂ ਹੀ ਕੁਆਲਿਟੀ ਪ੍ਰੋਪਰ ਤਰੀਕੇ ਨਾਲ ਚੈੱਕ ਕਰੀ ਹੋਊਗੀ ਤਾਂ ਮੇ ਵੀ ਸਾਡੀਆਂ ਇੰਨੀ ਪ੍ਰੋਬਲਮਸ ਨਹੀਂ ਆਉਂਦੀਆਂ ਹੈਗੀਆਂ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਨਿਕਲ ਕੇ ਆ ਰਿਹਾ ਲਾਸਟ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆ ਰਿਹਾ ਫਿਕਸਡ ਪੋਜੀਸ਼ਨ ਲੇਆਊਟ। ਫਿਕਸਡ ਪੋਜੀਸ਼ਨ ਲੇਆਊਟ ਦਾ ਮਤਲਬ ਹੁੰਦਾ ਜਦੋਂ ਕਿਸੇ ਬੰਦੇ ਨੂੰ ਇੱਕ ਫਿਕਸ ਪੋਜੀਸ਼ਨ ਦੇ ਉੱਪਰ ਰੱਖ ਦਿੰਦਾ, ਉਹਦਾ ਲੇਆਊਟ ਦਾ ਮਤਲਬ ਹੁੰਦਾ ਉਹਨੂੰ ਉਹਦੇ ਕੰਮ ਦੀ ਡਿਫਾਈਨ ਦੇਣਾ। ਐਗਜ਼ਾਮਪਲ ਕੋਈ ਪਰਸਨ ਸਕਿੱਲ ਪਰਸਨ ਹੈ, ਉਹਨੂੰ ਇੱਕ ਮਸ਼ੀਨ ਦੇ ਉੱਪਰ ਰੱਖਤਾ, ਅਸੀਂ ਉਹਦੀ ਜ਼ਿੰਮੇਵਾਰੀ ਉਹਨੂੰ ਸੈਟਅਪ ਕਰ ਦਿੰਦੇ ਹਾਂ, ਉਹਦੀ ਫਿਕਸ ਪੋਜੀਸ਼ਨ ਹੀ ਹੋਗੀ। ਹੁਣ ਕੋਈ ਪਰਸਨ ਕੰਪਨੀ ਦੇ ਵਿੱਚ ਮੈਨੇਜਰ ਆਇਆ,
ਅਸੀਂ ਮੈਨੇਜਰ ਦੀ ਜ਼ਿੰਮੇਵਾਰੀ ਪਹਿਲਾਂ ਸੈਟਅਪ ਕਰ ਦਾਂਗੇ। ਮੈਨੇਜਰ ਹੁਣ ਮੰਨ ਲਓ ਪ੍ਰੋਡਕਸ਼ਨ ਦੇ ਵਿੱਚ ਹੈ ਤਾਂ ਉਹਦੀ ਪ੍ਰੋਡਕਸ਼ਨ ਦੇ ਵਿੱਚ ਕੀ ਜ਼ਿੰਮੇਵਾਰੀਆਂ ਨੇ, ਉਹ ਅਸੀਂ ਫਿਕਸ ਪੋਜੀਸ਼ਨ ਲੇਆਊਟ ਕਹਿੰਦੇ ਆ ਵੀ ਉਹ ਤੁਸੀਂ ਕਿਸ ਤਰ੍ਹਾਂ ਕੰਮ ਕਰਨਾ ਹੈ, ਤੁਹਾਨੂੰ ਕਿਹੜਾ ਰੂਮ ਮਿਲੂਗਾ, ਕਿਹੜਾ ਡਿਪਾਰਟਮੈਂਟ ਤੁਸੀਂ ਹੈਂਡਲ ਕਰੋਗੇ ਔਰ ਕਿੱਦਾਂ ਤੁਸੀਂ ਪ੍ਰੋਡਕਸ਼ਨ ਦੀ ਰਿਪੋਰਟ ਸੈਟਅਪ ਕਰਨੀ ਹੈ, ਇਹ ਤੁਹਾਡੀ ਫਿਕਸ ਲੇਆਊਟ ਹੋ ਜਾਂਦੀ ਹੈ। ਇਹ ਹਰੇਕ ਕੰਪਨੀ ਦੀ ਜ਼ਿੰਮੇਵਾਰੀ ਜ਼ਰੂਰ ਹੁੰਦੀ ਹੈ। ਉਸ ਤੋਂ ਬਾਅਦ ਕਹਿੰਦਾ ਗਰੁੱਪ ਲੇਆਊਟ ਜਾਂ ਫਿਰ ਸੈਲੂਲਰ ਗਰੁੱਪ ਦੇ ਵਿੱਚ ਕੀ ਹੁੰਦਾ, ਜਦੋਂ ਤੁਹਾਡੇ ਕੋਲ ਕੋਈ ਮੈਨੇਜਰ ਪਰਸਨਸ ਹੈ ਉਹਨੇ ਤੁਹਾਡੇ ਨਾਲ ਕੁਝ ਮੈਂਬਰ ਜੋੜਤੇ, ਉਹ ਤੁਸੀਂ ਗਰੁੱਪ ਦੇ ਵਿੱਚ ਕਿੱਦਾਂ ਕੰਮ ਕਰੋਗੇ, ਕਿਉਂਕਿ ਇੱਕ ਮੈਨੇਜਰ ਸਾਰੀ ਚੀਜ਼ਾਂ ਹੈਂਡਲ ਕਰੂ ਨਹੀਂ, ਅਸਿਸਟੈਂਟ ਮੈਨੇਜਰ ਜਾਂ ਫਿਰ ਉਹਦੇ ਨੀਚੇ ਸੁਪਰਵਾਈਜ਼ਰਸ, ਉਹ ਗਰੁੱਪ ਦੇ ਵਿੱਚ ਆ ਗਿਆ। ਫਿਰ ਉਹ ਗਰੁੱਪ ਇੱਕ ਦੂਜੇ ਨਾਲ ਕਿਵੇਂ ਕੰਮ ਕਰਨਗੇ, ਮੀਨਸ ਕਿ ਸਟੇਸ਼ਨ ਤੇ ਬੈਠ ਕੇ ਉਹ ਮੀਟਿੰਗ ਕਰਨਗੇ, ਕਿੱਥੇ ਬੈਠ ਕੇ ਉਹ ਮੀਟਿੰਗ ਨੂੰ ਅੱਗੇ ਫੋਲੋ ਕਰਵਾਉਣਗੇ, ਕਿੱਦਾਂ ਐਮਪਲੋਈ ਆਪਣੇ ਨਾਲ ਜੋੜਨਗੇ, ਉਹਨੂੰ ਅਸੀਂ ਗਰੁੱਪ ਲੇਆਊਟ। ਐਗਜ਼ਾਮਪਲ ਲਈਏ ਨੈਟਵਰਕਿੰਗ ਬਿਜ਼ਨਸ, ਸਮਝ ਹੈ ਨਾ, 1 ਤੋਂ 2, 2 ਤੋਂ 6 ਹੋ ਜਾਣਾ, 6 ਤੋਂ 12 ਹੋ ਜਾਣਾ, ਉਹ ਕੀ ਹੁੰਦਾ ਗਰੁੱਪ ਲੇਆਊਟ ਹੀ ਹੁੰਦਾ। ਜਿਹੜੇ ਪਰਸਨ ਜਿਹਦੇ ਨਾਲ ਜੁੜੇ ਹੋਏ ਨੇ ਉਹਨੂੰ ਹੀ ਰਿਪੋਰਟ ਕਰਦੇ ਨੇ। ਉਹ ਰਿਪੋਰਟ ਕਰਨ ਦਾ ਕੀ ਮਤਲਬ, ਇੱਕ ਦੂਜੇ ਦਾ ਦਿਮਾਗ ਹੀ ਉਹਦੇ ਵਿੱਚ ਬਰਡਨ ਦੇ ਵਿੱਚ ਰਹਿੰਦਾ, ਲੇਕਿਨ ਉਹ ਅਗਰ ਉਹ ਲੇਆਊਟ ਉਹਦੇ ਵਿੱਚ ਨਾ ਹੁੰਦਾ, ਉਹਨੂੰ ਕਹਿੰਦੇ ਵੀ ਐਵੇਂ ਜੋੜੀ ਜੁੜੇ ਪਰਸਨ, ਫਿਰ ਜਿਹੜਾ ਟੌਪ ਤੇ ਬੰਦਾ ਬੈਠਾ ਉਹ ਅੱਗੇ ਹੁੰਦਾ, ਪਿਛਲੇ ਬੰਦੇ ਪਿੱਛੇ ਰਹਿ ਜਾਂਦੇ। ਉਹ ਗਰੁੱਪ ਦੇ ਵਿੱਚ ਹੁੰਦਾ, ਹਰੇਕ ਬੰਦੇ ਨਾਲ ਕੁਝ ਨਾ ਕੁਝ ਬੰਦੇ ਹੁੰਦੇ ਨੇ, ਹਰੇਕ ਬੰਦਾ ਇੱਕ ਦੂਜੇ ਨੂੰ ਜ਼ਿੰਮੇਵਾਰੀ ਦਿੰਦਾ ਰਹਿੰਦਾ ਹੈਗਾ। ਅਸੀਂ ਉਹ ਬਿਜ਼ਨਸ ਨੂੰ ਵੀ ਲੈ ਸਕਦੇ ਹਾਂ ਇਹਦੇ ਵਿੱਚ ਗਰੁੱਪ ਲੇਆਊਟ। ਕੰਮ ਤਾਂ ਉਹੀ ਹੁੰਦਾ ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿਖਾਇਆ ਹੋਇਆ ਗਰੁੱਪ ਦੇ ਵਿੱਚ, ਪਹਿਲਾਂ ਇੱਕ ਪਰਸਨ ਏ ਹੋ ਗਿਆ, ਇਹ ਤੋਂ ਅੱਗੇ ABB ਹੋ ਗਿਆ, ਫਿਰ CDD ਹੋ ਗਿਆ, ਫਿਰ CDE ਹੋ ਗਿਆ, ਇਹ ਕੀ ਹੋ ਗਿਆ, ਨੈਟਵਰਕਿੰਗ ਹੀ ਹੋ ਗਈ ਇੱਕ ਤਰ੍ਹਾਂ ਦੀ। ਮੀਨਸ ਕਿਹੜਾ ਬੰਦਾ ਕਿਹਨੂੰ ਰਿਪੋਰਟਿੰਗ ਕਰ ਰਿਹਾ ਹੈਗਾ, ਉਹ ਗਰੁੱਪ ਲੇਆਊਟ ਹੋ ਜਾਂਦਾ ਹੈ। ਫਿਰ ਹੈਗਾ ਕੰਬੀਨੇਸ਼ਨ ਲੇਆਊਟ। ਕੰਬੀਨੇਸ਼ਨ ਲੇਆਊਟ ਦਾ ਮਤਲਬ ਹੁੰਦਾ ਜਦੋਂ ਅਸੀਂ ਮਿਕਸਡ ਮਾਡਲ ਲੈ ਕੇ ਚੱਲਦੇ ਹਾਂ, ਸਾਰੇ ਕੰਮ ਨੂੰ ਮੇਨਟੇਨ ਕਰਦੇ ਹਾਂ, ਟੌਪ ਲੈਵਲ, ਮਿਡਲ ਲੈਵਲ, ਲੋ ਲੈਵਲ, ਉਦੋਂ ਮੇਨਟੇਨ ਕਰਦੇ ਹਾਂ, ਕੰਬੀਨੇਸ਼ਨ ਲੇਆਊਟ ਕਹਿੰਦੇ ਹੈਗੇ ਵੀ ਹਰੇਕ ਡਿਪਾਰਟਮੈਂਟ ਦੂਸਰੇ ਡਿਪਾਰਟਮੈਂਟ ਨਾਲ ਜੁੜਿਆ ਹੁੰਦਾ ਹੈ, ਉਹਦਾ ਕੰਮ ਉਸੇ ਤਰੀਕੇ ਨਾਲ ਸੋਲਵ ਹੁੰਦਾ ਚੱਲਣਾ, ਉਹਨੂੰ ਅਸੀਂ ਕੰਬੀਨੇਸ਼ਨ ਲੇਆਊਟ ਕਹਿੰਦੇ ਹਾਂ। ਹਰੇਕ ਬੰਦੇ ਦੀ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਪ੍ਰੋਪਰ ਤਰੀਕੇ ਨਾਲ ਸੈਟਅਪ ਕਰੀ ਹੁੰਦੀ ਹੈ। ਉਸ ਤੋਂ ਇਲਾਵਾ ਇਹਨਾਂ ਨੇ ਕੁਝ ਹੋਰ ਵੀ ਲੇਆਊਟ ਲਿਖੇ ਨੇ, ਜਿਵੇਂ ਸਭ ਤੋਂ ਪਹਿਲਾਂ ਵੇਅਰ ਹਾਊਸ ਕਿਹੜੇ ਹੁੰਦੇ ਨੇ, ਜਿੱਥੇ ਕੰਪਨੀ ਆਪਣਾ ਸਟੋਰ ਜੋ ਪ੍ਰੋਡਕਟ ਜੋ ਹੈ ਬਣੇ ਹੋਏ ਜਿਹੜੇ ਫਿਨਿਸ਼ ਗੁੱਡਸ ਹੁੰਦੇ ਨੇ ਉੱਥੇ ਸਾਂਭ ਕੇ ਰੱਖੇ ਹੋਏ ਨੇ, ਉੱਥੇ ਵੀ ਲੇਆਊਟ ਹੋਣਾ ਜ਼ਰੂਰੀ ਹੈ। ਪ੍ਰੋਡਕਟ ਦੀ ਲਾਈਨਿੰਗ ਹੋਣੀ ਚਾਹੀਦੀ ਹੈ, ਜਿਹੜਾ ਪ੍ਰੋਡਕਟ ਪ੍ਰੋਪਰ ਕੇਅਰ ਨਾਲ ਚਾਹੀਦਾ ਉਹਨੂੰ ਅਲੱਗ ਕੇਅਰ ਰੱਖਿਆ ਹੋਊਗਾ, ਕਿਉਂਕਿ ਇਹਦੇ ਵਿੱਚ ਇਹ ਸੈਟਅਪ ਹੋਣੇ ਜ਼ਰੂਰੀ ਨੇ। ਅਗਰ ਪ੍ਰੋਪਰ ਲੇਆਊਟ ਨਹੀਂ ਹੋਊਗਾ ਨਾ, ਕੋਈ ਕੰਪਨੀ ਦਾ ਸਮਾਨ ਖਰਾਬ ਵੀ ਹੋ ਸਕਦਾ ਹੈ, ਕਿਉਂਕਿ ਪ੍ਰੋਡਕਟ ਬਣਾ ਕੇ ਰੱਖਦੇ ਚਲੇ ਜਾਣਾ ਮੇ ਵੀ ਪ੍ਰੋਡਕਸ਼ਨ ਕੋਸਟ ਜ਼ਿਆਦਾ ਹੋ ਸਕਦੀ ਹੈ, ਸਾਡੀ ਬਲੋਕੇਜ ਆਫ ਐਸੈਟਸ ਹੋ ਸਕਦੀਆਂ ਨੇ। ਹੁਣ ਤੁਹਾਡਾ ਪ੍ਰੋਡਕਟ ਬਣੀ ਜਾ ਰਿਹਾ ਹੈ, ਤੁਸੀਂ ਸਟੋਰ ਕਰੀ ਜਾ ਰਹੇ ਹੋ, ਤੁਹਾਨੂੰ ਪਤਾ ਨਹੀਂ ਕੀ ਸੇਲ ਹੋ ਰਹੀ ਹੈ, ਇਹ ਚੀਜ਼ ਹੋਣੀ ਪ੍ਰੋਪਰ ਜ਼ਰੂਰੀ ਹੈ, ਉਹਦੀ ਮੇਨਟੇਨੈਂਸ ਕੋਸਟ ਵੀ ਹੋਣੀ ਜ਼ਰੂਰੀ ਹੈਗੀ ਹੈ। ਅਗਰ ਤੁਹਾਡਾ ਬਣਿਆ ਹੋਇਆ ਸਮਾਨ ਸੇਲ ਹੀ ਨਹੀਂ ਹੋਊਗਾ, ਨਵਾਂ ਸੇਲ ਹੋਈ ਜਾ ਰਿਹਾ ਤਾਂ ਮੇ ਵੀ ਤੁਹਾਨੂੰ ਪ੍ਰੋਡਕਸ਼ਨ ਕੋਸਟ ਜ਼ਿਆਦਾ ਹੋ ਸਕਦੀ ਹੈ, ਤੁਹਾਡੀ ਵੇਸਟੇਜ ਨਿਕਲ ਕੇ ਆ ਸਕਦੀ ਹੈ, ਤੇ ਇਹ ਪ੍ਰੋਪਰ ਲੇਆਊਟ ਹੋਣੀ ਵੀ ਜ਼ਰੂਰੀ ਹੈ। ਫਿਰ ਰਿਟੇਲ ਲੇਆਊਟ ਜਿੱਥੇ ਤੁਹਾਡਾ ਪ੍ਰੋਡਕਟ ਸੇਲ ਹੁੰਦਾ ਹੈ, ਇਹ ਵੀ ਤੁਹਾਡੇ ਲੇਆਊਟ ਜ਼ਰੂਰੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਡਿਸਟ੍ਰੀਬਿਊਟਰ ਪੁਆਇੰਟ ਜਾਂ ਫਿਰ ਰਿਟੇਲ ਸਟੋਰ ਕਿਹੜੇ ਹੈਗੇ ਨੇ। ਕੁਝ ਕੰਪਨੀਆਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਬਿਜ਼ਨਸ ਕਰ ਰਹੇ ਹਾਂ, ਸਿਰਫ ਉਹਨਾਂ ਰਿਟੇਲ ਆਊਟਸ ਬਾਹਰ ਲਾਏ ਹੋਏ ਨੇ, ਤੁਹਾਡੀ ਕੋਸਟ ਜ਼ਿਆਦਾ ਹੋਊਗੀ। ਕੰਪਨੀਆਂ ਆਪਣੇ ਬਿਜ਼ਨਸ ਦੇ ਅਕੋਰਡਿੰਗ ਹੀ, ਆਪਣੀ ਮੀਨਸ ਇਨਵੈਸਟਮੈਂਟ ਦੇ ਅਕੋਰਡਿੰਗ ਹੀ ਰਿਟੇਲ ਆਊਟਲੈਟਸ ਵੀ ਸੈਟਅਪ ਕਰਦੀਆਂ ਨੇ। ਇੱਕ ਉਹ ਹੀ ਦੇਖਦੇ ਨੇ ਵੀ ਸਾਨੂੰ ਕਿਸ ਏਰੀਆ ਦੇ ਵਿੱਚ ਸਮਾਨ ਭੇਜਣ ਤੇ ਫਾਇਦਾ ਜ਼ਿਆਦਾ ਹੋ ਸਕਦਾ, ਸਾਡੀ ਕੋਸਟ ਕਿੱਥੇ ਘੱਟ ਲੱਗ ਸਕਦੀ ਹੈ। ਜਿਵੇਂ ਮੈंने ਪਹਿਲੇ ਬੋਲਿਆ, ਤੁਹਾਡੇ ਜਿਵੇਂ 4th ਦੇ ਵਿੱਚ ਜਾ ਕੇ ਆਣਾ, 4th ਅਗਲੇ ਸਮੈਸਟਰ ਦੇ ਵਿੱਚ ਇੱਕ ਬੁੱਕ ਆਣੀ ਆਪਰੇਸ਼ਨ ਲੋ, ਉਹਦੇ ਵਿੱਚ ਪ੍ਰੋਡਕਸ਼ਨ ਕੋਸਟ ਦੇਖਦੇ ਨੇ ਸਾਡੀ ਕਿਵੇਂ ਘਟੂਗੀ, ਆਪਰੇਸ਼ਨ ਦੇਖਦੇ ਨੇ ਸਾਡੀ ਟਰਾਂਸਪੋਰਟੇਸ਼ਨ ਕੋਸਟ ਕਿਵੇਂ ਘਟੂਗੀ, ਮੇਨਟੇਨੈਂਸ ਕੋਸਟ ਕਿਵੇਂ ਘਟੂਗੀ, ਉਹ ਸਾਰੀ ਚੀਜ਼ਾਂ ਰਿਟੇਲ ਦੇ ਵਿੱਚ ਹਮੇਸ਼ਾ ਦੇਖੀਆਂ ਜਾਂਦੀਆਂ ਹੈਗੀਆਂ ਨੇ। ਇੱਕ ਹੈਗਾ ਆਫਿਸ ਲੇਆਊਟ ਹੋਣਾ ਵੀ ਪ੍ਰੋਪਰ ਜ਼ਰੂਰੀ ਹੈ ਹਰੇਕ ਕੰਪਨੀ ਦੇ ਵਿੱਚ, ਕਿਉਂਕਿ ਆਫਿਸ ਦੇ ਵਿੱਚ ਤੁਸੀਂ ਸਭ ਨੂੰ ਇੱਕ ਜਗ੍ਹਾ ਬਿਠਾ ਕੇ ਕਹੋਗੇ ਇੱਕ ਟੇਬਲ ਤੇ ਬੈਠ ਕੇ ਕੰਮ ਕਰ ਲਓ, ਨਹੀਂ ਹੋਣਾ। ਆਫਿਸ ਦੇ ਵਿੱਚ ਅਲੱਗ-ਅਲੱਗ ਕਾਊਂਟਰਸ ਹੁੰਦੇ ਨੇ, HR ਡਿਪਾਰਟਮੈਂਟ ਅਲੱਗ ਬਣੇ ਹੈ, ਪ੍ਰੋਡਕਸ਼ਨ ਡਿਪਾਰਟਮੈਂਟ ਅਲੱਗ ਬਣੇ ਹੈ, ਇਨਵੈਂਟਰੀ ਡਿਪਾਰਟਮੈਂਟ ਅਲੱਗ ਬਣੇ, ਹਰੇਕ ਬੰਦੇ ਅਲੱਗ-ਅਲੱਗ ਟੇਬਲ ਤੇ ਹੈਗੇ ਨੇ, ਉਹਨਾਂ ਦੇ ਅਲੱਗ-ਅਲੱਗ PC ਲੱਗੇ ਹੋਏ ਨੇ, ਇੱਕ ਕਿਹੜਾ ਬੰਦਾ ਕਿਹਨੂੰ ਰਿਪੋਰਟਿੰਗ ਕਰ ਰਿਹਾ ਉਹ ਵੀ ਉੱਥੇ ਈਜ਼ੀਲੀ ਬੇਸ ਨਾਲ ਸਭ ਕੁਝ ਬਣਿਆ ਹੁੰਦਾ ਹੈ। ਅਗਰ ਅਸੀਂ ਸਾਰੀਆਂ ਚੀਜ਼ਾਂ ਪ੍ਰੋਪਰ ਤਰੀਕੇ ਨਾਲ ਕਰਦੇ ਹਾਂ ਤਾਂ ਸਾਨੂੰ ਫਾਇਦੇ ਕੀ ਹੁੰਦੇ ਨੇ, ਜਿਹੜੇ ਅਸੀਂ ਫਾਇਦੇ ਪਹਿਲਾਂ ਪੜ੍ਹੇ ਨੇ। ਸਾਡੀ ਇੱਕ ਤਾਂ ਕੋਸਟ ਘੱਟ ਲੱਗਦੀ ਹੈ, ਪਾਰਦਰਸ਼ਤਾ ਨਾਲ ਕੰਮ ਹੋ ਜਾਂਦਾ ਹੈ, ਸਭ ਨੂੰ ਪ੍ਰੋਪਰ ਨੌਲੇਜ ਹੁੰਦੀ ਹੈ ਕੰਮ ਦੀ, ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈਗੀ, ਸਾਡੀ ਪ੍ਰੋਫਿਟ ਵੀ ਸਾਡਾ ਹੋ ਜਾਂਦਾ ਹੈਗਾ, ਸਾਨੂੰ ਫਾਇਦੇ ਨਿਕਲ ਕੇ ਆ ਜਾਂਦੇ ਨੇ, ਕਿਉਂਕਿ ਪ੍ਰੋਸੈਸ ਲੇਆਊਟ ਵਿੱਚ ਸਾਡੇ ਹਰੇਕ ਬੰਦੇ ਸੁਪਰਵਿਜ਼ਨ ਇਸ ਨਾਲ ਹੋ ਜਾਂਦੀ ਹੈ। ਅਸੀਂ ਆਪਣੇ ਕੰਮ ਦੇ ਕੰਟਰੋਲ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ, ਜੋ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਟਾਈਮ ਟੂ ਟਾਈਮ ਸੋਲਵ ਕਰ ਸਕਦੇ ਹਾਂ, ਅਗਰ ਕੰਪਨੀ ਅਗਰ ਪ੍ਰੋਪਰ ਤਰੀਕੇ ਨਾਲ ਲੇਆਊਟਸ ਕਰੇ ਹੋਣਗੇ ਤਾਂ। ਅਗਰ ਲੇਆਊਟ ਦੇ ਤਰੀਕੇ ਨਾਲ ਕੰਪਨੀ ਕੰਮ ਨਹੀਂ ਕਰਦੀਆਂ ਤਾਂ ਉੱਥੇ ਹਮੇਸ਼ਾ ਪ੍ਰੋਬਲਮਸ ਜ਼ਿਆਦਾ ਹੁੰਦੀਆਂ ਨੇ, ਵੇਸਟੇਜ ਜ਼ਿਆਦਾ ਹੁੰਦੀ ਹੈ, ਲੇਬਰ ਕੋਸਟ ਜ਼ਿਆਦਾ ਹੁੰਦੀ ਹੈਗੀ, ਪਲੱਸ ਕੰਟਰੋਲ ਕਰਨ ਦੇ ਵਿੱਚ ਐਕਸਪੈਂਸਿਵ ਵੀ ਜ਼ਿਆਦਾ ਹੁੰਦੇ ਨੇ, ਸਾਨੂੰ ਲੱਗ ਤੋਂ ਬੰਦੇ ਰੱਖਣੇ ਪੈਂਦੇ ਹੈਗੇ ਨੇ। ਠੀਕ ਹੈ, ਨੈਕਸਟ ਟੌਪਿਕ ਸ਼ਡਿਊਲ ਹੈਗਾ ਜੀ ਫੈਸਿਲਿਟੀ ਲੋਕੇਸ਼ਨ। ਫੈਸਿਲਿਟੀ ਦਾ ਮਤਲਬ ਹੁੰਦਾ ਵੀ ਕਹਿੰਦਾ ਵੇਅਰ ਵਿਲ ਬੀ ਦੀ ਪ੍ਰੋਡਕਸ਼ਨ ਹੈਪਨ, ਅਸੀਂ ਕਿੱਥੇ ਆਪਣਾ ਪ੍ਰੋਡਕਟ ਬਣਾਈਏ, ਉੱਥੇ ਸਾਨੂੰ ਕੀ ਫਾਇਦਾ ਹੋਊਗਾ ਜਾਂ ਕੀ ਨੁਕਸਾਨ ਹੋਊਗਾ। ਹਮੇਸ਼ਾ ਫੈਸਿਲਿਟੀ ਹੋਣੀ ਜ਼ਰੂਰੀ ਨੇ, ਕਿਉਂਕਿ ਤੁਸੀਂ ਜਿੱਥੇ ਵੀ ਕਹਿੰਦਾ ਆਪਣਾ ਪ੍ਰੋਡਕਸ਼ਨ ਕਰੋਗੇ, ਹਰੇਕ ਮੈਨੇਜਰ ਦੇ ਮਾਈਂਡ ਦੇ ਵਿੱਚ ਕੁਛ ਨਾ ਕੁਛ ਗੱਲਾਂ ਜ਼ਰੂਰ ਚੱਲਦੀਆਂ। ਹਮੇਸ਼ਾ ਮੈਨੇਜਰ ਇਹ ਸੋਚਦਾ ਵੀ ਮੈਂ ਪਲਾਂਟ ਕਿੱਥੇ ਲਗਾਵਾਂ, ਆਪਣਾ ਬਿਜ਼ਨਸ ਕਿੱਥੇ ਸੈਟਅਪ ਕਰਾਂ, ਕਿਉਂਕਿ ਉਹਨੂੰ ਲੋਕੇਸ਼ਨ ਹਮੇਸ਼ਾ ਮੈਟਰ ਕਰਦੀ ਹੈਗੀ। ਲੋਕੇਸ਼ਨ ਦੇ ਵਿੱਚ ਉਹਨੂੰ ਡਿਸੀਜਨ ਲੈਣੇ ਹੁੰਦੇ ਨੇ ਵੀ ਸਾਨੂੰ ਕਿਹੜੀਆਂ ਪ੍ਰੋਬਲਮਸ ਆ ਸਕਦੀਆਂ, ਜਾਂ ਸਾਨੂੰ ਕਿਹੜੇ ਫਾਇਦੇ ਹੋਣਗੇ,
ਹੁਣ ਕੋਈ ਇੱਦਾਂ ਜਗ੍ਹਾ ਤੇ ਪ੍ਰੋਡਕਸ਼ਨ ਸੀ ਪਲਾਂਟ ਲਗਾ ਲਈ ਜਿੱਥੇ ਕੋਈ ਪਰਸਨਲ ਲੇਬਰ ਨਹੀਂ ਆ ਸਕਦੀ, ਬਹੁਤ ਏਰੀਆ ਦਾ ਉੱਥੇ ਟਰਾਂਸਪੋਰਟੇਸ਼ਨ ਫੈਸਿਲਿਟੀ ਦੀ ਪ੍ਰੋਬਲਮ ਨੇ, ਮੀਨਸ ਪ੍ਰੋਪਰ ਸੜਕਾਂ ਨਹੀਂ ਹੈ, ਉਹ ਗੜਬੜ ਹੋ ਜਾਣੀ ਹੈ। ਤਾਂ ਹਮੇਸ਼ਾ ਜ਼ਰੂਰੀ ਹੁੰਦਾ ਹੈ ਕਿ ਫੈਸਿਲਿਟੀ ਲੋਕੇਸ਼ਨ ਦੇਖਣਾ, ਪਲੈਨਿੰਗ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਹਰੇਕ ਕੰਪਨੀ ਨੇ ਲਿਖਿਆ ਹੈ ਨੀਡ ਫॉर ਫੈਸਿਲਿਟੀ ਲੋਕੇਸ਼ਨ ਪਲੈਨਿੰਗ। ਹਰੇਕ ਕੰਪਨੀ ਨੂੰ ਕਹਿੰਦਾ ਬਿਜ਼ਨਸ ਸਟਾਰਟ ਕਰਨ ਲਈ ਫੈਸਿਲਿਟੀ ਲੋਕੇਸ਼ਨ ਦੇਖਣੀ ਪੈਂਦੀ ਹੈਗੀ ਹੈ। ਉਹਦੇ ਕੁਝ ਰੀਜ਼ਨਸ ਵੀ ਲਿਖੇ ਹੈਗੇ ਨੇ, ਕੋਸਟ ਆਫ ਅਵੇਲੇਬਿਲਿਟੀ ਆਫ ਦੀ ਲੇਬਰ, ਰੋ ਮਟੀਰੀਅਲ, ਸਪੋਰਟਿੰਗ ਰਿਸੋਰਸਿਸ ਆਫਨ ਚੇਂਜ। ਜਿਹੜੇ ਰਿਸੋਰਸਿਸ ਕਹਿੰਦਾ ਲਗਾਤਾਰ ਚੇਂਜ ਹੁੰਦੇ ਰਹਿੰਦੇ ਨੇ, ਐਗਜ਼ਾਮਪਲ ਜਿਹੜੀ ਲੇਬਰਸ ਹੈ, ਰੋ ਮਟੀਰੀਅਲ ਹੈ, ਹਮੇਸ਼ਾ ਚੇਂਜ ਹੁੰਦੇ ਰਹਿੰਦੇ, ਲਗਾਤਾਰ ਤੁਹਾਡੇ ਕੋਲ ਰਹਿਣਗੇ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਜਿਹੜੇ EMPLOYEES ਕੰਪਨੀ 'ਚ ਪੱਕੇ ਹੁੰਦੇ ਨੇ ਉਹ ਤਾਂ ਹੁੰਦਾ ਵੀ ਲੌਂਗ ਟਾਈਮ ਕੰਮ ਕਰਦੇ ਨੇ, ਹੋ ਸਕਦਾ ਚੇਂਜ ਕਰਕੇ ਦੂਜੀ ਜਗ੍ਹਾ ਤੇ ਬੈਸਟ ਮਿਲ ਵੀ ਜਾਂਦੇ ਨੇ। ਲੇਬਰਸ ਨੂੰ ਕੰਮ ਸਿਖਾ ਕੇ ਉਹ ਦੁਬਾਰਾ ਚੇਂਜ ਕਰ ਦੇਣ, ਇਹ ਚੇਂਜ ਹੁੰਦੇ ਰਹਿੰਦੇ ਨੇ। ਸਾਡੇ ਕੋਲ ਏਰੀਆ ਉੱਦਾਂ ਦਾ ਹੋਣਾ ਚਾਹੀਦਾ ਜਿੱਥੇ ਸਾਡੇ ਕੋਲ ਲੇਬਰ ਜ਼ਿਆਦਾ ਹੋਵੇ, ਲੇਬਰ ਈਜ਼ੀਲੀ ਬਿਜ਼ਨਸ ਸਾਡੀ ਕੰਪਨੀ 'ਚ ਆ ਸਕੇ। ਓਵਰ ਏਰੀਆ 'ਚ ਪਲਾਂਟ ਹੋਣਾ ਜ਼ਰੂਰੀ ਹੈ। ਰੋ ਮਟੀਰੀਅਲ ਵੀ ਈਜ਼ੀਲੀ ਬਿਜ਼ਨਸ ਤੁਹਾਡੇ ਕੋਲ ਪਹੁੰਚ ਸਕੇ, ਉਹਦੇ ਲਈ ਫੈਸਿਲਿਟੀ ਲੋਕੇਸ਼ਨ ਜ਼ਰੂਰੀ ਹੈ। ਸੈਕਿੰਡ ਪੁਆਇੰਟ, ਪ੍ਰੋਡਕਟ ਮਾਰਕੀਟ ਚੇਂਜ, ਜੀਓਗ੍ਰਾਫੀਕਲ ਰੀਜਨ ਆਫ ਡਿਮਾਂਡ ਮੇ ਸ਼ਿਫਟ। ਕਹਿੰਦਾ ਹਰੇਕ ਏਰੀਆ ਦੇ ਵਿੱਚ ਪ੍ਰੋਡਕਟ ਵੀ ਸ਼ਿਫਟ ਹੁੰਦੇ ਰਹਿੰਦੇ ਨੇ, ਕਿਉਂਕਿ ਜੀਓਗ੍ਰਾਫੀਕਲ ਜਿਹੜੇ ਬੰਦੇ ਦੀ ਜਿਵੇਂ ਦੀ ਸੋਚ ਹੁੰਦੀ ਹੈ ਉਹ ਪਰਮਾਨੈਂਟ ਉਹ ਸੋਚ ਤਾਂ ਰਹਿੰਦੀ ਨਹੀਂ ਹੈ, ਚੇਂਜ ਹੁੰਦੇ ਨੇ। ਐਗਜ਼ਾਮਪਲ ਲਈ ਵੀ ਹੈ, ਮੈਨੀ ਇੰਟਰਨੈਸ਼ਨਲ ਕੰਪਨੀਜ਼ ਫਾਈਂਡ ਇਟ ਡਿਜ਼ਾਇਰੇਬਲ ਟੂ ਚੇਂਜ ਲੋਕੇਸ਼ਨ ਲਿਕੁਇਡਿਟੀ ਪ੍ਰੋਵਾਈਡ ਬੈਟਰ ਸਰਵਿਸ ਟੂ ਕਸਟਮਰ। ਜਿਹੜੀਆਂ ਜ਼ਿਆਦਾਤਰ ਇੰਟਰਨੈਸ਼ਨਲ ਕੰਪਨੀਜ਼ ਜਾਂ ਫਿਰ MNC ਕੰਪਨੀ ਨੇ ਉਹ ਆਪਣੀ ਲੋਕੇਸ਼ਨ ਚੇਂਜ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ, ਮੀਨਸ ਆਪਣੇ ਰਿਟੇਲ ਆਊਟਲੈਟਸ ਨਾ ਚੇਂਜ ਕਰ ਦਿੰਦੇ ਨੇ। ਇੱਕ ਏਰੀਆ 'ਚ ਖੁੱਲਿਆ ਸੀ ਉੱਥੇ ਪ੍ਰੋਪਰ ਨਹੀਂ ਚੱਲਦਾ, ਬੰਦ ਕਰਕੇ ਦੂਜੇ ਏਰੀਆ 'ਚ ਲਾਇਆ ਹੁੰਦਾ ਉਹਨਾਂ ਨੇ, ਕਦੀ ਇੱਥੇ ਸੀ ਕਦੀ ਉੱਥੇ, ਕਦੀ ਪਲਾਂਟ ਚੇਂਜ ਕਰ ਦਿੰਦੇ ਨੇ। ਉਹਨਾਂ ਨੇ ਹੁੰਦਾ ਕਿਉਂਕਿ ਸਾਡੇ ਪ੍ਰੋਡਕਟ ਦੀ ਚੁਆਇਸ ਇੱਕੋ ਹੀ ਏਰੀਆ 'ਚ ਸਾਡਾ ਪ੍ਰੋਡਕਟ ਵਿਕਦਾ ਰਹੂਗਾ ਅਸੀਂ ਕਹਿ ਨਹੀਂ ਸਕਦੇ, ਉੱਥੇ ਦਾ ਟੇਸਟ ਚੇਂਜ ਹੋ ਸਕਦਾ ਸਾਡੇ ਪ੍ਰੋਡਕਟ ਲਈ, ਸਾਨੂੰ ਆਪਣਾ ਏਰੀਆ ਦੂਜਾ ਵੀ ਫਾਈਂਡ ਕਰਨਾ ਪੈਂਦਾ ਹੈ। ਤੁਸੀਂ ਸ਼ਾਇਦ ਆਪਣੀ ਕੰਪਨੀਜ਼ ਵਗੈਰਾ ਦੇਖਿਆ ਹੀ ਹੋਊਗਾ ਜਿੱਥੇ ਵੀ ਪ੍ਰੋਡਕਟ ਇੱਕ ਏਰੀਆ ਦੇ ਵਿੱਚ ਸੇਲ ਨਹੀਂ ਹੁੰਦਾ, ਕਦੀ ਨਾ ਕਦੀ ਏਰੀਆ ਚੇਂਜ ਹੁੰਦੇ ਰਹਿੰਦੇ ਨੇ। ਤਾਂ ਉਹਨਾਂ ਨੂੰ ਪਹਿਲਾਂ ਤੋਂ ਪਲੈਨਿੰਗ ਕਰਨੀ ਪੈਂਦੀ ਹੈ ਵੀ ਸਾਡੀ ਪ੍ਰੋਡਕਟ ਕਿਸ ਏਰੀਆ ਦੇ ਵਿੱਚ ਜ਼ਿਆਦਾ ਸੇਲ ਹੋ, ਘੁੰਮ ਕੇ ਦੁਬਾਰਾ ਉਸ ਏਰੀਆ ਦੇ ਵਿੱਚ ਵੀ ਆਉਂਦੇ ਨੇ, ਉੱਥੇ ਨਵਾਂ ਪ੍ਰੋਡਕਟ ਉਤਾਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਫਾਇਦਾ ਦਿਖਦਾ ਹੁੰਦਾ ਵੀ ਅਸੀਂ ਹੁਣ ਇਸ ਏਰੀਆ ਦੇ ਇਹ ਵਾਲੇ ਲੋਕ ਤਾਂ ਇੱਥੋਂ ਆ ਚੁੱਕੇ ਨੇ, ਤਾਂ ਦੂਸਰਾ ਇਹ ਵਾਲਾ ਪ੍ਰੋਡਕਟ ਅਸੀਂ ਦੂਸਰੇ ਏਰੀਆ 'ਚ ਲੈ ਕੇ ਜਾਈਏ। ਕੰਪਨੀ ਮੇ ਸਪਲਿਟ ਮਰਜ ਐਕਵਾਇਰਡ ਬਾਈ ਨਿਊ ਓਨਰਸ ਮੇਕਿੰਗ ਫੈਸਿਲਿਟੀ ਰਿਟਨ। ਕਈ ਵਾਰ ਕੰਪਨੀ ਕਹਿੰਦਾ ਸਪਲਿਟ ਹੋ ਜਾਂਦੇ ਨੇ, ਚੱਲਦੇ ਜਾਂਦੀ ਕੰਪਨੀ ਅੱਧੇ ਦੀ ਹੋ ਜਾਂਦੀ, ਅੱਧੇ ਕੰਮ ਕੋਈ ਹੋਰ, ਅੱਧਾ ਕੰਮ ਹੋਰ ਕੋਈ ਅਲੱਗ-ਅਲੱਗ ਉਹਨਾਂ ਲਾ ਜਾਂਦੇ ਨੇ। ਜਿਵੇਂ ਫੈਮਿਲੀ 'ਚ ਕੋਈ ਮੰਨ ਲਓ ਪ੍ਰੋਬਲਮ ਆ ਗਈ, ਅੱਧੇ ਦੇ ਓਨਰ ਹੋ ਗਏ, ਜਾਂ ਫਿਰ ਕੋਈ ਕੰਪਨੀ ਕਿਸੇ ਨਾਲ ਅਕਵਾਇਰ ਹੋ ਜਾਂਦੀ, ਕੋਈ ਬਿਜ਼ਨਸ ਟੇਕ ਓਵਰ ਕਰ ਲੈਂਦੇ ਨੇ, ਉਹਨਾਂ ਨਾਲ ਮਿਲਾ ਲੈਣੀ ਆ, ਤਾਂ ਉਸ ਟਾਈਮ ਤੇ ਵੀ ਸਾਨੂੰ ਫੈਸਿਲਿਟੀ ਦੇਖਣੀ ਪੈਂਦੀ ਸਾਡੇ ਕੋਲ ਕੀ ਚੀਜ਼ ਅਵੇਲੇਬਿਲਿਟੀ ਹੈਗੀਆਂ ਕਿ ਨਹੀਂ ਹੈਗੀਆਂ। ਨਿਊ ਪ੍ਰੋਡਕਟ ਤੁਸੀਂ ਕਹਿੰਦੇ ਕੰਪਨੀ 'ਚ ਲੈ ਕੇ ਆਉਂਦੇ ਹੋ, ਵੀ ਨਵਾਂ ਪ੍ਰੋਡਕਟ ਕੰਪਨੀ ਨੇ ਬਣਾਉਣਾ ਹੈ, ਸਾਡੇ ਕੋਲ ਫੈਸਿਲਿਟੀ ਦੇਖਣੀ ਪੈਣਗੀ, ਸਾਡੇ ਕੋਲ ਰਿਸੋਰਸਿਸ ਹੋਣੇ ਚਾਹੀਦੇ ਨੇ, ਮੀਨਸ ਲੇਬਰ, ਲੈਂਡ, ਮਸ਼ੀਨਸ ਵਗੈਰਾ ਹੋਣੀ ਚਾਹੀਦੀਆਂ ਨੇ। ਇਹ ਚੀਜ਼ਾਂ ਸਾਨੂੰ ਹਮੇਸ਼ਾ ਫੈਸਿਲਿਟੀ ਦੇ ਵਿੱਚ ਹੀ ਆਉਂਦੀਆਂ ਨੇ ਚੀਜ਼ਾਂ। ਉਸ ਤੋਂ ਬਾਅਦ ਪੋਲੀਟੀਕਲ, ਇਕਨੋਮਿਕਲ ਜਾਂ ਫਿਰ ਲੀਗਲ ਰਿਕੁਆਇਰਮੈਂਟਸ, ਜਿਵੇਂ ਗਵਰਨਮੈਂਟ ਨੇ ਰੂਲ ਚੇਂਜ ਕਰਤੇ ਜਾਂ ਨਵੀਂ ਵੀ ਪਾਲਿਸੀਜ਼ ਆ ਗਈਆਂ, ਜਿਵੇਂ GST ਦੀ ਐਗਜ਼ਾਮਪਲ ਲੈ ਲਈ, GST ਫਾਰਮਸ ਨਵੇਂ ਆਉਂਦੇ ਰਹਿੰਦੇ ਨੇ, GST ਚੇਂਜਸ ਆਉਂਦੇ ਰਹਿੰਦੇ ਨੇ। ਸਾਡੇ ਕੋਲ ਉਦਾਂ ਦੀ ਫੈਸਿਲਿਟੀਜ਼ ਹੋਣੀ ਚਾਹੀਦੀ, ਮੀਨਸ ਸਾਡੇ ਕੋਲ ਸਟਾਫ ਹੋਣਾ ਚਾਹੀਦਾ, ਉਹਨੂੰ ਪ੍ਰੋਪਰ ਤਰੀਕੇ ਨਾਲ ਪਲੈਨਿੰਗ ਪਤਾ ਹੋਣੀ ਚਾਹੀਦੀ, ਉਹ ਕੰਮ ਕਿਵੇਂ ਕੰਪਲੀਟ ਹੋ ਸਕਦੇ। ਅਗਰ ਇਹ ਪ੍ਰੋਪਰ ਤਰੀਕੇ ਨਾਲ ਪਲੈਨਿੰਗ ਹੋਗੀ ਤਾਂ ਕਹਿੰਦਾ ਸਾਡੀ ਕੰਪਨੀ ਬੈਟਰ ਪ੍ਰੋਫਿਟ ਕਮਾ ਸਕਦੀ ਹੈ। ਹਰੇਕ ਕੰਪਨੀ ਨੂੰ ਕਹਿੰਦਾ ਫੈਸਿਲਿਟੀ ਲੋਕੇਸ਼ਨਸ ਜ਼ਰੂਰੀ ਹੁੰਦੀਆਂ ਨੇ। ਅਗਰ ਤੁਹਾਡੇ ਕੋਲ ਫੈਸਿਲਿਟੀਜ਼ ਪ੍ਰੋਪਰ ਤਰੀਕੇ ਨਾਲ ਹੋਣਗੀਆਂ ਤਾਂ ਤੁਸੀਂ ਮੇਨਟੇਨ ਕਰ ਸਕਦੇ ਹੋ ਬਿਜ਼ਨਸ ਨੂੰ। ਨੇਚਰ ਆਫ ਕਹਿੰਦਾ ਲੋਕੇਸ਼ਨ ਡਿਸੀਜਨ, ਸਾਡੇ ਕਹਿੰਦਾ ਜਿਹੜੇ ਡਿਸੀਜਨ ਹੋਣਗੇ ਉਹਦਾ ਨੇਚਰ ਕਿਵੇਂ ਹੁੰਦਾ, ਉਹ ਸਾਡੇ ਕਹਿੰਦਾ ਕੰਮ ਦੇ ਉੱਪਰ ਡਿਪੈਂਡ ਕਰਦਾ ਹੈ, ਸਾਡਾ ਕੰਮ ਕਿਵੇਂ ਦਾ ਹੋਊਗਾ, ਕਿਉਂਕਿ ਡਿਸੀਜਨ ਤੁਸੀਂ ਕਿਵੇਂ ਲਓਗੇ ਕੰਮ ਦੇ ਉੱਪਰ। ਹੁਣ ਮੇਰਾ ਕੋਈ ਛੋਟਾ ਜਿਹਾ ਕੰਮ ਬਿਜ਼ਨਸ ਹੈ, ਉਹ ਮੈਂ ਕਿਤੇ ਵੀ ਲਗਾ ਸਕਦਾ। ਹੁਣ ਮੇਰਾ ਬਿਜ਼ਨਸ ਕਾਫੀ ਬੜਾ ਹੈ ਤਾਂ ਮੈਨੂੰ ਉੱਥੇ ਉਵੇਂ ਦੇ ਡਿਸੀਜਨ ਲੈਣੇ ਪੈਣਗੇ, ਉਵੇਂ ਦੇ ਸਕਿੱਲ ਲੇਬਰ ਚਾਹੀਦੀ ਹੈਗੀ, ਉਵੇਂ ਦਾ ਸਟਾਫ ਚਾਹੀਦਾ ਹੈਗਾ। ਮੀਨਸ ਉਹ ਡਿਪੈਂਡ ਕਰਦਾ ਹੈਗਾ ਸਾਡੇ ਪ੍ਰੋਡਕਟ, ਸਾਡੇ ਨੇਚਰ ਆਫ ਬਿਜ਼ਨਸ, ਸਾਡੀ ਪ੍ਰੋਡਕਟ ਦੀ ਲਾਈਨ ਤੇ, ਜਾਂ ਫਿਰ ਸਾਡੇ ਨਾਲ ਜਿਹੜੇ ਪਰਸਨਸ ਕੰਮ ਕਰ ਰਹੇ ਹੈਗੇ ਨੇ, ਮੀਨਸ ਸਾਡੀ ਸੈਲਿੰਗ ਪ੍ਰਾਈਸ ਦੇ ਉੱਪਰ, ਉਹਨਾਂ ਉੱਪਰ ਡਿਪੈਂਡ ਹੁੰਦੇ ਨੇ ਸਾਡੇ ਡਿਸੀਜਨ। ਤੁਸੀਂ ਐਵੇਂ ਦਾ ਡਿਸੀਜਨ ਲਓਗੇ ਨਹੀਂ, ਕੋਈ ਇੱਕ ਪੁਆਇੰਟ ਦੇਖ ਕੇ ਕਦੀ ਵੀ ਡਿਸੀਜਨ ਨਹੀਂ ਲਿਆ ਜਾਂਦਾ। ਤੁਹਾਡੇ ਕੋਲ ਰਿਸੋਰਸਿਸ, ਤੁਹਾਡੀ ਮਾਰਕੀਟ ਸੇਲ, ਤੁਹਾਡੇ ਪਲਾਂਟ ਲੋਕੇਸ਼ਨ, ਤੁਹਾਡੇ ਕੋਲ ਪਲਾਂਟ ਦੇ ਏਰੀਆ ਜਾਂ ਫਿਰ ਲੇਬਰ ਕਿੰਨੀ ਹੈਗੀ ਤੁਹਾਡੇ ਕੋਲ ਰਿਸੋਰਸਿਸ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਅਸੀਂ ਕੋਈ ਡਿਸੀਜਨ ਲੈਣੇ ਹੈਗੇ ਆ। ਕਹਿੰਦਾ ਫੈਸਿਲਿਟੀਜ਼ ਕਿੰਨੇ ਪ੍ਰਕਾਰ ਦੀਆਂ ਉਹਨਾਂ ਲਿਖੀਆਂ ਹੈਗੀਆਂ ਨੇ, ਕਿਹੜੀ ਫੈਸਿਲਿਟੀਜ਼ ਹੁੰਦੀਆਂ। ਸਭ ਤੋਂ ਪਹਿਲਾਂ ਹੈਵੀ ਮੈਨੂਫੈਕਚਰਿੰਗ। ਹੈਵੀ ਮੈਨੂਫੈਕਚਰਿੰਗ ਕਿਹੜੀਆਂ ਕੰਪਨੀਜ਼ ਹੋਣਗੀਆਂ, ਜਿਵੇਂ ਕਿ ਤੁਹਾਡੇ ਕੋਲ ਆਟੋਮੋਬਾਈਲ ਪਲਾਂਟਸ ਨੇ, ਸਟੀਲ ਮਿਲਸ ਨੇ, ਜਾਂ ਫਿਰ ਆਇਲ ਰਿਫਾਈਨਰੀਜ਼ ਨੇ। ਇਹਨਾਂ ਦਾ ਬਿਜ਼ਨਸ ਅਸੀਂ ਕਿਤੇ ਇੱਕ ਜਗ੍ਹਾ ਤੇ ਤਾਂ ਨਹੀਂ ਕਹਿ ਸਕਦੇ, ਆਲ ਓਵਰ ਇੰਡੀਆ, ਆਲ ਓਵਰ ਵਰਲਡ ਦੇ ਵਿੱਚ ਵੀ ਚੱਲਦੇ ਹੈਗੇ ਨੇ। ਤਾਂ ਇਹਨਾਂ ਲਈ ਫੈਸਿਲਿਟੀਜ਼ ਉਹ ਵੀ ਨਹੀਂ ਚਾਹੀਦੀਆਂ, ਡਿਸੀਜ਼ਨ ਸਾਨੂੰ ਉੱਦਾਂ ਦੇ ਲੈਣੇ ਪੈਣਗੇ ਨੇ, ਕਿਉਂਕਿ ਸਾਡੇ ਕੋਲ ਸਰਵਿਸ ਸਟੇਸ਼ਨਸ, ਸਾਡੇ ਕੋਲ ਆਪਣੇ ਇਕਵਿਪਮੈਂਟ, ਟੂਲਸ, ਸਭ ਕੁਝ ਅਵੇਲੇਬਲ ਹੋਣਾ ਚਾਹੀਦਾ। ਸਾਡੇ ਕੋਲ ਆਪਣੇ ਸਟਾਫ, ਸਾਡੇ ਕੋਲ ਆਪਣੇ ਆਫਿਸ, ਸਭ ਕੁਝ ਅਵੇਲੇਬਲ ਹੋਣੇ ਚਾਹੀਦੇ ਨੇ। ਉਹਨਾਂ ਦੇ ਡਿਸੀਜ਼ਨ ਉਹਦੇ ਉੱਪਰ ਹੀ ਡਿਪੈਂਡ ਕਰਦੇ ਨੇ। ਦੂਜਾ ਲਾਈਟ ਇੰਡਸਟਰੀ। ਲਾਈਟ ਇੰਡਸਟਰੀ ਮੀਨ ਜਿਹੜੇ ਛੋਟੇ ਏਰੀਆ ਦੇ ਵਿੱਚ ਕੰਮ ਕਰਦੇ ਨੇ, ਛੋਟੀ ਇੰਡਸਟਰੀ। ਜਿਵੇਂ ਐਗਜ਼ਾਮਪਲ ਇਹਨਾਂ ਨੇ ਮੇਕਿੰਗ ਸਟੇਰੀਓ, TV, ਕੰਪਿਊਟਰ, ਟੂਲ, ਡਾਈ ਸ਼ॉप, ਜਾਂ ਫਿਰ ਫਾਰਮਾਸਿਊਟੀਕਲ ਫਾਰਮਸ।
ਇਹਨਾਂ ਦੇ ਆਪਣੇ ਆਪਣੇ ਏਰੀਆ ਡਿਸਾਈਡ ਹੁੰਦੇ ਨੇ। ਫਾਰਮਾਸਿਊਟੀਕਲ ਫਰਮਸ ਇਹ ਨਹੀਂ ਵੀ ਸਾਰੀਆਂ ਕੰਪਨੀ ਇੱਕੋ ਜਿਹੀਆਂ ਮੈਡੀਸਨ ਵੀ ਜੋ ਮੈਡੀਸਨ ਆ ਰਹੀ ਅਸੀਂ ਵੀ ਬਣਾ ਲਾਂਗੇ। ਹਰੇਕ ਕੰਪਨੀ ਆਪਣੀ ਅਲੱਗ-ਅਲੱਗ ਮੈਡੀਸਨ ਬਣਾਉਂਦੀ ਹੈ, ਕੁਛ ਨਾ ਕੁਛ ਉਹਦਾ ਚੇਂਜ ਹੁੰਦਾ ਹੈ। ਤਾਂ ਹਰੇਕ ਕੰਪਨੀਆਂ ਆਪਣੇ ਹਿਸਾਬ ਨਾਲ ਚੱਲਦੀਆਂ ਨੇ, ਆਪਣਾ ਏਰੀਆ ਉਹਨਾਂ ਨੇ ਡਿਸਾਈਡ ਕੀਤਾ ਹੁੰਦਾ ਵੀ ਅਸੀਂ ਇਸ ਏਰੀਆ 'ਚ ਸੇਲ ਕਰਾਂਗੇ, ਅਸੀਂ ਇਸ ਏਰੀਆ 'ਚ ਸੇਲ ਕਰਾਂਗੇ। ਦੂਜੀਆਂ ਕੰਪਨੀਆਂ ਵੀ ਉਹ ਏਰੀਆ ਸੇਲ ਕਰਦੀਆਂ, ਲੇਕਿਨ ਸਭ ਕੋਲ ਪੂਰੀ ਮਾਰਕੀਟ ਕਵਰ ਨਹੀਂ ਹੁੰਦੀ ਹੈਗੀ। ਹਰੇਕ ਬੰਦਾ ਆਪਣੇ ਅਕੋਰਡਿੰਗ ਚੱਲਦਾ ਹੈਗਾ। ਤਾਂ ਇਦਾਂ ਇੰਡਸਟਰੀ ਦੇ ਡਿਸੀਜਨ ਆਪਣੇ ਹਿਸਾਬ ਨਾਲ ਹੁੰਦੇ ਨੇ। ਵੇਅਰ ਹਾਊਸਿਸ ਐਂਡ ਡਿਸਟ੍ਰੀਬਿਊਸ਼ਨ ਸੈਂਟਰਸ, ਵੇਅਰ ਹਾਊਸਿਸ ਹਰੇਕ ਕੰਪਨੀ ਦੇ ਅਲੱਗ-ਅਲੱਗ ਹੁੰਦੇ ਨੇ। ਸਾਰੇ ਏਰੀਆ ਦੇ ਵਿੱਚ ਤਾਂ ਉਹਨਾਂ ਨੇ ਵੇਅਰ ਹਾਊਸਿਸ ਬਣਾਏ ਨਹੀਂ ਹੁੰਦੇ। ਉਹ ਦੇਖਦੇ ਨੇ ਜਿੱਥੇ ਸਾਡੀ ਪ੍ਰੋਡਕਸ਼ਨ ਪ੍ਰੋਪਰ ਨਾਲ ਸੇਲ ਹੋ ਰਹੀ ਹੈ, ਮੀਨਸ ਪ੍ਰੋਡਕਟ ਸੇਲ ਹੋਣਾ, ਉੱਥੇ ਅਸੀਂ ਵੇਅਰ ਹਾਊਸ ਸੈਟਅਪ ਕਰ ਲਾਂਗੇ। ਰਿਟੇਲ ਆਊਟ ਜਾਂ ਫਿਰ ਡਿਸਟ੍ਰੀਬਿਊਟ ਸੈਂਟਰ ਵੀ ਅਸੀਂ ਉੱਥੇ ਸੈਟਅਪ ਕਰਾਂਗੇ। ਕਈ ਵਾਰ ਅਸੀਂ ਚੇਂਜ ਵੀ ਕਰ ਲੈਂਦੇ ਹਾਂ। ਇੱਕ ਹੀ ਡਿਸਟ੍ਰੀਬਿਊਟਰ ਨੂੰ ਲਾਇਸੈਂਸ ਦਿੱਤਾ ਹੋਇਆ, ਅਸੀਂ ਉਹਨੂੰ ਚੇਂਜ ਵੀ ਕਰਾ ਲੈਂਦੇ ਹਾਂ। ਪ੍ਰੋਪਰ ਨਹੀਂ ਸੇਲ ਹੋ ਰਹੀ, ਚੇਂਜ ਹੋ ਜਾਂਦੀ। ਐਗਜ਼ਾਮਪਲ ਉਹਨੇ ਕਮਿਊਨੀਕੇਸ਼ਨ ਦੇਖ ਲਈਏ, ਕੋਈ ਏਰੀਆ ਡਿਸਟ੍ਰੀਬਿਊਟਰ ਬਣਾਇਆ, ਉਹ ਪ੍ਰੋਪਰ ਸੇਲ ਕਰ ਰਿਹਾ, ਚੱਲਦਾ ਰਹੂਗਾ। ਜਿੱਥੇ ਉਹ ਡਾਊਨ ਹੁੰਦਾ ਚਲਾ ਜਾਏਗਾ, ਉਹਨੂੰ ਵਾਰਨਿੰਗ ਦੇ ਦਿੰਦੇ ਨੇ ਵੀ ਅਗਰ ਕੰਮ ਨਹੀਂ ਕਰੋਗੇ ਤੁਹਾਡੀ ਜਗ੍ਹਾ ਕੋਈ ਹੋਰ ਪਰਸਨ ਆ ਜਾਊਗਾ, ਤਾਂ ਉਹ ਚੇਂਜ ਕਰ ਲੈਂਦੇ ਨੇ। ਰਿਟੇਲ ਐਂਡ ਸਰਵਿਸਿਜ਼, ਰਿਟੇਲ ਐਂਡ ਸਰਵਿਸਿਜ਼ ਹੁੰਦੇ ਸਾਡੀਆਂ, ਇਹ ਡਿਪੈਂਡ ਕਰਦਾ ਸਾਡੀ ਸਾਈਟ ਲੋਕੇਸ਼ਨ, ਸਾਈਟ ਦੀ ਪਲੈਨਿੰਗ, ਜਾਂ ਫਿਰ ਸਾਡੇ ਉਸ ਤੋਂ ਬਾਅਦ ਪਲੈਨਿੰਗ, ਜਾਂ ਫਿਰ ਸਾਡੇ ਕੋਲ ਵਰਕ ਸਟੇਸ਼ਨ ਡਿਜ਼ਾਈਨ। ਕਿਉਂਕਿ ਰਿਟੇਲ ਸਰਵਿਸ ਉਹ ਹੁੰਦੇ ਨੇ ਜਿਹੜੇ ਤੁਹਾਡੇ ਪ੍ਰੋਡਕਟ ਨੂੰ ਅੱਗੇ ਸਰਵਿਸਿਜ਼ ਦੇ ਵਿੱਚ ਦੇਣਗੇ। ਐਗਜ਼ਾਮਪਲ ਲਈਏ ਐਮਾਜ਼ਨ ਤੋਂ, ਜਿਵੇਂ ਐਗਜ਼ਾਮਪਲ ਲੈ ਲੈਂਦੇ, ਐਮਾਜ਼ਨ ਪ੍ਰੋਡਕਟ ਆਉਂਦੇ ਨੇ, ਐਮਾਜ਼ਨ ਤਾਂ ਕੰਪਨੀ ਹੈ, ਉਹਦੇ ਸਾਰੇ ਜਿੰਨੇ ਕੰਮ ਨੇ ਰਿਟੇਲ ਸਟੋਰ ਹੀ ਨੇ। ਜਿਹੜੀ ਕੰਪਨੀ ਉਹਨਾਂ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੇ ਡਿਜ਼ਾਈਨ ਪਲੱਸ ਕਿੱਦਾਂ ਦੀ ਕਰਦੇ ਨੇ ਕੰਪਨੀ। ਐਮਾਜ਼ਨ ਹਮੇਸ਼ਾ ਇਸ ਚੀਜ਼ ਨੂੰ ਚੈੱਕ ਕਰਦੀ ਹੈ ਮੈਂ ਜਿੱਥੋਂ ਮੈਂ ਸਮਾਨ ਲੈਣਾ ਉਹ ਕੰਪਨੀ ਦਾ ਕੋਈ ਨਾਮ ਹੈ ਜਾਂ ਕੋਈ ਪ੍ਰੋਪਰ ਤਰੀਕੇ ਨਾਲ ਪਲੈਨਿੰਗ ਹੈ ਜਾਂ ਨਹੀਂ ਹੈ। ਉਹਨਾਂ ਕੋਲ ਉਹ ਏਰੀਆ ਹੈ ਜਿੱਥੋਂ ਕੋਈ ਸਾਡਾ ਪਰਸਨ ਜਾ ਕੇ ਸਮਾਨ ਚੁੱਕ ਵੀ ਸਕੇ। ਇਦਾਂ ਦਾ ਨਾ ਹੋਵੇ ਨਾ ਵੀ ਕੋਈ ਇਦਾਂ ਦੀ ਬੈਕਵਰਡ ਏਰੀਆ ਦੇ ਵਿੱਚ ਜਾ ਕੇ ਕੰਪਨੀ ਲੱਗੀ ਹੋਈ ਹੈ, ਉੱਥੋਂ ਜਾ ਕੇ ਸਮਾਨ ਲੈ ਕੇ ਆਉਣਾ, ਉਹ ਸਾਡੀ ਕੋਸਟ ਜ਼ਿਆਦਾ ਪਵੇ, ਅਸੀਂ ਪਰਸਨ ਨੂੰ ਕਹੀ ਪਹਿਲਾਂ ਲੈ ਕੇ ਆਊਗਾ, ਫਿਰ ਛੱਡ ਕੇ ਆਊਗਾ, ਬਹੁਤ ਟਾਈਮ ਲੱਗ ਜਾਵੇ। ਤਾਂ ਇਹ ਚੀਜ਼ਾਂ ਹਮੇਸ਼ਾ ਮੈਟਰ ਕਰਦੀਆਂ ਨੇ ਰਿਟੇਲ ਸਟੋਰ ਦੇ ਵਿੱਚ, ਕਿਉਂਕਿ ਸਰਵਿਸ ਟਾਈਮ ਟੂ ਟਾਈਮ ਦੇਣੀ ਪੈਂਦੀ। ਸਾਨੂੰ ਕਹਿੰਦੇ ਹਮੇਸ਼ਾ ਪਹਿਲਾਂ ਜਦੋਂ ਵੀ ਪੁਆਇੰਟ ਕੁਝ ਵੀ ਆਣਗੇ, ਸਾਨੂੰ ਕਿਹੜੇ ਪੁਆਇੰਟਸ ਕਹਿੰਦਾ ਕਿਸ ਮੈਨਰ ਦੇ ਵਿੱਚ ਕੰਮ ਕਰਨਾ ਪੈਂਦਾ ਹੈ। ਸੈਟਿੰਗ ਦੀ ਮੋਰ ਗਲੋਬਲ ਇਸ਼ੂ ਫਰਸਟ, ਜਿਹੜੇ ਮੋਰ ਤੁਹਾਡੇ ਗਲੋਬਲ ਇਸ਼ੂ ਨੇ ਪਹਿਲਾਂ ਉਹਨਾਂ ਨੂੰ ਸੈੱਟ ਕਰੋ। ਮੀਨ ਸਾਡੇ ਤੋਂ ਜਿਹੜੇ ਦੂਰ ਦੇ ਏਰੀਆ ਦੇ ਵਿੱਚ ਹੋ ਗਏ ਤੁਹਾਡੇ ਇਸ਼ੂ ਆ ਰਹੇ ਨੇ, ਉਹਨਾਂ ਨੂੰ ਦੂਰ ਕਰੋ, ਤਾਂ ਤੁਹਾਡੇ ਕਹਿੰਦਾ ਪ੍ਰੋਪਰ ਤਰੀਕੇ ਨਾਲ ਫੈਸਿਲਿਟੀ ਲੋਕੇਸ਼ਨ ਹੋ ਸਕਦੀ ਹੈ। ਇਟ ਅਲਾਉ ਸਮੂਥ ਪ੍ਰੋਗਰੈਸ ਵਿਦਾਊਟ ਕੰਟੀਨਿਊ ਰਿਵਾਈਜ਼ਿੰਗ ਅਨਰਿਜ਼ੋਲਵਡ ਇਸ਼ੂਜ਼। ਕੋਸ਼ਿਸ਼ ਇਹ ਕਰੋ ਵੀ ਹਮੇਸ਼ਾ ਜਿਹੜਾ ਕੰਮ ਹੋਵੇ ਸਮੂਥ ਹੋਵੇ, ਪ੍ਰੋਪਰ ਤਰੀਕੇ ਨਾਲ ਪਲਾਨ ਹੋਵੇ। ਜਿਹੜੇ ਤੁਹਾਡੇ ਪਹਿਲਾਂ ਤੋਂ ਇਸ਼ੂ ਚੱਲੇ ਆ ਰਹੇ ਨੇ ਉਹ ਵਾਰ-ਵਾਰ ਆਈ ਜਾਣ, ਇਹ ਕਦੀ ਨਾ ਹੋਵੇ। ਕਦੀ ਤੁਹਾਨੂੰ ਕੋਈ ਇਸ਼ੂ ਆ ਰਿਹਾ, ਮੇਬੀ ਕਈ ਵਾਰ ਆ ਵੀ ਜਾਂਦਾ ਹੈ, ਅਸੀਂ ਇਗਨੋਰ ਕਰ ਲੈਂਦੇ ਹਾਂ ਕੰਮ ਦੇ ਵਿੱਚ ਵੀ, ਚੱਲ ਕੋਈ ਨਹੀਂ ਅਗਲੀ ਵਾਰ ਕਰ ਲਾਂਗੇ, ਮੇਬੀ ਚੱਲ ਜਾਊਗਾ, ਉਸ ਤੋਂ ਅਗਲੀ ਵਾਰ ਵੀ ਕਰ ਲਾਂਗੇ। ਲੇਕਿਨ ਲਗਾਤਾਰ ਕਹਿੰਦਾ ਉਹ ਇਸ਼ੂ ਚੱਲਦੇ ਰਹਿਣ, ਉਹਦਾ ਮਤਲਬ ਕੀ ਹੋਊਗਾ, ਤੁਹਾਡੀ ਸੇਲ ਦੇ ਵਿੱਚ ਡਾਊਨ ਆਉਣਾ ਸਟਾਰਟ ਹੋ ਜਾਊਗਾ। ਤਾਂ ਇਸ਼ੂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਕੰਮ ਜੋ ਹੈ ਸਮੂਥ ਹੋਵੇ। ਇਟ ਪ੍ਰੀਵੈਂਟਸ ਡਿਟੇਲ ਫਰੋਮ ਓਵਰ ਹੈਲਮਟਿੰਗ ਦੀ ਪ੍ਰੋਜੈਕਟ। ਕੋਸ਼ਿਸ਼ ਇਹ ਕਰੋ ਕਿ ਪ੍ਰੋਜੈਕਟ ਨੂੰ ਓਵਰ ਹੈਲਮਟਿੰਗ ਨਾ ਕਰੋ। ਪ੍ਰੋਜੈਕਟ ਨੂੰ ਈਜ਼ੀਲੀ ਬੇਸ ਨਾਲ ਸਿੰਪਲ ਤਰੀਕੇ ਨਾਲ ਸੋਲਵ ਕਰ ਲਓ। ਕਈ ਵਾਰ ਹੁੰਦੇ ਕੁਝ ਪੰਥੇ ਦਾ ਕੰਮ ਆਪਣੇ ਪ੍ਰੋਜੈਕਟ ਦੇ ਉੱਪਰ ਬਰਡਨ ਹੀ ਬਹੁਤ ਕਰਦੇ ਚਲੇ ਜਾਂਦੇ ਨੇ। ਪਹਿਲਾਂ ਉਹਨੇ ਗ੍ਰਾਫ ਬਣਾਇਆ ਵੀ ਸਿੱਧਾ ਕੰਮ ਕਰਾਂਗੇ, ਅੱਗੇ ਪਰਸਨ ਆਏ ਉਹਨਾਂ ਨੇ ਆਪਣੀ ਨੌਲੇਜ ਦੇਤੀ, ਉਹ ਕੰਮ ਉਦਾਂ ਸਟਾਰਟ ਹੋ ਗਿਆ। ਅੱਗੋਂ ਹੋਰ ਪਰਸਨ ਆਏ ਉਹਨਾਂ ਨੇ ਕੰਮ ਆਪਣੀ ਦੇਣਾ। ਤਾਂ ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿੰਦਾ ਆਪਣਾ ਡਿਮਾਂਡ ਸੁਪਰਵਿਜ਼ਨ ਅਲੱਗ ਪਰਸਨ ਨੂੰ ਸੁਣਨਾ ਚਾਹੀਦਾ, ਰਿਸਪੌਂਸਿਬਿਲਿਟੀ ਸੈੱਟ ਕਰੋ, ਕੰਮ ਕੰਪਲੀਟ ਕਰਵਾ ਲਓ। ਫੈਕਟਰ ਅਫੈਕਟਿੰਗ ਦੀ ਲੋਕੇਸ਼ਨ ਡਿਸੀਜਨ, ਕਿਹੜੇ ਫੈਕਟਰ ਨੇ ਕਹਿੰਦਾ ਤੁਹਾਡੀ ਲੋਕੇਸ਼ਨ ਡਿਸੀਜਨ ਨੂੰ ਅਫੈਕਟ ਕਰਦੇ ਨੇ। ਸਭ ਤੋਂ ਪਹਿਲਾਂ ਫੈਕਟਰ ਅਫੈਕਟਿੰਗ ਮੈਨੂਫੈਕਚਰਿੰਗ ਪ੍ਰੋਡਕਟਸ, ਜਿਹੜੀਆਂ ਕੰਪਨੀ ਮੈਨੂਫੈਕਚਰਿੰਗ ਪ੍ਰੋਡਕਟਸ ਨੇ ਉਹਨਾਂ ਨੂੰ ਕਿਹੜੇ ਫੈਕਟਰ ਅਫੈਕਟ ਕਰਨਗੇ। ਲੋਕੇਸ਼ਨ ਆਫ ਮਾਰਕੀਟ, ਕਿਉਂਕਿ ਸਾਡੇ ਕੋਲ ਅਗਰ ਮਾਰਕੀਟ ਪ੍ਰੋਪਰ ਤਰੀਕੇ ਨਾਲ ਹੋਊਗੀ, ਜਿੱਥੇ ਅਸੀਂ ਆਪਣਾ ਸਮਾਨ ਸੇਲ ਵੀ ਕਰ ਸਕਦੇ ਹਾਂ, ਜਿੱਥੇ ਆਪਣਾ ਸਮਾਨ ਖਰੀਦ ਵੀ ਸਕਦੇ ਹਾਂ, ਇਹ ਪ੍ਰੋਪਰ ਤਰੀਕੇ ਨਾਲ ਹੋਊਗੀ ਤਾਂ ਕੰਮ ਈਜ਼ੀਲੀ ਬਿਜ਼ਨਸ ਨਾਲ ਚੱਲਦਾ ਰਹੂਗਾ। ਅਗਰ ਕੋਈ ਕੰਪਨੀ ਬਹੁਤ ਜ਼ਿਆਦਾ ਦੂਰ ਹੈ, ਉਹਦੀਆਂ ਕੋਸਟ ਜ਼ਿਆਦਾ ਹੋਣਗੀਆਂ, ਕਿਉਂਕਿ ਤੁਹਾਡੇ ਕੋਲ ਰॉ ਮਟੀਰੀਅਲ ਟਾਈਮ ਨਾਲ ਨਹੀਂ ਆਣਾ ਹੈਗਾ। ਲਿਖਿਆ ਵੀ ਹੈ ਇਨਕਰੀਜ਼ਡ ਬਲਕ ਵੇਟ ਆਫ ਪ੍ਰੋਡਕਟ, ਸਾਡੇ ਕੋਲ ਕਹਿੰਦਾ ਪ੍ਰੋਡਕਟ ਤੇ ਬਲਕ ਜੋ ਹੈ ਜ਼ਿਆਦਾ ਹੋ ਸਕਦਾ ਕਈ ਵਾਰ, ਕਿਉਂਕਿ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਮਾਰਕੀਟ ਮੇਨਟੇਨ ਹੀ ਨਹੀਂ ਹੈ। ਸਾਡਾ ਸਮਾਨ ਕਿਤੇ ਸੇਲ ਹੋ ਰਿਹਾ ਸਾਨੂੰ ਪਤਾ ਹੀ ਨਹੀਂ ਹੈ, ਅਸੀਂ ਪ੍ਰੋਡਕਸ਼ਨ ਕਰਕੇ ਰੱਖੀ ਜਾ ਰਹੇ ਹਾਂ, ਸਾਡੀ ਕੋਸਟ ਵੱਧਦੀ ਚਲੀ ਜਾਊਗੀ। ਪ੍ਰੋਡਕਟ ਮੇ ਬੀ ਫ੍ਰੈਂਚਾਈਲ, ਪ੍ਰੋਡਕਟ ਮੇ ਬੀ ਫ੍ਰੈਂਚਾਈਲ ਮੀਨ ਦਾ ਅਸੀਂ ਕਹਿ ਸਕਦੇ ਹਾਂ ਪ੍ਰੋਡਕਟ ਸਾਡੇ ਸਪੋਇਲ ਵੀ ਹੋ ਸਕਦੇ ਨੇ। ਜਿਵੇਂ ਫ੍ਰੈਂਚਾਈਲ ਦਾ ਮਤਲਬ ਸਾਡੇ ਕੋਲ ਜ਼ਿਆਦਾ ਵੀ ਹੋ ਸਕਦੇ ਨੇ, ਸਾਡੇ ਸਪੋਇਲ ਵੀ ਹੋ ਸਕਦੇ ਨੇ ਅਗਰ ਸਾਡੀ ਪ੍ਰੋਪਰ ਮਾਰਕੀਟ ਨਹੀਂ ਹੋਊਗੀ। ਹਰੇਕ ਕੰਪਨੀ ਕੀ ਕਰਦੀ ਹੈ, ਆਪਣਾ ਪ੍ਰੋਡਕਟ ਉਹਨਾਂ ਹੀ ਮਾਰਕੀਟ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਅੱਜ ਦੇ ਟਾਈਮ ਦੇ ਵਿੱਚ ਹਮੇਸ਼ਾ ਮੇਕ ਟੂ ਆਰਡਰ ਤੇ ਚੱਲਦੇ ਨੇ, ਜਿਵੇਂ ਆਰਡਰ ਆਣਾ ਹੈ ਉਵੇਂ ਸਮਾਨ ਬਣਦਾ ਚਲਾ ਜਾਂਦਾ। ਉਹਨਾਂ ਨੂੰ ਪਤਾ ਸਾਡਾ ਆਰਡਰ ਰੈਗੂਲਰ ਇੰਨੇ ਟਾਈਮ ਤੇ ਆ ਰਿਹਾ, ਅਸੀਂ ਆਰਡਰ ਬਣਾ ਕੇ ਰੱਖੀ ਚੱਲਾਂਗੇ, ਮਾਰਕੀਟ ਚੋਂ ਸਮਾਨ ਜਾਂਦਾ ਚਲਾ ਜਾਊਗਾ। ਸਾਡੇ ਕੋਲ ਟ੍ਰਾਂਜ਼ਿਟ ਟਾਈਮ ਵੀ ਆ ਸਕਦਾ ਹੈਗਾ, ਡਿਲੀਵਰੀ ਸਾਡੀਆਂ ਘੱਟ ਸਕਦੀਆਂ ਕਿਉਂਕਿ ਜਿਨ੍ਹਾਂ ਨੂੰ ਅਸੀਂ ਸਮਾਨ ਤੱਕ ਪਹੁੰਚਾਉਣਾ ਹੈ ਮੇਬੀ ਉਹਨਾਂ ਨੂੰ ਪ੍ਰੋਪਰ ਸਮਾਨ ਨਾ ਪਹੁੰਚਾ ਪਾਈਏ। ਸਾਡੇ ਕੋਲ ਐਟਮੋਸਫੇਅਰ, ਜਿਹੜਾ ਸਾਡਾ ਵਾਤਾਵਰਨ ਹੁੰਦਾ ਸਰਵਿਸ ਦਾ, ਉਹ ਵੀ ਇਫੈਕਟ ਹੋ ਜਾਂਦਾ ਹੈ ਅਗਰ ਪ੍ਰੋਪਰ ਮਾਰਕੀਟ ਨਹੀਂ ਹੋਊਗੀ। ਦੂਜਾ ਲੋਕੇਸ਼ਨ ਆਫ ਮਟੀਰੀਅਲ, ਤੁਹਾਨੂੰ ਕਿੱਥੋਂ ਮਟੀਰੀਅਲ ਆਣਾ ਹੈਗਾ, ਰੋ ਮਟੀਰੀਅਲ ਜਿੱਥੋਂ ਆਣਾ ਹੈ ਉਹ ਵੀ ਹਮੇਸ਼ਾ ਮੈਟਰ ਕਰਨਾ ਪੈਂਦਾ ਹੈ। ਅਗਰ ਕੰਪਨੀ ਨੂੰ ਟਾਈਮ ਟੂ ਟਾਈਮ ਮਟੀਰੀਅਲ ਮਿਲਦਾ ਰਹੂਗਾ ਤਾਂ ਪ੍ਰੋਡਕਸ਼ਨ ਵਧੀਆ ਚੱਲਦੀ ਰਹੂਗੀ। ਅਗਰ ਮਟੀਰੀਅਲ ਦੀ ਲੋਕੇਸ਼ਨ ਜੋ ਤੁਸੀਂ ਇੱਕ ਹੀ ਜਗ੍ਹਾ ਸੈਟਅਪ ਕੀਤੀ ਹੋਈ ਜਾਂ ਬਹੁਤ ਜ਼ਿਆਦਾ ਦੂਰ ਹੈ
ਤਾਂ ਗੜਬੜ ਹੋ ਸਕਦੀ ਨੇ। ਕਈ ਵਾਰ ਬੰਦਾ ਵੀ ਗੜਬੜ ਕਰ ਸਕਦਾ ਹੈ, ਹੋ ਸਕਦਾ ਤੁਹਾਨੂੰ ਮਟੀਰੀਅਲ ਗੜਬੜ ਦੇਣ ਲੱਗ ਜੇ, ਹੋ ਸਕਦਾ ਕਈ ਵਾਰ ਉਹਦੇ ਕੋਲ ਖਤਮ ਹੋ ਗਿਆ। ਅਸੀਂ ਕਿਤੇ ਇੱਕ ਜਗ੍ਹਾ ਤੇ ਡਿਪੈਂਡ ਨਹੀਂ ਰਹਿ ਸਕਦੇ, ਸਾਨੂੰ ਲੋਕੇਸ਼ਨ ਹਮੇਸ਼ਾ ਦੇਖਣੀ ਪੈਂਦੀ ਹੈ। ਹੁਣ ਐਗਜ਼ਾਮਪਲ, ਤੁਸੀਂ ਕੋਈ ਛੋਟਾ ਜਿਹਾ ਬਿਜ਼ਨਸ ਕਰ ਲਓ, ਆਪਣੀ ਸ਼ੌਪ ਹੀ ਖੋਲ ਲਓ। ਤੁਸੀਂ ਕਹੋਗੇ ਮੈਂ ਇੱਕ ਦੁਕਾਨਦਾਰ ਦੇ ਸਿਰ ਤੇ ਆਪਣੀ ਕੰਮ ਚਲਾ ਲੂੰਗਾ, ਨਹੀਂ ਚੱਲਣਾ। ਤੁਸੀਂ ਕਹੋਗੇ ਮੈਂ ਇੱਕ ਮਾਰਕੀਟ, ਜਿਵੇਂ ਐਗਜ਼ਾਮਪਲ ਮੋਬਾਈਲ ਦੀ ਸ਼ੌਪ ਲੈ ਲਈਏ, ਮੋਬਾਈਲ ਲੈਣੇ ਨੇ, ਮੈਂ ਕਹੂੰਗਾ ਮੈਂ ਲੁਧਿਆਣੇ ਜਾਊਂਗਾ, ਇੱਕੋ ਹੀ ਦੁਕਾਨ ਤੋਂ ਸਾਰੇ ਮੋਬਾਈਲ ਲਿਆਉਂਗਾ ਔਰ ਮੇਰੀ ਆਪਣੀ ਦੁਕਾਨਦਾਰੀ ਚੱਲਦੀ ਰਹੂਗੀ, ਨਹੀਂ ਡਿਪੈਂਡ ਰਹਿ ਸਕਦੇ। ਹੋ ਸਕਦਾ ਉਹ ਪਰਸਨ ਤੁਹਾਨੂੰ ਟਾਈਮ ਟੂ ਟਾਈਮ ਨਾ ਦੇਵੇ ਸਮਾਨ, ਤੁਹਾਨੂੰ ਮਾਰਕੀਟ ਦੇ ਵਿੱਚ ਘੁੰਮਣਾ ਪੈਂਦਾ, ਸਮਾਨ ਇਕੱਠਾ ਕਰਨਾ ਪੈਂਦਾ, ਫਿਰ ਤੁਸੀਂ ਆਪਣੀ ਸ਼ੌਪ ਤੇ ਲਿਆ ਕੇ ਸਿਰਫ ਕੋਸਟ ਵੀ ਤੁਹਾਨੂੰ ਦੇਖਣੀ ਪੈਂਦੀ। ਇਹ ਚੀਜ਼ਾਂ ਉੱਥੇ ਹਮੇਸ਼ਾ ਮੈਟਰ ਕਰਦੀਆਂ ਨੇ। ਫਿਰ ਹੈਗਾ ਟਰਾਂਸਪੋਰਟੇਸ਼ਨ ਫੈਸਿਲਿਟੀਜ਼। ਜਦੋਂ ਕੋਈ ਕੰਪਨੀ ਲੱਗੂਗੀ, ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਉਹਨੇ ਆਸ-ਪਾਸ ਜ਼ਰੂਰ ਦੇਖਣੀਆਂ ਹੁੰਦੀਆਂ ਨੇ ਵੀ ਸਾਨੂੰ ਇੱਥੇ ਸਾਡੇ ਏਰੀਆ ਦੇ ਵਿੱਚ ਜਿਵੇਂ ਗੱਡੀਆਂ ਆਉਂਦੀਆਂ ਨੇ, ਨਹੀਂ ਆਉਂਦੀਆਂ ਹੈਗੀਆਂ, ਕੋਈ ਕੰਪਨੀ ਜਿਹੜੀਆਂ ਖੁੱਲੀਆਂ ਜਿਹੜੀਆਂ ਟਰਾਂਸਪੋਰਟੇਸ਼ਨ ਵਾਲੀਆਂ ਉਹ ਹੈ ਜਾਂ ਨਹੀਂ ਹੈ, ਉਹਨਾਂ ਦੀ ਕੋਸਟ ਸਾਨੂੰ ਕਿੰਨੀ ਪੈਂਦੀ ਹੈ। ਕਈ ਵਾਰ ਤਾਂ ਬਹੁਤ ਦੂਰੋਂ ਸਾਨੂੰ ਸਮਾਨ ਮੰਗਣਾ ਪਵੇ, ਬਹੁਤ ਦੂਰ ਭੇਜਣਾ ਪਵੇ, ਉਹ ਹਮੇਸ਼ਾ ਮੈਟਰ ਕਰਦਾ ਹੈ। ਲੇਬਰ ਸਪਲਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ। ਲੇਬਰ ਕਿਸੇ ਵੀ ਪਲਾਂਟ ਦੀ ਲੋਕੇਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ ਲੇਬਰ। ਅਗਰ ਉੱਥੇ ਤੁਹਾਡੇ ਕੋਲ ਕਹਿੰਦਾ ਪ੍ਰੋਪਰ ਲੇਬਰ ਹੈਗੀ ਹੈ, ਫਿਰ ਤਾਂ ਕੋਈ ਗੜਬੜ ਨਹੀਂ ਹੁੰਦੀ। ਮੀਨਸ ਆਸ-ਪਾਸ ਏਰੀਆ ਦੇ ਵਿੱਚ ਜ਼ਿਆਦਾਤਰ ਜਿਵੇਂ ਐਗਜ਼ਾਮਪਲ ਕਈ ਕੁਆਟਰ ਸਿਸਟਮ ਬਣੇ ਹੋਏ ਨੇ ਜਾਂ ਫਿਰ ਪੀਜੀ ਵਗੈਰਾ ਬਣੇ ਹੋਏ ਨੇ ਜਿੱਥੇ ਲੋਕ ਰਹਿੰਦੇ ਹੈਗੇ ਨੇ, ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਲੋਕੇਸ਼ਨ ਦੇ ਵਿੱਚ। ਅਦਰਵਾਈਜ਼ ਇੱਦਾਂ ਦੀ ਕੋਈ ਪ੍ਰੋਬਲਮਸ ਹੈਗੀਆਂ ਤੁਹਾਡੀ ਕੰਪਨੀ ਤੇ ਲੱਗੀਆਂ, ਤੁਹਾਨੂੰ ਲੇਬਰ ਦੀ ਫੈਸਿਲਿਟੀਜ਼ ਹਮੇਸ਼ਾ ਦੇਖਣੀ ਪੈਂਦੀ ਹੈ। ਹਰੇਕ ਕੰਪਨੀ ਆਪਾਂ ਨੂੰ ਨਹੀਂ, ਜ਼ਿਆਦਾਤਰ ਅੱਜ ਕੱਲ੍ਹ ਤਾਂ ਜਿਵੇਂ ਪਲੇਸਮੈਂਟ ਦੇ ਉੱਪਰ ਚੱਲਦੀਆਂ ਕੰਪਨੀਜ਼, ਪਲੇਸਮੈਂਟ ਨੂੰ ਕਹਿ ਦਿੰਦੇ ਨੇ ਸਾਨੂੰ ਇੰਨੇ ਪਰਸੈਂਟ ਚਾਹੀਦੇ ਨੇ, ਪਲੇਸਮੈਂਟ ਦੇ ਥਰੂ ਬੰਦੇ ਆ ਜਾਂਦੇ ਨੇ, ਉਹ ਤਾਂ ਆਪਣੇ ਆਪ ਪਲੇਸਮੈਂਟ ਵਾਲੇ ਦੇਖਦੇ ਨੇ। ਨਹੀਂ ਤਾਂ ਇਹ ਹਮੇਸ਼ਾ ਜ਼ਰੂਰੀ ਹੈ ਕੰਮ ਦੇ ਵਿੱਚ ਇਹ ਚੀਜ਼ ਨੂੰ ਦੇਖਣਾ। ਉਸ ਤੋਂ ਬਾਅਦ ਹੈਗਾ ਲੋਕੇਸ਼ਨ ਆਫ ਅਦਰ ਪਲਾਂਟਸ ਐਂਡ ਵੇਅਰ ਹਾਊਸਿਸ। ਸਾਨੂੰ ਵੇਅਰ ਹਾਊਸਿਸ ਦੇਖਣੇ ਵੀ ਜ਼ਰੂਰੀ ਹੁੰਦੇ ਨੇ। ਜਦੋਂ ਕੋਈ ਕੰਪਨੀ ਚੱਲ ਰਹੀ ਹੈ, ਅਗਰ ਵੇਅਰ ਹਾਊਸਿਸ ਪ੍ਰੋਪਰ ਤਰੀਕੇ ਨਾਲ ਨਹੀਂ ਦੇਖਣਗੇ, ਵੇਅਰ ਹਾਊਸਿਸ ਕੰਪਨੀ ਨਹੀਂ ਮੈਚ ਕਰੂਗੀ, ਮੀਨਸ ਸਾਡਾ ਪ੍ਰੋਡਕਟ ਕਿੱਥੇ ਜਾ ਕੇ ਸੇਵ ਹੋਊਗਾ, ਉਹ ਚੀਜ਼ ਨਹੀਂ ਸੈਟਅਪ ਹੋਊਗੀ, ਤਾਂ ਇਹ ਚੀਜ਼ ਗੜਬੜ ਹੋ ਸਕਦੀ। ਕਿਉਂਕਿ ਵੇਅਰ ਹਾਊਸਿਸ ਦੇ ਵਿੱਚ ਲੋਕੇਸ਼ਨ ਵੀ ਪਲੱਸ ਵੇਅਰ ਹਾਊਸ ਦਾ ਲੇਆਊਟ ਵੀ ਹਮੇਸ਼ਾ ਕੰਪਨੀ ਨੂੰ ਦੇਖਣਾ ਪੈਂਦਾ ਹੈ। ਗਵਰਨਮੈਂਟ ਕੰਟਰੋਲ ਐਂਡ ਰੈਗੂਲੇਸ਼ਨ। ਗਵਰਨਮੈਂਟ ਦੇ ਰੂਲ ਵੀ ਲੋਕੇਸ਼ਨ ਨੂੰ ਹਮੇਸ਼ਾ ਅਫੈਕਟ ਕਰਦੇ ਨੇ। ਗਵਰਨਮੈਂਟ ਆਪਣੇ ਰੂਲ ਚੇਂਜ ਕਰਦੇ, ਜਿਹੜਾ ਪ੍ਰੋਡਕਸ਼ਨ ਪਹਿਲਾਂ ਪ੍ਰੋਡਕਟ ਬਣ ਕੇ ਬਣੇ ਹੋਏ ਨੇ ਉਹਦਾ ਰੇਟ, ਜਿਵੇਂ GST ਰੇਟ ਚੇਂਜ ਹੋ ਗਈ, ਮੈਂ ਸਮਾਨ ਖਰੀਦਿਆ 6% ਦੇ ਵਿੱਚ 6 ਸੇਲ ਹੋਣਾ ਸੀਗਾ, ਮੈਨੂੰ 12 ਸੇਲ ਕਰਨਾ ਪਿਆ, ਮੈਨੂੰ ਗੜਬੜ ਹੋ ਸਕਦੀ ਹੈ। ਤਾਂ ਹਰ ਇੱਕ ਕੰਪਨੀ ਲੋਕੇਸ਼ਨ ਦੇ ਨਾਲ ਗਵਰਨਮੈਂਟ ਦੇ ਰੂਲ ਵੀ ਚੈੱਕ ਕਰਦੀ ਰਹਿੰਦੀ ਹੈ। ਪਲੱਸ ਗਵਰਨਮੈਂਟ ਇਹ ਵੀ ਦੇਖਦੀ ਹੁੰਦੀ ਵੀ ਗਵਰਨਮੈਂਟ ਨੇ ਕੋਈ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਸਮਾਨ ਭੇਜਣ, ਡਿਸਟ੍ਰਿਕਟ ਹੈ ਅਲੱਗ-ਅਲੱਗ ਸਟੇਟ ਸਮਾਨ ਭੇਜਣ ਲਈ ਕੋਈ ਟੈਕਸ ਤਾਂ ਨਹੀਂ ਲਗਾਤੇ, ਜਾਂ ਫਿਰ ਆਊਟਸਾਈਡ ਆਫ ਇੰਡੀਆ ਭੇਜਣ ਲਈ ਸਮਾਨ ਟੈਕਸ ਕੀ ਲਗਾਏ ਨੇ, ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ। ਕਲਾਈਮੇਟ ਹੁੰਦਾ ਜਿਵੇਂ ਵਾਤਾਵਰਨ, ਇਹ ਵੀ ਹਮੇਸ਼ਾ ਬਿਜ਼ਨਸ ਨੂੰ ਅਫੈਕਟ ਕਰਦੇ ਹੈਗੇ ਨੇ, ਕਿਉਂਕਿ ਹਰੇਕ ਬਿਜ਼ਨਸ ਡਿਪੈਂਡ ਕਰਦਾ ਹੈਗਾ ਵੀ ਸਾਡੇ ਕੋਲ ਕਿੱਦਾਂ ਦੇ ਪਲਾਂਟਸ ਹੋਣਗੇ, ਅਸੀਂ ਪਲਾਂਟਸ ਕਿੱਦਾਂ ਦੇ ਬਣਾਏ ਹੋਏ ਨੇ। ਵਾਤਾਵਰਨ ਦੇ ਕੁਝ ਵੀ ਚੇਂਜ ਆ ਸਕਦੇ ਨੇ, ਕੁਝ ਵੀ ਚੇਂਜ ਸਾਡੇ ਕੋਲ ਉਹ ਚੀਜ਼ ਸੇਵ ਕਰਨ ਲਈ, ਸਾਡਾ ਸਮਾਨ ਰੱਖਣ ਲਈ ਸਾਡੇ ਕੋਲ ਪ੍ਰੋਪਰ ਜਗ੍ਹਾ ਹੈਗੀਆਂ ਜਾਂ ਨਹੀਂ ਹੈਗੀਆਂ, ਅਸੀਂ ਜਿੱਥੇ ਸੇਫ ਰਹੀਏ, ਇਹ ਹਮੇਸ਼ਾ ਧਿਆਨ ਰੱਖਣਾ ਪੈਂਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗੇ ਫੈਕਟਰ ਅਫੈਕਟਿੰਗ ਸਰਵਿਸ ਪ੍ਰੋਡਕਟ। ਜਿਹੜੇ ਸਾਡੇ ਸਰਵਿਸ ਲਾਈਨ ਹੁੰਦੇ ਆ, ਉਹ ਕਿਹੜੇ ਫੈਕਟਰ ਹੁੰਦੇ ਨੇ, ਸਾਨੂੰ ਉਹੀ ਪੁਆਇੰਟਸ, ਲੋਕੇਸ਼ਨ ਦੇਖਣੀ ਪੈਂਦੀ ਹੈ, ਟਰਾਂਸਪੋਰਟੇਸ਼ਨ ਫੈਸਿਲਿਟੀ ਦੇਖਣੀ ਪੈਂਦੀ ਹੈਗੀ ਹੈ, ਲੇਆਊਟ ਸਾਨੂੰ ਚੈੱਕ ਕਰਨਾ ਪੈਂਦਾ ਹੈਗਾ, ਪਲੱਸ ਸਾਡੇ ਕੋਲ ਕੁਆਲਿਟੀ ਸਿਸਟਮ ਦੇਖਣਾ ਪੈਂਦਾ, ਸਾਨੂੰ ਕੰਪੀਟੀਸ਼ਨ ਲੈਵਲ ਦੇਖਣਾ ਪੈਂਦਾ। ਇਹ ਸਾਰੇ ਪੁਆਇੰਟ ਸਾਡੇ ਸਰਵਿਸ ਦੇ ਵਿੱਚ ਵੀ ਦੇਖਣੇ ਪੈਂਦੇ ਨੇ। ਜਿਵੇਂ ਸਾਨੂੰ ਪ੍ਰੋਡਕਟ ਦੇ ਵਿੱਚ ਦੇਖਣੇ ਪੈਂਦੇ ਨੇ, ਜਿਵੇਂ ਗੁੱਡਸ ਦੇ ਵਿੱਚ, ਉਵੇਂ ਸਾਨੂੰ ਸਰਵਿਸ ਦੇ ਵਿੱਚ ਵੀ ਸਰਵਿਸ ਦੇ ਵਿੱਚ ਵੀ ਪੁਆਇੰਟਸ ਦੇਖਣੇ ਪੈਂਦੇ ਨੇ। ਫਿਰ ਹੈ ਸਿਲੈਕਸ਼ਨ ਆਫ ਸਾਈਟ ਫॉर द ਪਲਾਂਟ। ਜਦੋਂ ਵੀ ਕੋਈ ਕੰਪਨੀ ਜਦੋਂ ਇਹ ਪਲਾਂਟ ਲਗਾਉਂਦੀ ਹੈ, ਉਹ ਕਿਸ ਬੇਸ ਤੇ ਕਹਿੰਦਾ ਪਲਾਂਟ ਲਈ ਲੋਕੇਸ਼ਨ ਸੈੱਟ ਕਰਦੀ ਹੈ। ਸਭ ਤੋਂ ਪਹਿਲਾਂ ਉਹ ਦੇਖਦੇ ਹੈਗੇ ਨੇ ਵੀ ਕਿਹੜੇ ਪੁਆਇੰਟ, ਮੀਨਸ ਉਹਦੇ ਵਿੱਚ ਦੇਖਦੇ, ਸਭ ਤੋਂ ਪਹਿਲਾਂ ਦੇਖਦੇ ਨੇ ਕੰਟਰੀ, ਕਿ ਇਸ ਕੰਟਰੀ ਦੇ ਵਿੱਚ ਆਪਣਾ ਪਲਾਂਟ ਲਗਾਇਆ ਜਾਵੇ। ਕਿਉਂਕਿ ਕੰਟਰੀ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਕੰਪਨੀਆਂ ਹੁੰਦੀਆਂ ਜਿਹੜੀਆਂ MNC ਕੰਮ ਕਰਦੀਆਂ ਨੇ, ਮਲਟੀ ਇੰਟਰਨੈਸ਼ਨਲ ਕੰਟਰੀਜ਼ ਨੂੰ ਦੇਖਦੀਆਂ ਨੇ ਕਿ ਇਸ ਕੰਟਰੀ ਸਾਨੂੰ ਪਲਾਂਟ ਲਗਾਉਣ ਦਾ ਫਾਇਦਾ ਹੈ, ਕਿੱਥੇ ਸਾਨੂੰ ਸਬਸਿਡੀਜ਼ ਮਿਲਣਗੀਆਂ, ਕਿੱਥੇ ਸਾਨੂੰ ਫੈਸਿਲਿਟੀਜ਼ ਮਿਲਣਗੀਆਂ, ਕਿੱਥੇ ਸਾਡੇ ਟੈਕਸ ਘੱਟ ਲੱਗਣਗੇ, ਜੇ ਸਾਨੂੰ ਸਕਿੱਲ ਲੇਬਰ ਜਿੱਥੇ ਕਿਹੜੀ ਕੰਟਰੀ ਜ਼ਿਆਦਾ ਹੈਗੀ ਜਿਹੜੀ ਸਾਡੀ ਕਿਉਂਕਿ ਹਰੇਕ ਕੰਟਰੀ ਦੇ ਵਿੱਚ ਕੋਈ ਕੰਪਨੀ ਆਪਣਾ ਬਿਜ਼ਨਸ ਲਗਾਦੇ ਜ਼ਰੂਰੀ ਨਹੀਂ ਹੈ। ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਵੀ ਕਿਤੇ ਪਰਸਨ ਉਹ ਆਪਣਾ ਫਾਇਦੇ ਹਮੇਸ਼ਾ ਦੇਖਦੇ ਨੇ, ਮੀਨ ਸਕਿੱਲ ਲੇਬਰਸ, ਪ੍ਰੋਪਰ ਲੇਆਊਟ, ਫਿਰ ਟਰਾਂਸਪੋਰਟੇਸ਼ਨ ਫੈਸਿਲਿਟੀਜ਼, ਗਵਰਨਮੈਂਟ ਦਾ ਟੈਕਸ ਬਰਡਨ, ਉਹ ਸਾਰੀ ਚੀਜ਼ਾਂ ਉਹਨਾਂ ਨੇ ਦੇਖਣੀਆਂ ਹੁੰਦੀਆਂ ਨੇ। ਫਿਰ ਜਾ ਕੇ ਉਹ ਕੰਟਰੀ ਸਿਲੈਕਟ ਕਰਦੇ ਨੇ ਵੀ ਕੰਟਰੀ ਪਹਿਲਾ ਸਟੈਪ ਹੈਗਾ ਵੀ ਕੋਈ ਵੀ ਬਿਜ਼ਨਸ ਜਦੋਂ ਸਟੇਜ ਸਿਲੈਕਟ ਹੋਊਗਾ, ਉਹ ਕੰਟਰੀ ਹਮੇਸ਼ਾ ਸਿਲੈਕਟ ਕਰੇਗਾ ਉੱਥੇ ਕਿ ਉਹਦਾ ਰਿਲੀਜਨਸ, ਧਰਮ, ਲੋਕ ਕਿੱਦਾਂ ਦੇ ਹੈਗੇ ਨੇ, ਕਿਵੇਂ ਦੇ ਪ੍ਰੋਡਕਟ ਪਸੰਦ ਕਰਦੇ ਨੇ। ਉਸ ਤੋਂ ਬਾਅਦ ਸਿਲੈਕਸ਼ਨ ਹੁੰਦੀ ਹੈ ਸਟੇਟ ਜਾਂ ਡਿਸਟ੍ਰਿਕਟ, ਕਿਸ ਸਟੇਟ ਦੇ ਵਿੱਚ ਜਾਂ ਫਿਰ ਉਹਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਅਸੀਂ ਆਪਣਾ ਪਲਾਂਟ ਲਗਾਈਏ, ਜਿੱਥੇ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਜੋ ਅਸੀਂ ਸਟਾਰਟਿੰਗ ਮਾਈਂਡ ਤੇ ਲੈ ਕੇ ਚੱਲਦੇ ਹਾਂ ਉਹ ਸਾਨੂੰ ਮਿਲ ਜਾਣ। ਕਿਉਂਕਿ ਇੱਕ ਕੰਟਰੀ ਦੇ ਵਿੱਚ ਸਾਰੇ ਸਟੇਟਾਂ ਦੇ ਵਿੱਚ ਜਾਂ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਣਾ ਪਲਾਂਟ ਲੱਗ ਜਾਊਗਾ, ਇਹ ਨਹੀਂ ਹੁੰਦਾ। ਕਿਤੇ ਇੱਕ ਜਗ੍ਹਾ ਹੀ ਪਲਾਂਟ ਲੱਗੇ ਹੁੰਦੇ ਨੇ, ਉਹ ਸਾਨੂੰ ਦੇਖਣੀ ਪੈਂਦੀ ਸਾਨੂੰ ਕਿੱਥੇ ਫਾਇਦਾ ਮਿਲ ਰਿਹਾ। ਕੁਝ ਸਟੇਟਸ ਨੇ ਜਿਨ੍ਹਾਂ ਨੇ ਆਪਣਾ ਨੂੰ ਡਿਵੈਲਪ ਕਰਨ ਲਈ ਕੰਪਨੀ ਨੂੰ ਜ਼ਿਆਦਾ ਫੈਸਿਲਿਟੀਜ਼ ਦਿੰਦੀਆਂ ਨੇ,
ਉਹ ਚੀਜ਼ ਸਾਨੂੰ ਦੇਖਣੀ ਪੈਂਦੀ ਹੈਗੀ, ਉਸ ਚੀਜ਼ ਮਾਈਂਡ 'ਚ ਰਹੂਗੀ। ਥਰਡ ਆਉਂਦਾ ਪਲਾਂਟ ਲੋਕੇਸ਼ਨ। ਪਲਾਂਟ ਦੀ ਲੋਕੇਸ਼ਨ ਵੀ ਸਾਨੂੰ ਦੇਖਣੀ ਪੈਂਦੀ ਹੈ, ਅਸੀਂ ਪਲਾਂਟ ਕਿਸ ਏਰੀਆ ਦੇ ਵਿੱਚ ਲਗਾਈਏ ਜਿੱਥੇ ਵਾਤਾਵਰਨ ਵੀ ਕੰਟਰੋਲ ਰਵੇ, ਲੋਕ ਵੀ ਸਾਡੇ ਨਾਲ, ਸਾਡੀ ਗੁੱਡਵਿਲ ਬਣੇ, ਸਾਨੂੰ ਲੇਬਰ ਟਾਈਮ ਨਾਲ ਮਿਲੇ, ਟਰਾਂਸਪੋਰਟੇਸ਼ਨ ਫੈਸਿਲਿਟੀ ਮਿਲੇ, ਉਸ ਤੋਂ ਬਾਅਦ ਰॉ ਮਟੀਰੀਅਲ ਈਜ਼ੀਲੀ ਵੇਚਣਾ ਹੋ ਜਾਵੇ, ਸਾਡੀ ਮਾਰਕੀਟ ਵੀ ਈਜ਼ੀਲੀ ਵੇਚਣ ਨਾਲ ਸੈਟਅਪ ਹੋ ਜਾਵੇ। ਤਾਂ ਇਹ ਪੁਆਇੰਟ ਸੀਗੇ ਜਿਹੜੇ ਸਾਨੂੰ ਹਮੇਸ਼ਾ ਮਾਈਂਡ ਦੇ ਵਿੱਚ ਰੱਖਣੇ ਪੈਂਦੇ ਜਦੋਂ ਵੀ ਕੋਈ ਕੰਪਨੀ ਸੈੱਟ ਹੁੰਦੀ ਹੈ ਤਾਂ। ਫਿਰ ਸਾਡੇ ਕੋਲ ਪ੍ਰੋਸੀਜਰ ਫॉर ਲੋਕੇਸ਼ਨ ਡਿਸੀਜਨ। ਪ੍ਰੋਸੀਜਰ ਫॉर ਲੋਕੇਸ਼ਨ ਡਿਸੀਜਨ ਗੱਲ ਕਰਦੇ ਹਾਂ। ਕੋਈ ਵੀ ਕੰਪਨੀ ਇਹ ਕਹਿੰਦਾ ਜਦੋਂ ਲੋਕੇਸ਼ਨ ਡਿਸੀਜਨ ਲੈਂਦੀ ਹੈ ਉਹਦੇ ਪ੍ਰੋਸੀਜਰ ਕਿਉਂ ਹੋਣਗੇ, ਇਹ ਤੁਹਾਨੂੰ ਕੁਐਸਚਨ ਇੰਪੋਰਟੈਂਟ ਹੈ। ਪ੍ਰੋਸੀਜਰ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਕੰਪਨੀ ਜਦੋਂ ਵੀ ਕੋਈ ਲੋਕੇਸ਼ਨ ਡਿਸੀਜਨ ਲਊਗੀ, ਸਭ ਤੋਂ ਪਹਿਲਾਂ ਕਹਿੰਦਾ ਉਹ ਮਾਸਟਰ ਪਲਾਨ ਸੈਟਅਪ ਕਰਨਾ ਹੈ। ਪਹਿਲਾ ਸਟੈਪ ਹੈ ਫੈਸਿਲਿਟੀ ਮਾਸਟਰ ਪਲਾਨ। ਮਾਸਟਰ ਪਲਾਨ ਦੇ ਵਿੱਚ ਅਸੀਂ ਦੇਖਾਂਗੇ ਸਾਡੇ ਕੋਲ ਸਰਵਿਸਿਜ਼ ਕੀ ਹੋਣਗੀਆਂ, ਮੀਨਸ ਅਸੀਂ ਜੋ ਪ੍ਰੋਜੈਕਟ ਲਗਾਉਣ ਜਾ ਰਹੇ ਹਾਂ ਉਹਦੀ ਸਰਵਿਸਿਜ਼। ਐਗਜ਼ਾਮਪਲ ਸਾਡੀ ਕੰਪਨੀ ਦੇ ਮਿਸ਼ਨ, ਸਾਡੀ ਕੰਪਨੀ ਦੇ ਆਬਜੈਕਟਿਵ, ਸਾਡੀ ਕੰਪਨੀ ਦੀ ਮਾਰਕੀਟ ਕੀ ਹੋਗੀ, ਇਹ ਚੀਜ਼ ਦੇਖਣਾ ਪਏਗਾ। ਫਿਰ ਸਾਡੇ ਬਿਜ਼ਨਸ ਦਾ ਸਾਈਜ਼ ਕਿੰਨਾ ਹੋਏਗਾ, ਫਿਰ ਅਸੀਂ ਲੋਕੇਸ਼ਨ ਸੈੱਟ ਕਰਾਂਗੇ, ਪਲੱਸ ਸਾਡੇ ਕੋਲ ਫਾਈਨੈਂਸ਼ੀਅਲ ਸਟਰਕਚਰ। ਇਹ ਸਾਡਾ ਕਿਹਦੇ ਵਿੱਚ ਆਉਂਦਾ ਹੈ, ਮਾਸਟਰ ਪਲਾਨ ਦੇ ਵਿੱਚ। ਜਦੋਂ ਵੀ ਕੋਈ ਕੰਪਨੀ ਨੇ ਬਿਜ਼ਨਸ ਸਾਡੇ ਕੋਲ ਚੀਜ਼ ਦੇਖੂਗੀ ਵੀ ਸਾਡੇ ਕੋਲ ਕਿੰਨਾ ਪੈਸਾ ਚਾਹੀਦਾ ਹੈ, ਅਸੀਂ ਕਿੰਨਾ ਵੱਡਾ ਬਿਜ਼ਨਸ ਸਟਾਰਟ ਕਰੀਏ, ਕਿੰਨੇ ਪ੍ਰੋਡਕਟ ਨਾਲ ਕਰੀਏ, ਮਾਰਕੀਟ ਕਿੱਦਾਂ ਦੀ ਸੈਟਅਪ ਕਰੀਏ, ਕਿੱਥੇ ਅਸੀਂ ਬਿਜ਼ਨਸ ਲਗਾਈਏ। ਇਹ ਹਰ ਇੱਕ ਕੰਪਨੀ ਦਾ ਕਹਿੰਦਾ ਮਾਸਟਰ ਪਲਾਨ ਹੁੰਦਾ ਹੈ। ਉਹਨਾਂ ਨੇ ਇਸ ਦੇ ਬੇਸ ਦੇ ਉੱਪਰ ਹੀ ਆਪਣਾ ਅੱਗੇ ਜੋ ਹੈ ਬਿਜ਼ਨਸ ਲਗਾਉਣਾ ਹੁੰਦਾ ਹੈ। ਇਹਦੇ ਵਿੱਚ ਸਾਡੇ ਕੋਲ ਕਿਹੜੀ ਚੀਜ਼ਾਂ ਕਹਿੰਦਾ ਪਲਾਨ ਕਵਰ ਹੋ ਜਾਂਦੀਆਂ। ਸਭ ਤੋਂ ਪਹਿਲਾਂ ਲੈਂਡ ਪਲੈਨਿੰਗ, ਕਿਹੜੀ ਏਰੀਆ ਤੇ ਅਸੀਂ ਸੈਟਅਪ ਕਰਨਾ ਹੈ। ਦੂਸਰਾ ਸਾਈਟ ਇਵੈਲੂਏਸ਼ਨ, ਕਿਹੜੀ ਜਗ੍ਹਾ ਤੇ ਅਸੀਂ, ਕਿਉਂਕਿ ਲੈਂਡ ਦਾ ਦੇਖੋ ਕਿੱਦਾਂ ਦੀ ਜਗ੍ਹਾ ਸਾਨੂੰ ਚਾਹੀਦੀ ਹੈ, ਫਿਰ ਸਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ, ਪਲੱਸ ਜ਼ੋਨ ਕਿਵੇਂ ਦੇ ਹੋਣੇ ਚਾਹੀਦੇ ਨੇ ਉੱਥੇ। ਫਿਰ ਸਾਡੇ ਕੋਲ ਟ੍ਰੈਫਿਕ ਇੰਪੈਕਟ ਕਿਵੇਂ ਦਾ ਉੱਥੇ, ਇਹ ਚੀਜ਼ ਦੀ ਕਵਰ ਹੋ ਜਾਂਦੀ ਕਿਉਂਕਿ ਕੰਪਨੀਜ਼ ਕੋਈ ਟ੍ਰੈਫਿਕ ਵਾਲੇ ਏਰੀਆ ਦੇ ਵਿੱਚ ਨਹੀਂ ਲੱਗਦੀ ਹੈਗੀ ਜਿੱਥੇ ਬਹੁਤ ਸਾਰਾ ਟ੍ਰੈਫਿਕ ਰਹਿੰਦਾ, ਇਦਾਂ ਦਾ ਕੁਝ ਕਦੀ ਨਹੀਂ ਹੁੰਦਾ। ਇੰਜੀਨੀਅਰ ਐਨਾਲਿਸਿਸ, ਸਾਡੇ ਕੋਲ ਇੰਜੀਨੀਅਰ ਤੇ ਕਿੱਦਾਂ ਦੇ ਹੋਣਗੇ, ਇੰਜੀਨੀਅਰ ਕਿਵੇਂ, ਆਰਕੀਟੈਕਟ ਪ੍ਰੋਗਰਾਮਿੰਗ ਹੋਣੀ ਚਾਹੀਦੀ ਕਿਉਂਕਿ ਆਰਕੀਟੈਕਟ ਪਹਿਲਾਂ ਡਿਜ਼ਾਈਨ ਕਰਨਗੇ, ਤੁਹਾਡੀ ਕੰਪਨੀ ਦਾ ਪੂਰਾ ਨਕਸ਼ਾ ਰੈਡੀ ਕਰਨਗੇ। ਤੁਹਾਡੀ ਕੰਪਨੀ ਦੀ ਸਪੇਸ ਪਲੈਨਿੰਗ, ਕੰਪਨੀ ਦੇ ਵਿੱਚ ਕਿੰਨੀ ਸਪੇਸਿੰਗ ਹੋਈ, ਥੋੜੀ ਸਾਰੇ ਤੁਸੀਂ ਲਾਈਨ ਗਰੁੱਪ ਦੇ ਵਿੱਚ ਸੈਟਅਪ ਕਰ ਦੋਗੇ, ਇਕੱਠੇ ਬਹਿ ਜਾਓ ਵੀ ਝੁੰਡ ਬਣਾ ਕੇ। ਇਦਾਂ ਦੀ ਸਪੇਸ ਲੇਆਊਟ ਹੋਣਾ ਜ਼ਰੂਰੀ ਹੈ, ਬਿਲਡਿੰਗ ਦਾ ਡਿਜ਼ਾਈਨ ਹੋਣਾ ਜ਼ਰੂਰੀ ਹੈ, ਤੁਹਾਡੀ ਲੈਂਡਸਕੇਪ ਜੋ ਡਿਜ਼ਾਈਨ ਹੈ ਉਹ ਵੀ ਪ੍ਰੋਪਰ ਤਰੀਕੇ ਨਾਲ ਹੋਣਾ ਚਾਹੀਦਾ। ਮੀਨਸ ਜਦੋਂ ਤੁਸੀਂ ਕਹਿੰਦੇ ਇਹ ਸਾਰੀ ਚੀਜ਼ਾਂ ਡਿਜ਼ਾਈਨ ਕਰ ਲਓਗੇ, ਇਹ ਤੁਹਾਡਾ ਫਸਟ ਮਾਸਟਰ ਪਲਾਨ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ। ਦੂਜਾ ਹੁੰਦਾ ਤੁਹਾਡਾ ਇੰਪੈਕਟ ਪਲੈਨਿੰਗ। ਜਿਹੜੀ ਤੁਹਾਡੀ ਪਲੈਨਿੰਗ ਕੀਤੀ ਹੈ ਉਹਦਾ ਇੰਪੈਕਟ ਕਿੱਦਾਂ ਦਾ ਪਏਗਾ, ਮੀਨਸ ਤੁਸੀਂ ਆਪਣਾ ਇਨਵਾਇਰਨਮੈਂਟ ਉੱਧਰ ਚੈੱਕ ਕਰੋਗੇ, ਮੀਨਸ ਤੁਹਾਡੇ ਨਾਲ ਜਿਹੜੇ ਲੋਕ ਜੁੜਨਗੇ ਉਹਨੂੰ ਅਸੀਂ ਕਿਵੇਂ ਸੈੱਟ ਕਰਾਂਗੇ, ਸਾਡੇ ਜਿਹੜੇ ਫੁੱਟਪ੍ਰਿੰਟ ਨੇ ਉਹਨਾਂ ਦੀ ਜਿਹੜੀ ਕੋਸਟ ਜੋ ਅਸੀਂ ਪਹਿਲਾਂ ਤੋਂ ਸੈਟਅਪ ਕੀਤਾ ਹੋਇਆ ਹੈ। ਮਾਸਟਰ ਪਲਾਨ ਨਾਲ ਮੈਨੇ ਵੀ ਇੱਕ ਪ੍ਰੋਜੈਕਟ ਇੱਦਾਂ ਬਣਾਉਂਗਾ, ਇੱਦਾਂ ਦੀ ਸਭ ਦੀ ਰਿਸਪੌਂਸਿਬਿਲਿਟੀ, ਸਭ ਦੀ ਜ਼ਿੰਮੇਵਾਰੀ, ਅਥਾਰਟੀ ਸੈਟਅਪ ਕਰ ਦੂੰਗਾ। ਫਿਰ ਇਹ ਹੁੰਦਾ ਵੀ ਅਸੀਂ ਇਹਨੂੰ ਫੁੱਟਪ੍ਰਿੰਟ ਨੂੰ ਕਿਵੇਂ ਮਿਨੀਮਾਈਜ਼ ਕਰਾਂਗੇ। ਐਗਜ਼ਾਮਪਲ ਮੈਨੂੰ ਪਤਾ ਮੇਰੀ ਆਹ ਕੋਸਟ ਪੈਣੀ ਹੈ ਕੋਈ ਵੀ ਕੰਮ ਕਰਨ ਤੇ, ਉਹ ਕੋਸਟ ਮੈਂ ਪਰਮਾਨੈਂਟ ਉੱਦਾਂ ਚੱਲਣ ਦੂੰਗਾ, ਇੱਕ ਦਿਨ ਨਹੀਂ ਹੁੰਦਾ। ਉਹਨੂੰ ਹਮੇਸ਼ਾ ਘੱਟ ਕਿਵੇਂ ਕਰਨਾ, ਇਹਨੂੰ ਅਸੀਂ ਕਹਿੰਦੇ ਕਿ ਸਾਡੀ ਪਲੈਨਿੰਗ ਦਾ ਇੰਪੈਕਟ ਕਿੱਦਾਂ ਦਾ ਪਏਗਾ। ਸਾਡੀ ਮੀਨਸ ਜਿਵੇਂ ਐਗਜ਼ਾਮਪਲ ਹੈ ਫੋਲੋਇੰਗ ਫੀਚਰਸ ਨੀਡ ਟੂ ਬੀ ਪ੍ਰੋਟੈਕਟਡ, ਇੰਪੈਕਟ ਆਫ ਥੀਸ ਨੀਡ ਟੂ। ਜਦੋਂ ਵੀ ਅਸੀਂ ਕਹਿੰਦਾ ਕੋਈ ਚੀਜ਼ਾਂ ਪਲੈਨਿੰਗ ਕਰਦੇ ਹਾਂ ਸਾਨੂੰ ਕਿਹੜੇ ਪੁਆਇੰਟ ਦਿਮਾਗ 'ਚ ਰੱਖਣੇ ਹੋਣਗੇ। ਸਭ ਤੋਂ ਪਹਿਲਾਂ ਵੈਜੀਟੇਰੀਅਨ ਜਾਂ ਫਿਰ ਟ੍ਰੀ ਕਵਰ, ਸਾਡੇ ਏਰੀਆ ਕਿੱਦਾਂ ਦਾ ਹੈਗਾ, ਵੀ ਟ੍ਰੀ ਕਵਰ ਆ ਰਹੇ ਜਾਂ ਨਹੀਂ ਹੈ। ਪ੍ਰੋਟੈਕਟਡ ਏਰੀਆ ਮੀਨਸ ਸਾਡੇ ਕੋਲ ਵਾਤਾਵਰਨ ਪ੍ਰੋਪਰ ਚੈੱਕ ਹੋ ਰਿਹਾ ਕਿ ਨਹੀਂ, ਸਾਡੇ ਆਸ-ਪਾਸ ਲੇਕਸ ਹੈ ਜਾਂ ਨਹੀਂ ਹੈ, ਰਿਵਰਸ ਵਗੈਰਾ ਹੈ ਜਾਂ ਨਹੀਂ ਹੈ, ਸੀ ਕੋਸਟ ਹੈ, ਮੀਨਸ ਇਹ ਦਰਿਆ ਵਗੈਰਾ ਹੋਣ ਕਿ ਕੰਪਨੀ ਜਦੋਂ ਲੱਗਦੀਆਂ ਹੈਗੀਆਂ ਨੇ ਪੋਲੂਸ਼ਨ ਵਗੈਰਾ ਵੀ ਨਿਕਲਦੇ ਹੈਗੇ ਨੇ। ਤੁਹਾਨੂੰ ਦੇਖਣਾ ਹੁੰਦਾ ਵੀ ਅਸੀਂ ਆਪਣਾ ਸਾਰਾ ਗੰਦਾ ਮਟੀਰੀਅਲ ਜਾਂ ਕੁਝ ਵੀ ਹੋਵੇ ਐਵੇਂ ਜ਼ਮੀਨ 'ਚ ਪਾਉਂਦੇ ਤਾਂ ਉਧਰ ਉਹ ਲੋਕ ਵੀ ਗੜਬੜ ਕਰ ਸਕਦੇ ਹੈਗੇ ਨੇ। ਤਾਂ ਉਹ ਚੀਜ਼ ਹਮੇਸ਼ਾ ਨੂੰ ਦੇਖਣੀ ਪਵੇਗੀ ਵੀ ਸਾਡੀ ਕੰਪਨੀ ਲਈ, ਕਿਉਂਕਿ ਜਦੋਂ ਕੰਪਨੀ ਲੱਗਦੀਆਂ ਪੋਲੂਸ਼ਨ ਤਾਂ ਹੁੰਦਾ ਹੀ ਹੁੰਦਾ ਹੈਗਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਕੰਮ ਸਹੀ ਹੁੰਦਾ ਹੈ, ਉਹ ਪੋਲੂਸ਼ਨ ਦਾ ਇਫੈਕਟ ਵੀ ਪੈ ਸਕਦਾ ਪਬਲਿਕ ਦੇ ਉੱਪਰ। ਤਾਂ ਇਹ ਚੀਜ਼ ਹਮੇਸ਼ਾ ਦੇਖਣੀ ਪੈਂਦੀ ਹੈਗੀ ਹੈ ਵੀ 에ਅਰ ਪੋਲੂਸ਼ਨ ਘੱਟ ਹੋਵੇ, ਵਾਟਰ ਪੋਲੂਸ਼ਨ ਘੱਟ ਹੋਵੇ, ਵਾਟਰ ਟ੍ਰੀਟਮੈਂਟ ਅਸੀਂ ਪ੍ਰੋਪਰ, ਕੁਝ ਕੰਪਨੀਆਂ ਨੇ ਵਾਟਰ ਟ੍ਰੀਟਮੈਂਟ ਪਲਾਂਟ ਹੀ ਲਗਾਏ ਹੁੰਦੇ ਨੇ। ਜਿਵੇਂ ਐਗਜ਼ਾਮਪਲ ਤੁਸੀਂ ਨਾ ਫੋਕਲ ਪੁਆਇੰਟ ਏਰੀਆ ਦੇਖ ਲਓ ਜਾਂ ਕਿਤੇ ਜ਼ਿਆਦਾ ਕੰਪਨੀਆਂ ਹੋਣਗੀਆਂ ਉੱਥੇ ਹਮੇਸ਼ਾ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੁੰਦੇ ਨੇ। ਉਦੋਂ ਜਿਹੜਾ ਕੰਪਨੀਆਂ ਦਾ ਗੰਦਾ ਪਾਣੀ ਹੁੰਦਾ ਉਹ ਸਾਫ਼ ਉੱਥੇ ਕਰਾਉਂਦੇ ਰਹਿੰਦੇ ਨੇ ਤਾਂ ਕਿ ਐਵੇਂ ਜ਼ਮੀਨ ਦੇ ਵਿੱਚ ਨਾ ਜਾਵੇ। ਉਹਨਾਂ ਨੇ ਸਾਰਾ ਸਾਫ਼ ਕਰਨਾ ਹੁੰਦਾ ਉੱਥੇ, ਉਹਨੂੰ ਸਾਫ਼ ਕਰਕੇ ਉਹ ਛੱਡ ਦਿੰਦੇ ਨੇ ਜ਼ਮੀਨ ਦੇ ਵਿੱਚ ਲੱਗੇ ਜਾ ਕੇ। ਹਾਂ ਪੌਦੇ ਚਲੇ ਤਾਂ ਉਹ ਫਾਇਦਾ ਜ਼ਰੂਰ ਦੇਖਦੇ ਨੇ। ਇਹ ਚੀਜ਼ ਹਮੇਸ਼ਾ ਦੇਖੀ ਜਾਂਦੀ ਹੁੰਦੀ ਹੈ। ਸਾਡੇ ਕੋਲ ਡਸਟ ਹੋ ਗਈ, ਨੋਇਜ਼ ਹੋ ਗਿਆ, ਰੇਡੀਏਸ਼ਨਸ ਹੋ ਗਈਆਂ, ਇੰਡਸਟਰੀਅਲ ਐਕਸੀਡੈਂਟਸ ਹੋ ਗਏ, डिसीज फैक्टर्स हो गए, स्मोक हो गए, ग्लोबल वार्मिंग होगी, एनिमल डेथ होगी, विजुअल इंपैक्ट हो गया, लैंड स्क्रीमिंग होगी, जो उसके अलावा ओजोन डिप्लेशन होगी। ओजोन समझ लो ਜਿਹੜੀ ਸਾਡੀ ਉੱਪਰ ਪਰਤ ਹੈਗੀ ਹੈ, ਮੀਨਸ ਇਹ ਸਾਰੀਆਂ ਚੀਜ਼ਾਂ ਦੀ ਪਲੈਨਿੰਗ ਸਾਨੂੰ ਪਹਿਲਾਂ ਤੋਂ ਕਰਨੀ ਪੈਂਦੀ ਹੈਗੀ ਹੈ। ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਮਾਸਟਰ ਪਲਾਨ ਮੈਨੇ ਬਣਾ ਲਿਆ, ਬਿਜ਼ਨਸ ਸੈਟਅਪ ਕਰ ਲਿਆ, ਮੈਂ ਬਿਜ਼ਨਸ ਸੈਟਅਪ ਕਰੂੰਗਾ, ਉਹਦਾ ਇੰਪੈਕਟ ਕੀ ਪੈਣਾ ਹੈਗਾ, ਇਹ ਚੀਜ਼ਾਂ ਸਾਨੂੰ ਹਮੇਸ਼ਾ ਮਾਈਂਡ ਦੇ ਵਿੱਚ ਰੱਖਣੀਆਂ ਹੋਣਗੀਆਂ। ਥਰਡ ਫਿਰ ਸਾਡੇ ਕੋਲ ਆਉਂਦਾ ਸਾਈਟ ਇਵੈਲੂਏਸ਼ਨ। ਫਿਰ ਅਸੀਂ ਸਾਈਟ ਦੇਖਾਂਗੇ ਵੀ ਸਾਡਾ ਬਿਜ਼ਨਸ, ਅਸੀਂ ਦੇਖਾਂਗੇ ਸਾਈਜ਼ ਆਫ ਦੀ ਸਾਈਟ, ਜਿੱਥੇ ਅਸੀਂ ਬਿਜ਼ਨਸ ਲਗਾਉਣਾ ਉਹਦਾ ਸਾਈਜ਼ ਕਿੰਨਾ ਹੋਊਗਾ। ਦੂਜਾ ਦੇਖਾਂਗੇ ਯੂਟਿਲਿਟੀ ਦਾ ਮਤਲਬ ਸਾਡੇ ਕੋਲ ਪਾਵਰ ਅਵੇਲੇਬਿਲਿਟੀ, ਜਾਂ ਫਿਰ ਸਾਡੇ ਕੋਲ ਕਿੰਨਾ ਟਾਈਮ ਪੀਰੀਅਡ ਵਿੱਚ ਅਸੀਂ ਕੰਮ ਖਤਮ ਕਰਾਂਗੇ। ਅਸੀਂ ਸੀਜ਼ਨ ਵੀ ਚੈੱਕ ਕਰਾਂਗੇ, ਬਿਜ਼ਨਸ ਸਾਡਾ ਹੌਟ ਦਾ ਹੈ, ਸਮਰ ਦਾ ਹੈ ਜਾਂ ਕਿਵੇਂ ਹੈ।
ਸਾਡੇ ਕੋਲ ਵਾਟਰ ਫੈਸਿਲਿਟੀਜ਼, ਕਨੈਕਸ਼ਨ ਆਫ ਸਰਵਿਸਿਜ਼, ਇਹ ਸਾਰੀ ਚੀਜ਼ਾਂ ਸਾਨੂੰ ਦੇਖਣੀ ਪੈਂਦੀਆਂ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਫੈਸਿਲਿਟੀਜ਼, ਜਦੋਂ ਬਿਜ਼ਨਸ ਲਗਾਉਣਾ ਸਾਨੂੰ ਟਰਾਂਸਪੋਰਟੇਸ਼ਨ ਵੀ ਦੇਖਣੀ ਪਊਗੀ, ਕਿਉਂਕਿ ਟਰਾਂਸਪੋਰਟੇਸ਼ਨ ਹੋਊਗੀ ਤਾਂ ਹੀ ਬਿਜ਼ਨਸ ਦਾ ਕੰਮ ਹੋਣਾ ਹੈਗਾ। ਲੈਂਡ ਕੋਸਟ, ਸਾਨੂੰ ਜ਼ਮੀਨ ਦੀ ਕਿੰਨੀ ਕੋਸਟ ਲੱਗਦੀ ਹੈਗੀ ਹੈ, ਕਿਉਂਕਿ ਕੁਝ ਏਰੀਆ ਦੇ ਗਵਰਨਮੈਂਟ ਨੇ ਟੈਕਸ ਲਗਾਏ ਹੁੰਦੇ ਨੇ, ਕੁਝ ਏਰੀਆ ਦੇ ਟੈਕਸ ਫ੍ਰੀ ਲੈਂਡਸ ਹੁੰਦੇ ਨੇ, ਇਹ ਚੀਜ਼ਾਂ ਵੀ ਤੁਹਾਨੂੰ ਹਮੇਸ਼ਾ ਦੇਖਣੀ ਪੈਣਗੀਆਂ। ਫਿਰ ਸਾਨੂੰ ਲਾਸਟ ਇੱਕ ਦੇਖਣਾ ਹੁੰਦਾ ਕਮਿਊਨਿਟੀ ਕੰਸੀਡਰੇਸ਼ਨ, ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਸਾਡੇ ਨਾਲ ਕਿੰਨੀ ਸਹਿਮਤੀ ਦੇ ਰਹੇ ਨੇ। ਬਹੁਤ ਸਾਰੇ ਕੰਪਨੀ ਏਰੀਆ ਦੇ ਵਿੱਚ ਕੰਪਨੀ ਲੱਗੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਇਦਾਂ ਦੇ ਏਰੀਆ 'ਚ ਕੰਪਨੀ ਲਗਾ ਰਹੇ ਹੋ ਜਿੱਥੇ ਆਸ-ਪਾਸ ਲੋਕ ਵੀ ਨੇ, ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਤਾਂ ਲੋਕਾਂ ਦੀ ਸਹਿਮਤੀ ਕਿੰਨੀ ਤੁਹਾਡੇ ਨਾਲ ਹੈਗੀ ਹੈ। ਫਿਰ ਅਸੀਂ ਮਾਈਕਰੋ ਲੈਵਲ ਪਲੈਨਿੰਗ ਕਰ ਲੈਂਦੇ ਹਾਂ। ਮਾਈਕਰੋ ਲੈਵਲ ਪਲੈਨਿੰਗ ਫਿਰ ਅਸੀਂ ਆਪਣੇ ਜਦੋਂ ਸਾਡਾ ਬਿਜ਼ਨਸ ਸੈੱਟ ਹੋ ਗਿਆ, ਮਾਈਕਰੋ ਲੈਵਲ ਪਲੈਨਿੰਗ ਦੇ ਵਿੱਚ ਕੀ ਹੈ, ਅਸੀਂ ਆਪਣਾ ਬਿਜ਼ਨਸ ਕਿਵੇਂ ਸਟਾਰਟ ਕਰਨਾ ਹੈ, ਕਿਹੜੇ ਬੰਦੇ ਨੂੰ ਕੀ ਜ਼ਿੰਮੇਵਾਰੀ ਦੇਣੀ ਹੈ, ਸਾਡੀ ਕੰਪਨੀ 'ਚ ਕੀ ਕੰਮ ਹੋਣਗੇ, ਰਿਸਪੌਂਸਿਬਿਲਿਟੀ ਸੈੱਟ ਕਰਨੀ, ਮੀਨ ਸਟਾਫਿੰਗ, ਰੂਟਿੰਗ, ਸਿਲੈਕਸ਼ਨ, ਟ੍ਰੇਨਿੰਗ, ਸਾਰਾ ਕੁਝ ਦੇ ਕੇ ਅਸੀਂ ਪ੍ਰੋਡਕਸ਼ਨ ਸਟਾਰਟ ਕਰ ਲੈਂਦੇ ਹਾਂ। ਫਿਰ ਹੈਗਾ ਤੁਹਾਡੇ ਕੋਲ ਟੈਕਨੀਕਸ ਫॉर ਲੋਕੇਸ਼ਨ ਐਨਾਲਿਸਿਸ। ਜਦੋਂ ਕਹਿੰਦਾ ਤੁਸੀਂ ਕੋਈ ਲੋਕੇਸ਼ਨ ਚੈੱਕ ਕਰਨੀ ਹੈ ਜਾਂ ਐਨਾਲਿਸਿਸ ਕਰਨੀ, ਤੁਹਾਡੇ ਕੋਲ ਕੀ ਟੈਕਨੀਕਸ ਹੋਣਗੇ। ਸਭ ਤੋਂ ਪਹਿਲਾਂ ਟੈਕਨੀਕਸ ਹੈਗੀ ਹੈ ਫੈਕਟਰ ਰੇਟਿੰਗ ਮੈਥਡ। ਫੈਕਟਰ ਰੇਟਿੰਗ ਮੈਥਡ ਕੀ ਹੁੰਦਾ ਹੈ, ਮੰਨ ਲਓ ਤੁਸੀਂ ਕੋਈ ਲੋਕੇਸ਼ਨ ਸਿਲੈਕਟ ਕਰ ਲਈ, ਐਗਜ਼ਾਮਪਲ ਮੈਂ ਕਹਾਂ ਵੀ ਮੈंने ਸਾਹਨੇਵਾਲ ਦੇ ਏਰੀਆ ਦੇ ਵਿੱਚ ਆਪਣਾ ਆਹੀ ਏਰੀਆ ਸਿਲੈਕਟ ਕਰ ਲਿਆ, ਮੈਂ ਇੱਥੇ ਫੈਕਟਰ ਦੇਖੂੰਗਾ। ਫੈਕਟਰ ਕੀ ਦੇਖੂੰਗਾ, ਗਵਰਨਮੈਂਟ ਦੇ ਇੱਥੇ ਰੂਲਸ ਕੀ ਨੇ, ਸਾਡੇ ਕੋਲ ਕਹਿੰਦਾ ਆਪਣੀ ਕੈਪੈਸਿਟੀ ਨੂੰ ਵਧਾਉਣਾ, ਤੁਹਾਡੇ ਕੋਲ ਕੀ ਫਾਇਦੇ ਹੋਣਗੇ, ਮੀਨਸ ਸਾਡੇ ਕੋਲ 2-3 ਏਰੀਆ ਸਿਲੈਕਟ ਕਰੂੰਗਾ, ਮੀਨਸ ਮੇਰੇ ਕੋਲ ਆਪਣਾ ਕੰਮ ਕਰਨ ਦਾ ਕੀ ਇੰਪੈਕਟ ਹੋਊਗਾ, ਮੀਨਸ ਕੰਮ ਜਦੋਂ ਕਰ ਰਿਹਾ ਮੀਨਸ ਆਨੇ ਵਿੱਚ ਮੇਰਾ ਕੀ ਇੰਪੈਕਟ ਪੈ ਸਕਦਾ ਹੈਗਾ, ਮੇਰੀ ਗੁੱਡਵਿਲ ਬਣੂਗੀ ਨਹੀਂ ਬਣੂਗੀ, ਮੀਨਸ ਅਲੱਗ-ਅਲੱਗ ਫੈਕਟਰ ਅਸੀਂ ਦੇਖਦੇ ਹਾਂ। ਜਿਵੇਂ ਐਗਜ਼ਾਮਪਲ ਲਿਖਿਆ ਗਿਆ ਇਹਨਾਂ ਨੇ ਰਿਕੁਆਇਰਡ ਅਮੈਨਿਟੀਜ਼। ਰਿਕੁਆਇਰਡ ਅਮੈਨਿਟੀਜ਼ ਦਾ ਮਤਲਬ ਕਿ ਸਾਨੂੰ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਇੱਥੇ ਮਿਲੂਗੀ ਕਿ ਨਹੀਂ ਮਿਲੂਗੀ। ਦੂਜਾ ਗਵਰਨਮੈਂਟ ਰੈਗੂਲੇਸ਼ਨ, ਗਵਰਨਮੈਂਟ ਦੇ ਰੂਲ ਕੀ ਨੇ ਇੱਥੇ, ਇਹ ਚੀਜ਼ ਵੀ ਦੇਖਣੇ ਪੈਣਗੇ। ਅਬਿਲਿਟੀ ਟੂ ਐਕਸਪੈਂਡ ਕੁਐਸਚਨ, ਮੈਂ ਆਪਣਾ ਬਿਜ਼ਨਸ ਇੱਥੇ ਐਕਸਪੈਂਡ ਕਰ ਸਕਦਾ ਜਾਂ ਨਹੀਂ ਕਰ ਸਕਦਾ ਹੈਗਾ। ਥਰਡ ਈਜ਼ੀ ਅਵੇਲੇਬਿਲਿਟੀ ਆਫ ਰਿਕੁਆਇਰਡ ਲੈਂਡ, ਅਗਰ ਮੈਨੂੰ ਜ਼ਮੀਨ ਦੀ ਲੋੜ ਪਈ ਮੇਰੇ ਕੋਲ ਨਾਲ ਮਿਲ ਜੂਗੀ ਨਹੀਂ ਮਿਲੂਗੀ, ਉਹ ਚੀਜ਼ ਵੀ ਦੇਖਣੀ ਪਊਗੀ। ਅਵੇਲੇਬਿਲਿਟੀ ਆਫ ਸਕਿੱਲ ਲੇਬਰ, ਇਹ ਵੀ ਦੇਖਣੀ ਪਊਗੀ। ਇਹਦੇ ਉੱਪਰ ਮੈਂ ਰੇਟਿੰਗ ਲਗਾਉਂਗਾ ਵੀ ਕਿੱਥੇ ਮੈਨੂੰ ਫਾਇਦਾ ਮਿਲੇ। ਅਸੀਂ 2-3 ਏਰੀਆ ਸਿਲੈਕਟ ਕਰ ਲੈਂਦੇ ਹੁੰਦੇ ਆ, ਜਿਵੇਂ ਐਗਜ਼ਾਮਪਲ ਹੈ ਤੁਹਾਡੀ ਬੁੱਕ ਚ ਲਿਆ ਵੀ ਜੰਮੂ, ਚੰਡੀਗੜ੍ਹ, ਗੁੜਗਾਉਂ, ਮੈंने 3 ਏਰੀਆ ਸਿਲੈਕਟ ਕਰ ਲਏ। ਰੇਟਿੰਗ ਲੈ ਰਿਹਾ ਵੀ ਮੈਨੂੰ ਕਿਹੜੇ ਏਰੀਆ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਈਜ਼ੀਲੀ ਵੈਸੇ ਮਿਲ ਜਾਂਦੀ ਹੈ। ਜਿੱਥੇ ਬੈਸਟ ਰੇਟਿੰਗ ਹੋਗੀ ਜਿਹੜੀ ਏਰੀਆ ਦੇ ਵਿੱਚ ਸਾਰੀ ਚੀਜ਼ਾਂ ਦੀ, ਜਿੰਨੇ ਫੈਕਟਰ ਜਿਵੇਂ ਐਗਜ਼ਾਮਪਲ ਲਿਆ ਈਜ਼ੀ ਆਫ ਫੰਡਿੰਗ, ਮਾਰਕੀਟ, ਸਪਲਾਇਰਸ, ਅਗਰ ਇਹ ਸਾਰੀ ਚੀਜ਼ਾਂ ਕਹਿੰਦਾ ਮੈਂ ਅਲੱਗ-ਅਲੱਗ ਫੈਕਟਰ ਮੈਂ ਫੰਡਿੰਗ, ਆਪਾਂ ਰੇਟਿੰਗ ਕਿਵੇਂ ਕਰਦੇ ਹਾਂ 1 ਨੰਬਰ 2 ਨੰਬਰ 3 ਨੰਬਰ, ਜਿਵੇਂ ਸਭ ਨੂੰ ਉਹ ਰੇਟਿੰਗ ਦੇਖੋ ਜਿਹੜੀ ਏਰੀਆ ਦੀ ਰੇਟਿੰਗ ਵੱਧ ਆ ਜਾਂਦੀ ਹੈ ਅਸੀਂ ਫਿਰ ਉੱਥੇ ਪਲਾਂਟ ਜੋ ਹੈ ਸੈਟਅਪ ਕਰ ਲੈਂਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਮੈਥਡ ਹੈਗਾ ਸੈਂਟਰ ਆਫ ਗ੍ਰੈਵਿਟੀ ਮੈਥਡ। ਸੈਂਟਰ ਆਫ ਗ੍ਰੈਵਿਟੀ ਮੈਥਡ ਹਮੇਸ਼ਾ ਅਸੀਂ ਦੇਖਦਾ ਹੈਗਾ ਕਿ ਸਾਡੇ ਕੋਲ ਟਰਾਂਸਪੋਰਟੇਸ਼ਨ ਕੋਸਟ ਮੀਨਸ ਸਾਡਾ ਡਿਸਟੈਂਸ, ਵੇਟ ਔਰ ਟਾਈਮ ਜਿੱਥੇ ਹਮੇਸ਼ਾ ਘੱਟ ਲੱਗੇ, ਉਹ ਵਾਲੇ ਮੈਥਡ ਨੂੰ ਅਸੀਂ ਕਹਿੰਦੇ ਹੈਗੇ ਸੈਂਟਰ ਆਫ ਗ੍ਰੈਵਿਟੀ ਮੈਥਡ। ਹਮੇਸ਼ਾ ਕੋਈ ਕੰਪਨੀ ਜਦੋਂ ਲੱਗਦੀ ਹੈ ਤਾਂ ਉਹ ਇਹ ਦੇਖਦੇ ਨੇ ਸਾਡੀ ਟਰਾਂਸਪੋਰਟੇਸ਼ਨ ਕੋਸਟ ਹਮੇਸ਼ਾ ਘੱਟ ਲੱਗੇ। ਕੋਈ ਵੀ ਕੰਪਨੀ ਪਲੈਨਿੰਗ ਕਰਦੀ ਹੋਗੀ, ਇਸ ਬਿਜ਼ਨਸ ਜ਼ਰੂਰ ਪਲੈਨਿੰਗ ਕਰਦੀ ਹੈ, ਮੀਨਸ ਉਹਨਾਂ ਨੇ ਆਪਣਾ ਸਮਾਨ ਜਦੋਂ ਸੇਲ ਕਰਨਾ ਹੈ, ਬਿਜ਼ਨਸ ਤਾਂ ਲੱਗ ਗਿਆ ਸੈਟ, ਤੁਸੀਂ ਫੈਕਟਰ ਦੇ ਅਕੋਰਡਿੰਗ ਕਿਤੇ ਵੀ ਬਿਜ਼ਨਸ ਲਗਾ ਲਓ, ਲੇਕਿਨ ਪਲੈਨਿੰਗ ਹੈ ਤੁਹਾਡਾ ਪ੍ਰੋਡਕਟ ਆਊਗਾ ਕਿ ਰॉ ਮਟੀਰੀਅਲ ਆਊਗਾ ਕਿਵੇਂ, ਪਲੱਸ ਜਿੱਥੇ ਪਹੁੰਚਾਣਾ ਪਹੁੰਚੂਗਾ ਕਿਵੇਂ, ਉਹਦੀ ਕੋਸਟ ਤੁਹਾਨੂੰ ਕਿੰਨੀ ਲੱਗਣੀ ਹੈਗੀ, ਇਹ ਹਮੇਸ਼ਾ ਮੈਟਰ ਕਰਦੀ ਹੈ। ਇੱਕ ਹੈਗਾ ਲੀਸਟ ਕੋਸਟ ਮੈਥਡ। ਲੀਸਟ ਕੋਸਟ ਮੈਥਡ ਦਾ ਮਤਲਬ ਹੁੰਦਾ ਹੈ ਜਿੱਥੇ ਸਾਨੂੰ ਘੱਟ ਤੋਂ ਘੱਟ ਕੋਸਟ ਮਿਲਦੀ ਹੈ। ਸਾਡਾ ਐਗਰੀਕਲਚਰ ਹੋ ਗਿਆ, ਇੰਡਸਟਰੀ ਹੋ ਗਿਆ, ਅਸੀਂ ਆਪਣੀ ਐਕਟੀਵਿਟੀ ਦੇ ਅਕੋਰਡਿੰਗ ਕੋਸਟ ਦੇਖ ਲਾਂਗੇ ਸਾਨੂੰ ਕਿੱਥੇ ਘੱਟ ਲੱਗ ਰਹੀ ਹੈਗੀ। ਜਿੱਥੇ ਸਾਨੂੰ ਕੋਸਟ ਘੱਟ ਲੱਗਦੀ ਹੈ ਅਸੀਂ ਉੱਥੇ ਟਰਾਂਸਪੋਰਟੇਸ਼ਨ ਕਰਾਂਗੇ। ਲੀਸਟ ਕੋਸਟ ਦਾ ਮਤਲਬ ਜਿੱਥੇ ਸਾਨੂੰ ਹਰ ਜਗ੍ਹਾ ਦੀ ਘੱਟ ਕੋਸਟ ਪੈ ਰਹੀ ਹੋਗੀ ਅਸੀਂ ਉਹ ਚੀਜ਼ਾਂ ਪਲੈਨਿੰਗ ਕਰਦੇ ਚਲੇ ਜਾਂਦੇ ਹਾਂ, ਉਹਨੂੰ ਸਿਲੈਕਸ਼ਨ ਕਰਦੇ ਜਾਂਦੇ ਹਾਂ, ਉਹਦੇ ਨਾਲ ਸਾਡੀ ਕੰਪਨੀ ਦੀ ਫੈਸਿਲਿਟੀ ਲੋਕੇਸ਼ਨ ਈਜ਼ੀਲੀ ਬਿਜ਼ਨਸ ਹੋ ਜਾਂਦੀ ਹੈ। ਇਹ 3 ਮੈਥਡ ਨੇ ਜਿਹੜੇ ਤੁਹਾਡੇ ਟੈਕਨੀਕਸ ਅਸੀਂ ਯੂਜ਼ ਕਰਦੇ ਹਾਂ ਫੈਸਿਲਿਟੀ ਲੋਕੇਸ਼ਨ ਦੇ ਵਿੱਚ। ਠੀਕ ਹੈ।